ਆਰਿਅਨ ਜੈਮਸਿਕੀ ਇੱਕ ਵਾਰੀ ਫਿਰ ਤੁਹਾਡਾ ਜ਼ਬੂਰ ਜ਼ੋਨ ਦੇ ਵਿੱਚ ਸਾਮਸਨ ਪੰਜਾਬੀ ਚ ਤੁਹਾਡਾ ਵੈਲਕਮ ਹੈ। ਅਸੀਂ ਫੋਕਸ ਕਰ ਰਹੇ ਹਾਂ ਦਾਊਦ ਦੇ ਜ਼ਬੂਰਾਂ ਤੇ ਅੱਜ ਦਾ ਸਾਡਾ ਜ਼ਬੂਰ ਜਿਹੜਾ ਹੈਗਾ ਅਸੀਂ ਫੋਕਸ ਕਰ ਰਹੇ ਹਾਂ ਜ਼ਬੂਰ 40 ਤੇ ਮੈਂ ਰਿਕੁਐਸਟ ਕਰੂੰਗੀ ਕਿ ਜੋਸ਼ੂਆ ਜੀ ਨੇ ਕਿ ਉਹ ਸਾਨੂੰ ਪ੍ਰੇਅਰ ਦੇ ਵਿੱਚ ਲੈ ਕੇ ਜਾਣ। ਆਓ ਅਸੀਂ ਆਪਣੀਆਂ ਅੱਖਾਂ ਨੂੰ ਬੰਦ ਕਰੀਏ ਤੇ ਸਿਰਾਂ ਨੂੰ ਝੁਕਾਈਏ ਤੇ ਖੁਦਾ ਦੀ ਹਜ਼ੂਰੀ ਦੇ ਵਿੱਚ ਲੈ ਕੇ ਚਲੀਏ। ਖੁਦਾਵੰਦ ਤੇਰਾ ਸ਼ੁਕਰ ਕਰਦੇ ਹਾਂ ਦਿਨ ਭਰ ਦੀ ਹਿਫਾਜ਼ਤ ਨਿਗਰਾਨੀ ਦੇ ਲਈ। ਸਾਨੂੰ ਸਭ ਨੂੰ ਤੂੰ ਖੁਦਾਵੰਦ ਹਰ ਤਰ੍ਹਾਂ ਨਾਲ ਬਚਾ ਕੇ ਆਪਣੀ ਪਨਾਹ ਵਿੱਚ ਰੱਖਿਆ। ਇਸ ਸਮੇਂ ਦੇ ਲਈ ਖੁਦਾਵੰਦ ਤੇਰਾ ਸ਼ੁਕਰ ਕਰਦੇ ਹਾਂ ਜੋ ਤੂੰ ਸਾਡੀ ਜ਼ਿੰਦਗੀ ਸਾਨੂੰ ਦਿੱਤਾ। ਜਦ ਕਿ ਅਸੀਂ 40 ਜ਼ਬੂਰ ਨੂੰ ਜੋ ਲੈ ਕੇ ਖੁਦਾਵੰਦ ਜੋ ਕੁਛ ਵੀ ਤੇਰੇ ਖਾਦਮ ਦੇ ਜ਼ਰੀਏ ਸੁਣਦੇ ਹਾਂ ਉਸ ਤੋਂ ਸਿੱਖਦੇ ਹਾਂ। ਖੁਦਾਵੰਦ ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਚੱਲਣ ਵਾਲੇ ਹੋਏ। ਤਮਾਮ ਸੁਣਨ ਵਾਲਿਆਂ ਦੇ ਨਾਲ ਉਹਨਾਂ ਨੂੰ ਵੀ ਆਸ਼ੀਸ਼ ਤੇ ਬਰਕਤ ਦੇ। ਸਭ ਕੁਛ ਮੰਗਦੇ ਤੇਰੇ ਬੇਟੇ ਆਪਣੇ ਨਿਜਾਤ ਦਿੰਦਾ ਯਿਸੂ ਨਾਸਰੀ ਦੇ ਨਾਂ 'ਚ ਸੁਣ ਤੇ ਕਬੂਲ ਕਰ ਲੈ। ਆਮੀਨ। ਥੈਂਕ ਯੂ ਜੋਸ਼ੂਆ ਜੀ ਸਾਨੂੰ ਪ੍ਰੇਅਰ ਦੇ ਵਿੱਚ ਗਾਈਡ ਕਰਨ ਦੇ ਲਈ। ਤੇ ਮੈਂ ਹੁਣ ਰਿਕੁਐਸਟ ਕਰੂੰਗੀ ਕਾਸ਼ਿਸ਼ ਚੌਹਾਨ ਜੀ ਨੂੰ ਜੋ ਕਿ ਸਾਡੇ ਨਾਲ ਇੰਗਲੈਂਡ ਤੋਂ ਜੁੜੇ ਨੇ ਕਿ ਉਹ ਸਾਨੂੰ ਇਸ ਜ਼ਬੂਰ ਦੀ ਓਰੀਜਨਲ ਤਰਜ ਗਾ ਕੇ ਸੁਣਾਣ। ਥੈਂਕ ਯੂ ਰਾਬੀਨਾ। ਜੈ ਮਸੀਹ ਦੇ ਸਾਰਿਆਂ ਨੂੰ। ਜੈ ਮਸੀਹ ਦੀ। ਜ਼ਬੂਰ 40 ਦੇ ਕੁੱਲ 3 ਹਿੱਸੇ ਨੇ ਜਿਹੜੇ ਕਿ ਸਾਡੇ ਕੋਲ ਪੰਜਾਬੀ ਜ਼ਬੂਰ ਦੇਸੀ ਰਾਗਾਂ ਵਿੱਚ ਜਿਹੜੀ ਕਿਤਾਬ 1908 ਚ ਇਮਾਮ ਦੀਨ ਸ਼ਾਹਬਾਜ਼ ਔਰ ਉਹਨਾਂ ਦੀ ਟੀਮ ਨੇ ਛਾਪੀ ਸੀ। ਤੇ ਉਹਦਾ ਜਿਹੜਾ ਪਹਿਲਾ ਹਿੱਸਾ ਹੈ ਉਹ ਹੈ ਮੈਂ ਸਬਰ ਦੇ ਨਾਲ ਆਸ ਰੱਖ ਕੇ ਯਹੋਵਾ ਦੀ ਕਰਦਾ ਸਾਂ ਇੰਤਜ਼ਾਰੀ। ਇਹਦੀ ਜਿਹੜੀ ਟਿਊਨ ਮੈਂ ਦੇਖੀ ਹੈ ਇਸ ਕਿਤਾਬ ਦੇ ਅੰਦਰ ਉਹ ਬੜੀ ਫਰਕ ਹੈ ਉਹਦੇ ਤੋਂ ਜਿਹੜੀ ਅਸੀਂ ਗਾਉਂਦੇ ਹਾਂ ਔਰ ਬੜੀ ਮੁਸ਼ਕਿਲ ਜਿਹੀ ਹੈ। ਇਸ ਲਈ ਮੈਂ ਅੱਜ ਉਹਨੂੰ ਤਿਆਰ ਨਹੀਂ ਕੀਤਾ। ਇੱਕ ਡਿਫਰੈਂਟ ਐਕੈਡੈਮਿਕ ਮੈਥਡ ਦੇ ਥਰੂ ਤਰੀਕੇ ਦੇ ਨਾਲ ਮੈਂ ਸਾਰੀ ਟੀਮ ਜਿਹੜੀ ਹੈ ਤੁਹਾਡੇ ਕੋਲ ਲੈ ਕੇ ਆਏਗੀ। ਲੇਕਿਨ ਇਸ ਵੇਲੇ ਮੈਂ ਇਹਦੀ ਜਿਹੜੀ ਅਸਲ ਧੁਨ ਜਿਹੜੀ ਅਸੀਂ ਅੱਜ ਗਾਉਂਦੇ ਹਾਂ ਜਿਹੜੀ ਕਿ ਬਹੁਤ ਖੂਬਸੂਰਤ ਹੈ ਉਹੀ ਗਾ ਕੇ ਸੁਣਾਵਾਂਗਾ। ਤੇ ਜ਼ਬੂਰ 40 ਦਾ ਪਹਿਲਾ ਹਿੱਸਾ। ਮੈਂ ਸਬਰ ਦੇ ਨਾਲ ਆਸ ਰੱਖ ਕੇ ਯਹੋਵਾ ਦੀ ਕਰਦਾ ਸਾਂ ਇੰਤਜ਼ਾਰੀ। ਤਦ ਉਸਨੇ ਮੇਰੇ ਤੇ ਤਰਸ ਖਾ ਕੇ ਸੁਣੀ ਮੇਰੀ ਸਾਰੀ ਆਹੋ ਜ਼ਾਰੀ। ਉਹ ਖਤਰੇ ਦੇ ਟੋਏ ਤੇ ਖੋਬਿਆਂ ਤੋਂ ਹੈ ਮੈਨੂੰ ਕੱਢ ਕੇ ਲੈ ਆਇਆ ਬਾਹਰ। ਚੱਟਾਨ ਉੱਤੇ ਰੱਖੇ ਪੈਰ ਮੇਰੇ ਤੇ ਬਖਸ਼ੀ ਕਦਮਾਂ ਨੂੰ ਉਸਤਵਾਰੀ। ਮੈਂ ਸਬਰ ਦੇ ਨਾਲ ਆਸ ਰੱਖ ਕੇ ਯਹੋਵਾ ਦੀ ਕਰਦਾ ਸਾਂ ਇੰਤਜ਼ਾਰੀ। ਇਹ ਹੈ ਜ਼ਬੂਰ ਦਾ ਪਹਿਲਾ ਹਿੱਸਾ। ਬਾਕੀ ਉਹਦੇ 2 ਹੋਰ ਹਿੱਸੇ ਨੇ ਜਿਹੜੇ ਕਿ ਮੈਂ ਬਾਅਦ ਚੋਂ ਜਿਸ ਤਰ੍ਹਾਂ ਪ੍ਰੋਗਰੈਸ ਹੁੰਦੀ ਹੈ ਸਾਡੀ ਸਰਵਿਸ ਉਹਦੇ ਵਿੱਚ ਸੁਣਾਵਾਂਗਾ। ਥੈਂਕ ਯੂ ਕਾਸ਼ਿਸ਼ ਜੀ। ਥੈਂਕ ਯੂ ਸੋ ਮਚ। ਤੇ ਹੁਣ ਮੈਂ ਰਿਕੁਐਸਟ ਕਰੂੰਗੀ ਜੋਤੀ ਜੀ ਨੂੰ ਤੇ ਜੋਸ਼ੂਆ ਜੀ ਨੂੰ ਕਿ ਉਹ ਸਾਨੂੰ ਜ਼ਬੂਰ 40 ਪੰਜਾਬੀ ਜ਼ੁਬਾਨ ਦੇ ਵਿੱਚ ਪੜ੍ਹ ਕੇ ਸੁਣਾਣ। ਥੈਂਕ ਯੂ ਰਵੀਨਾ। ਥੈਂਕ ਯੂ ਬ੍ਰਦਰ ਜੀ ਬਹੁਤ ਅੱਛੇ ਜ਼ਬੂਰ ਦੇ ਲਈ ਜੋ ਅਸੀਂ ਸੁਣਦੇ ਵੀ ਆ ਰਹੇ ਹਾਂ। ਜਦੋਂ ਦੇ ਅਸੀਂ ਇਸ ਜ਼ਬੂਰ ਨੂੰ ਸੁਣਦੇ ਹਾਂ ਕਾਫੀ ਚਰਚ ਦੇ ਵਿੱਚ ਗਾਇਆ ਜਾਂਦਾ ਇਹ। ਤੇ ਥੈਂਕ ਯੂ ਪਾਸਟਰ ਜੀ ਮੌਕਾ ਦੇਣ ਲਈ। ਮੈਂ ਖੁਦਾ ਦਾ ਸ਼ੁਕਰ ਕਰਦੀ ਹਾਂ ਕਿ ਪ੍ਰਭੂ ਨੇ ਸਾਨੂੰ ਇੱਕ ਵਾਰ ਫਿਰ ਮੌਕਾ ਦਿੱਤਾ ਕਿ ਅਸੀਂ ਤੁਹਾਡੇ ਸਾਹਮਣੇ ਜ਼ਬੂਰ 40 ਲੈ ਕੇ ਹਾਜ਼ਰ ਹੋਏ ਹਾਂ। ਜ਼ਬੂਰਾਂ ਦਾ ਸਾਡੀ ਜ਼ਿੰਦਗੀ 'ਚ ਬਹੁਤ ਮਹੱਤਵ ਹੈ। ਜਿਸ ਤਰ੍ਹਾਂ ਅਸੀਂ ਅੱਜ ਤੱਕ ਤਾਂ ਅਸੀਂ ਸਿਰਫ ਸੁਣਦੇ ਹਾਂ ਜਾਂ ਅਸੀਂ ਇਹਨੂੰ ਪੜ੍ਹਦੇ ਹਾਂ ਲੇਕਿਨ ਜਿਸ ਤਰ੍ਹਾਂ ਅਸੀਂ ਡਿਟੇਲ ਦੇ ਵਿੱਚ ਜਾਂਦੇ ਹਾਂ ਸਾਨੂੰ ਇਸਦੀ ਬਹੁਤ ਨੌਲੇਜ ਹੋਣਾ ਮਤਲਬ ਲੱਗਦਾ ਕਿ ਸਾਨੂੰ ਸੁਣਨ ਨੂੰ ਮਿਲ ਰਹੀ ਹੈ ਜੋ ਅਸੀਂ ਕਦੀ ਸੋਚਿਆ ਵੀ ਨਹੀਂ ਸੀਗਾ। ਖੁਦਾਵੰਦ ਨੇ ਪਾਸਟਰ ਜੀ ਨੂੰ ਇੰਨਾ ਯੂਜ਼ ਕੀਤਾ ਕਿ ਅਸੀਂ ਇਸ ਤੋਂ ਸਾਰੇ ਜਣੇ ਸਿੱਖ ਸਕਦੇ ਹਾਂ। ਅੱਜ ਅਸੀਂ ਜਾਵਾਂਗੇ ਜ਼ਬੂਰ 40 ਦੇ ਵਿੱਚ 40। ਮੈਂ ਜਿਸਦਾ ਮੇਨ ਟਾਈਟਲ ਹੈ ਮਹਿਮਾ ਦਾ ਗੀਤ ਸੰਗੀਤ ਦਲ ਦੇ ਆਗੂ ਲਈ ਦਾਊਦ ਦਾ ਭਜਨ। ਮੈਂ ਇਸ ਦੀ ਪਹਿਲੀ ਆਇਤ ਪੜਾਂਗੀ। ਮੈਂ ਧੀਰਜ ਨਾਲ ਪ੍ਰਭੂ ਦੀ ਉਡੀਕ ਕੀਤੀ ਹੈ
उसने ਕੰਨ ਲਾ ਕੇ ਮੇਰੀ ਪੁਕਾਰ ਸੁਣ ਲਈ। ਆਇਤ ਨੰਬਰ 2, ਉਸਨੇ ਮੈਨੂੰ ਭਿਆਨਕ ਟੋਏ ਵਿੱਚੋਂ ਸਗੋਂ ਚਿੱਕੜ ਦੀ ਖੁੱਬਣ ਵਿੱਚੋਂ ਕੱਢ ਲਿਆ ਅਤੇ ਮੇਰੇ ਪੈਰਾਂ ਨੂੰ ਚਟਾਨ ਉੱਤੇ ਰੱਖ ਕੇ ਮੇਰੀਆਂ ਚਾਲਾਂ ਨੂੰ ਦ੍ਰਿੜ ਕੀਤਾ। ਆਇਤ ਨੰਬਰ 3, ਉਸਨੇ ਮੇਰੇ ਮੂੰਹ ਵਿੱਚ ਇੱਕ ਨਵਾਂ ਗੀਤ ਪਾਇਆ, ਅਰਥਾਤ ਸਾਡੇ ਪਰਮੇਸ਼ਵਰ ਦੀ ਮਹਿਮਾ ਦਾ ਗੀਤ। ਬਹੁਤ ਸਾਰੇ ਇਹ ਦੇਖਣਗੇ ਅਤੇ ਡਰਨਗੇ ਅਤੇ ਪ੍ਰਭੂ ਤੇ ਭਰੋਸਾ ਕਰਨਗੇ। ਆਇਤ ਨੰਬਰ 4, ਧੰਨ ਹੈ ਉਹ ਪੁਰਸ਼ ਜਿਹੜਾ ਯਹੋਵਾ ਨੂੰ ਆਪਣਾ ਆਸਰਾ ਬਣਾਉਂਦਾ ਹੈ ਅਤੇ ਹੰਕਾਰੀਆਂ ਔਰ ਝੂਠੇ ਕੁਰਾਈਆਂ ਵੱਲ ਰੁਕ ਹੀ ਨਹੀਂ ਕਰਦਾ। ਆਇਤ ਨੰਬਰ 5, हे ਪ੍ਰਭੂ ਮੇਰੇ ਪਰਮੇਸ਼ਵਰ, ਤੇਰੇ ਸਾਡੇ ਲਈ ਕੀਤੇ ਅਦਭੁਤ ਕੰਮਾਂ ਅਤੇ ਵਿਚਾਰਾਂ ਦੀ ਗਿਣਤੀ ਬੇਅੰਤ ਹੈ। ਜੇਕਰ ਮੈਂ ਉਹਨਾਂ ਸਭ ਬਾਰੇ ਦੱਸਣਾ ਚਾਹਾਂ ਤਾਂ ਉਹ ਗਿਣਤੀ ਵਿੱਚ ਇੰਨੇ ਹਨ ਕਿ ਮੈਂ ਉਹਨਾਂ ਬਾਰੇ ਨਹੀਂ ਦੱਸ ਸਕਦਾ। ਤੇਰਾ ਟਾਕਰਾ ਕੋਈ ਵੀ ਨਹੀਂ ਕਰ ਸਕਦਾ ਹੈ। ਆਇਤ ਨੰਬਰ 6, ਬਲੀਦਾਨ ਔਰ ਭੇਟ ਤੋਂ ਤੂੰ ਪ੍ਰਸੰਨ ਨਹੀਂ ਹੁੰਦਾ। ਤੈਂ ਮੇਰੇ ਕੰਨ ਖੋਲੇ ਹਨ, ਹੋਮ ਬਲੀ ਔਰ ਪਾਪ ਬਲੀ ਤੈਂ ਨਹੀਂ ਮੰਗੀਆਂ। ਆਇਤ ਨੰਬਰ 7, ਤਦ ਮੈਂ ਕਿਹਾ, ਦੇਖ ਮੈਂ ਆ ਗਿਆ ਹਾਂ, ਵਿਵਸਥਾ ਦੀ ਪੁਸਤਕ ਵਿੱਚ ਮੇਰੇ ਲਈ ਸਭ ਲਿਖਿਆ ਹੈ। ਆਇਤ ਨੰਬਰ 8, ਭਈ ਤੇਰੀ ਇੱਛਾ ਨੂੰ ਪੂਰੀਆਂ ਕਰਨ ਵਿੱਚ ਹੇ ਮੇਰੇ ਪਰਮੇਸ਼ਵਰ ਮੈਂ ਪ੍ਰਸੰਨ ਹਾਂ ਅਤੇ ਤੇਰੀ ਵਿਵਸਥਾ ਮੇਰੇ ਹਿਰਦੇ ਦੇ ਅੰਦਰ ਹੈ। ਆਇਤ ਨੰਬਰ 9, ਤੇਰੇ ਸ਼ੁਭ ਸਮਾਚਾਰ ਬਾਰੇ ਮੈਂ ਮਹਾ ਸੰਗਤ ਵਿੱਚ ਪ੍ਰਚਾਰ ਕੀਤਾ ਹੈ। ਦੇਖ ਮੈਂ ਆਪਣਾ ਮੂੰਹ ਬੰਦ ਨਹੀਂ ਰੱਖਿਆ ਹੈ। हे ਪ੍ਰਭੂ ਤੂੰ ਇਹ ਸਭ ਜਾਣਦਾ ਹੈ। ਆਇਤ ਨੰਬਰ 10, ਮੈਂ ਤੇਰੇ ਧਰਮ ਨੂੰ ਆਪਣੇ ਮਨ ਵਿੱਚ ਲੁਕਾ ਨਹੀਂ ਛੱਡਿਆ। ਮੈਂ ਸਗੋਂ ਤੇਰੀ ਵਫਾਦਾਰੀ ਅਤੇ ਤੇਰੀ ਮੁਕਤੀ ਦਾ ਚਰਚਾ ਕੀਤਾ। ਮੈਂ ਤੇਰੀ ਦਇਆ ਅਤੇ ਤੇਰੀ ਸੱਚਾਈ ਮਹਾਸਭਾ ਤੋਂ ਨਹੀਂ ਛਿਪਾਈ। ਆਇਤ ਨੰਬਰ 11, हे ਪ੍ਰਭੂ ਤੂੰ ਆਪਣੀ ਦਇਆ ਦੀ ਨਜ਼ਰ ਮੇਰੇ ਤੇ ਹਮੇਸ਼ਾ ਰੱਖ। ਤੇਰੀ ਦਇਆ ਅਤੇ ਸੱਚ ਹਮੇਸ਼ਾ ਮੈਨੂੰ ਸੰਭਾਲਣ। ਆਇਤ ਨੰਬਰ 12, ਕਿਉਂ ਜੋ ਅਣਗਿਣਤ ਬੁਰਾਈਆਂ ਨੇ ਮੇਰੇ ਦੁਆਲੇ ਘੇਰਾ ਪਾ ਲਿਆ, ਮੇਰੀਆਂ ਬਦੀਆਂ ਨੇ ਮੈਨੂੰ ਆਣ ਫੜਿਆ ਹੈ ਅਤੇ ਮੈਂ ਨਿਗਾਹ ਨਹੀਂ ਉਠਾ ਸਕਦਾ। ਉਹ ਤਾਂ ਮੇਰੇ ਸਿਰ ਦੇ ਵਾਲਾਂ ਨਾਲੋਂ ਵੱਧ ਹਨ ਅਤੇ ਮੇਰਾ ਦਿਲ ਥੋਥਾ ਹੋ ਗਿਆ ਹੈ। ਆਇਤ ਨੰਬਰ 13, हे ਪ੍ਰਭੂ ਆਪਣੀ ਕਿਰਪਾ ਨਾਲ ਤੂੰ ਮੈਨੂੰ ਬਚਾ। ਤੂੰ ਮੇਰੀ ਮਦਦ ਤੁਰੰਤ ਕਰ। ਆਇਤ ਨੰਬਰ 14, ਜਿਹੜੇ ਮੇਰੀ ਜਾਨ ਨੂੰ ਕੋਹਣ ਲਈ ਭਾਲਦੇ ਹਨ ਉਹ ਸਾਰੇ ਦੇ ਸਾਰੇ ਲੱਜਿਆਵਾਨ ਹੋਣ ਅਤੇ ਘਾਬਰ ਜਾਣ। ਜਿਹੜੇ ਮੇਰਾ ਬੁਰਾ ਚਾਹੁੰਦੇ ਹਨ ਉਹ ਪਿਛਾਹਾਂ ਹਟਾਏ ਜਾਣ ਔਰ ਸ਼ਰਮਿੰਦੇ ਹੋਣ। ਆਇਤ ਨੰਬਰ 15, ਜੋ ਲੋਕ ਮੇਰੇ ਤੇ ਵਿਅੰਗ ਕੱਸਦੇ ਹਨ ਉਹ ਆਪਣੀ ਸ਼ਰਮਿੰਦਗੀ ਕਾਰਨ ਖਤਮ ਹੋ ਜਾਣ। ਆਇਤ ਨੰਬਰ 16, ਜਿੰਨੇ ਤੇਰੇ ਤਾਲਿਬ ਹਨ ਉਹ ਤੇਰੇ ਵਿੱਚ ਖੁਸ਼ ਤੇ ਆਨੰਦ ਹੋਣ ਅਤੇ ਜਿਹੜੇ ਤੇਰੀ ਮੁਕਤੀ ਦੇ ਪ੍ਰੇਮੀ ਹਨ ਉਹ ਸਦਾ ਆਖਣ ਯਹੋਵਾ ਦੀ ਵਡਿਆਈ ਹੋਵੇ। ਆਇਤ ਨੰਬਰ 17, ਮੈਂ ਗਰੀਬ ਅਤੇ ਲੋੜਵੰਦ ਹਾਂ। ਤੂੰ हे ਪ੍ਰਭੂ ਮੇਰੀ ਚਿੰਤਾ ਕਰਨਾ ਹੈ। ਤੂੰ ਮੇਰਾ ਮਦਦਗਾਰ ਅਤੇ ਛੁਟਕਾਰਾ ਦੇਣ ਵਾਲਾ ਹੈ। हे ਪਰਮੇਸ਼ਵਰ ਤੂੰ ਦੇਰ ਨਾ ਕਰ। ਇੱਥੇ ਮੈਂ ਥੋੜਾ ਦੱਸਣਾ ਚਾਹੂੰਗੀ ਜਿਹੜੀ ਆਪਾਂ 11 ਆਇਤ ਪੜ੍ਹੀ ਆ ਉਹਦੇ ਵਿੱਚ ਇੱਕ ਹੋਰ ਮੈਸੇਜ ਛੋਟਾ ਜਿਹਾ ਹੈ ਜਿਹਦਾ ਮੇਨ ਟਾਈਟਲ ਹੈ ਮਦਦ ਲਈ ਪ੍ਰਾਰਥਨਾ। ਉਸ ਤੋਂ ਬਾਅਦ ਫਿਰ 12 ਆਇਤ ਸ਼ੁਰੂ ਹੁੰਦੀ ਹੈ। ਮੇਰੀ ਮਤਲਬ ਇਸ ਬਚਨ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਇਸ ਲਈ ਮੈਂ ਕਲੀਅਰ ਕੀਤਾ। ਪ੍ਰਭੂ ਦੇ ਬਚਨ ਪੜ੍ਹੇ ਔਰ ਸੁਣੇ ਜਾਣ ਵਿੱਚ ਆਸ਼ੀਸ਼ ਤੇ ਬਰਕਤ ਮਿਲੇ। ਆਮੀਨ। ਆਮੀਨ। ਥੈਂਕ ਯੂ ਜੋਸ਼ਵਾ ਜੀ, ਥੈਂਕ ਯੂ ਜੋਤੀ ਜੀ ਸਾਨੂੰ ਇਸ ਵਚਨ ਨੂੰ ਪੰਜਾਬੀ ਜ਼ੁਬਾਨ ਦੇ ਵਿੱਚ ਪੜ੍ਹ ਕੇ ਸੁਣਾਉਣ ਦੇ ਲਈ। ਤੇ ਮੈਂ ਹੁਣ ਰਿਕੁਐਸਟ ਕਰੂੰਗੀ ਡਾਕਟਰ ਐਰਿਕ ਸਰਵਰ ਨੂੰ ਕਿ ਉਹ ਸਾਨੂੰ ਇਸ ਜ਼ਬੂਰ ਤੇ ਵਚਨ ਦੇ। ਮਸੀਹ ਯਿਸੂ ਦੇ ਕਾਦਰ ਤੇ ਜਲਾਲੀ ਨਾਂ ਦੇ ਵਿੱਚ ਸਾਰੇ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਨੂੰ ਜਿੰਨੇ ਸਾਡੇ ਨਾਲ ਜੁੜੇ ਨੇ ਇਨ ਪਰਸਨ ਵੀ ਔਰ ਜਿਹੜੇ ਲੋਕ ਵਿਰਚੁਅਲ ਔਰ ਜਿਹੜੇ ਲੋਕ ਰਿਕਾਰਡਿੰਗ ਵੀ ਵੇਖਣਗੇ, ਖੁਦਾਵੰਦ ਯਿਸੂ ਮਸੀਹ ਦੀ ਸਲਾਮਤੀ ਤੇ ਉਹਦੀ ਬਰਕਤ ਤੁਹਾਡੇ ਨਾਲ ਹੋਵੇ। ਅੱਜ ਅਸੀਂ ਫੇਰ ਖੁਦਾ ਦਾ ਸ਼ੁਕਰ ਅਦਾ ਕਰਨੇ ਆ ਕਿ ਜ਼ਬੂਰ ਨੰਬਰ 40 ਲੈ ਕੇ ਤੁਹਾਡੇ ਨਾਲ ਆਏ ਹਾਂ। ਔਰ ਜ਼ਬੂਰ ਨੰਬਰ 40 ਜਿਹੜਾ ਵੇ ਉਹ ਦੋ ਤਰ੍ਹਾਂ ਨਾਲ ਸਾਨੂੰ ਇਸ ਗੱਲੋਂ ਬੜੀ ਖੁਸ਼ੀ ਹੈ। ਪਿਛਲੇ ਮੈਂ ਕਿਹਾ ਆਲਮੋਸਟ 2 ਸਾਲ ਪੂਰੇ ਹੋ ਹੀ ਚੱਲੇ ਨੇ ਸਾਨੂੰ, ਤੇ ਅਸੀਂ ਇੱਕ ਜ਼ਬੂਰ ਹੋਰ ਰਹਿ ਗਿਆ ਵੇ ਔਰ ਅਸੀਂ ਜ਼ਬੂਰਾਂ ਦੀ ਕਿਤਾਬ ਦੀ ਜਿਹੜੀ ਪਹਿਲੀ ਕਿਤਾਬ ਹੈ ਉਹਨੂੰ ਅਸੀਂ ਖਤਮ ਕਰ ਜਾਵਾਂਗੇ।
ਸੋ ਕੰਗ੍ਰੈਚੁਲੇਸ਼ਨ ਸਾਰੇ ਜਿਹੜੇ ਮੇਰੀ ਟੀਮ ਹੈ ਉਹਨਾਂ ਨੂੰ ਵੀ, ਔਰ ਜਿੰਨੇ ਲੋਕ ਸਾਨੂੰ ਵੇਖਦੇ ਸੁਣਦੇ ਪਸੰਦ ਕਰਦੇ ਨੇ ਔਰ ਬਰਕਤ ਪਾਉਂਦੇ ਨੇ। ਵੈਸੇ ਬਾਏ ਦਾ ਵੇ ਜਿਹੜੇ ਲੋਕ ਤੁਸੀਂ ਸੁਣਦੇ ਹੋ ਨਾ ਜਾਂ ਸਮਝਦੇ ਹੋ, ਉਹਦਾ ਮੈਸੇਜ ਕਰ ਦਿਆ ਕਰੋ ਸਾਨੂੰ ਕੋਈ ਨਾ ਕੋਈ ਕਿ ਜੀ ਮੈਨੂੰ ਇਹ ਬਰਕਤ ਮਿਲੀ ਹੈ ਜਾਂ ਜੇ ਮੈਂ ਇਹ ਗੱਲ ਸਿੱਖੀ ਹੈ, ਤਾਂ ਕਿ ਜਿਹੜੀ ਸਾਡੀ ਟੀਮ ਹੈ ਉਹਦੀ ਇਨਕਰੇਜਮੈਂਟ ਹੋਏ ਔਰ ਸਾਨੂੰ ਪਤਾ ਲੱਗੇ ਕਿ ਅਸੀਂ ਆਲਦੋ ਅਸੀਂ ਵੀ ਨੋ ਕਿ ਸਾਨੂੰ ਫੇਸਬੁੱਕ ਦੱਸ ਦਿੰਦਾ ਵੇ ਕਿ ਜੀ 400 ਲੋਕਾਂ ਨੇ 500 ਲੋਕਾਂ ਨੇ ਜਾਂ 1000 ਲੋਕਾਂ ਨੇ ਇਹਨੂੰ ਵੇਖਿਆ ਵੇ, ਆਲਦੋ ਰੈਸ਼ੋ ਆ ਜਾਂਦਾ ਵੇ। ਲੇਕਿਨ ਬਾਅਦ ਵਕਤ ਪਰਸਨਲ ਮੈਸੇਜ ਕਰਨਾ ਜਿਹੜਾ ਵੇ ਦੈਟ ਵੁੱਡ ਬੀ ਵੰਡਰਫੁਲ ਫॉर ਦ ਟੀਮ ਐਂਡ ਦ ਇਨਕਰੇਜਮੈਂਟ। ਵੈਸੇ ਤੁਸੀਂ ਨਾ ਵੀ ਕਰੋਗੇ, ਅਸੀਂ ਤਰ ਵੀ ਸ਼ੁਕਰਗੁਜ਼ਾਰ ਹੀ ਹਾਂ ਕਿ ਉਹ ਖਿਦਮਤ यहाँ करनी है, कर दो करे तो वो की आंदे ने जो दे उसका भला, जो ना दे उसका भी भला, ठीक है ना। तो भले का भला, अंत भले दा भला, बिल्कुल सही अंकल जी, अंत भले दा भला, ठीक है। सो जी ओके, सो ज़बूर नंबर 40 जी ਜਿਹੜਾ ਵੇ ਇਟਸ ਵੈਰੀ ਇੰਪੋਰਟੈਂਟ। ਅਸੀਂ ਆਮ ਤੌਰ ਤੇ ਇਟਸ ਅ ਵੈਰੀ ਫੇਮਸ ਟਿਊਨ, ਜਿਵੇਂ ਚੌਹਾਨ ਸਾਹਿਬ ਨੇ ਜ਼ਿਕਰ ਕੀਤਾ ਵੇ ਕਿ ਅਸੀਂ ਬਾਜ਼ ਔਕਾਤ ਬੜੇ ਕੰਜ਼ਰਵੇਟਿਵ ਹੋ ਜਾਂਦੇ ਹਾਂ ਕਲਾਮ ਦੇ ਬਾਰੇ 'ਚ ਜਾਂ ਜ਼ਬੂਰਾਂ ਦੇ ਬਾਰੇ 'ਚ। ਬੜੀ ਜਗ੍ਹਾ ਮੈਂ ਲੋਕਾਂ ਨੂੰ ਵੇਖਿਆ ਵੇ ਕਹਿੰਦੇ ਆ ਕਿ ਜੀ ਜ਼ਬੂਰਾਂ ਦੀਆਂ ਅਸਲੀ ਧੁਨਾਂ ਤਬਦੀਲ ਨਹੀਂ ਕਰਨੀਆਂ ਚਾਹੀਦੀਆਂ ਜੀ, ਜ਼ਬੂਰਾਂ ਦੀਆਂ ਅਸਲੀ ਧੁਨਾਂ। ਉਹ ਬਾਈ ਜ਼ਬੂਰਾਂ ਦੀਆਂ ਅਸਲੀ ਧੁਨਾਂ ਕੀ, ਅਸਲੀ ਧੁਨਾਂ ਕਿਹੜੀਆਂ ਨੇ? ਵੀ ਡਜ਼ਨਟ ਨੋ ਵਾਟ ਆਰ ਦ ਓਰੀਜਨਲ ਟਿਊਨ 3000 ਈਅਰਸ ਗੈਪ। ਅਸੀਂ ਆਪਣੇ ਕਲਚਰਲ ਕੰਟੈਕਸਟ ਦੇ ਵਿੱਚ ਇਹਨੂੰ ਕੰਪੋਜ਼ ਕੀਤਾ ਵੇ। ਕਲਚਰਲ ਕੰਟੈਕਸਟ ਦੇ ਵਿੱਚ 100 ਸਾਲ ਪਹਿਲਾਂ ਹਿੰਦੂ ਗਵਈਆ ਰਾਧਾ ਕਿਸ਼ਨ ਨੇ ਔਰ ਮੁਸਲਮਾਨ ਨੂੰ ਜਿਹੜੇ ਆਪਣਾ ਕੀ ਨੂੰ ਕਿ ਜਿਹੜੇ ਮੁਸਲਮਾਨ ਸ਼ਾਇਰ ਸਨ ਇਮਾਮਦੀਨ ਸ਼ਬਾਜ਼ ਸਾਹਿਬ, ਉਹ ਕਨਵਰਟ ਹੋਏ, ਹੀ ਵਾਜ਼ ਸ਼ੀਆ, ਉਹ ਕਨਵਰਟ ਹੋਏ ਆਪਣੀ ਜਵਾਨੀ ਦੇ ਵਿੱਚ ਸਿਆਲਕੋਟ ਦੇ ਵਿੱਚ। ਸੋ ਇੱਕ ਮੁਸਲਮਾਨ ਕਨਵਰਟ ਸ਼ਾਇਰ ਨੂੰ ਖੁਦਾ ਨੇ ਇਸਤੇਮਾਲ ਕੀਤਾ, ਇੱਕ ਹਿੰਦੂ ਗਵਈਏ ਨੂੰ 100 ਸਾਲ ਪਹਿਲਾਂ ਖੁਦਾ ਨੇ ਇਸਤੇਮਾਲ ਕੀਤਾ, ਔਰ ਸਾਡੇ ਹੱਥਾਂ ਦੇ ਵਿੱਚ ਜ਼ਬੂਰਾਂ ਦੀ ਕੰਪੋਜੀਸ਼ਨ ਔਰ ਜ਼ਬੂਰਾਂ ਦੀ ਕਿਤਾਬ ਆ ਗਈ। ਅੱਛਾ, ਹੁਣ ਜਿਵੇਂ ਚੌਹਾਨ ਸਾਹਿਬ ਨੇ ਰੈਫਰ ਕੀਤਾ ਵੀ ਜ਼ਬੂਰ 40 ਜਿਹੜਾ ਪਹਿਲਾ ਪਾਰਟ ਸੀ ਗਾਣਾ ਜਿਹੜਾ ਉਹਨਾਂ ਗਾ ਕੇ ਸੁਣਾਇਆ ਵੇ, ਉਹ ਕੰਪੋਜ਼ ਕੀਤਾ ਔਰ ਸਾਡੇ ਸਾਹਮਣੇ ਆਇਆ 1970 ਦੀ ਦਹਾਈ ਦੇ ਵਿੱਚ, ਜਦੋਂ ਕਿ ਵੇਵ ਸਟੂਡੀਓ ਨੇ ਜਾਂ ਪਾਕਿਸਤਾਨ ਕ੍ਰਿਸਚਨ ਰਿਕਾਰਡਿੰਗ ਮਿਨਿਸਟਰੀ ਫੈਸਲਾਬਾਦ ਨੇ ਜਾਂ ਹੋਰ ਮਿਨਿਸਟਰੀਜ਼ ਨੇ ਜਦੋਂ ਜ਼ਬੂਰਾਂ ਨੂੰ ਰਿਕਾਰਡ ਕਰਨਾ ਸ਼ੁਰੂ ਕੀਤਾ, ਤੇ ਉਦੋਂ ਉਹਨਾਂ ਨੇ ਜ਼ਬੂਰ ਅਸੀਂ ਜਿਹੜੀ ਧੁਨ ਗਾ ਰਹੇ ਹਾਂ ਇਸ ਵੇਲੇ ਜਿਹੜੀ ਅਸੀਂ ਕੰਪੋਜੀਸ਼ਨ ਗਾਈ ਹੈ ਜ਼ਬੂਰ 40 ਦੀ, ਜਿਹੜੀ ਅਸੀਂ ਆਮ ਗਾਣੇ ਵੀ ਹਾਂ ਕੰਗਰੀਗੇਸ਼ਨ ਦੇ ਵਿੱਚ, ਦੈਟ ਇਜ਼ ਨਾਟ ਓਰੀਜਨਲ ਪੰਜਾਬੀ ਟਿਊਨ ਜਿਹੜੀ ਕਿ ਇਮਾਮਦੀਨ ਸ਼ਬਾਜ਼ ਸਾਹਿਬ ਦੀ ਟੀਮ ਨੇ ਤਿਆਰ ਕੀਤੀ ਸੀ। ਦੈਟ ਵਾਜ਼ ਡਿਫਰੈਂਟ। ਜਿਵੇਂ ਚੌਹਾਨ ਸਾਹਿਬ ਨੇ ਕਿਹਾ ਵੇ ਕਿ ਉਹ ਬੜੀ ਮੁਸ਼ਕਲ ਹੈ, ਉਹ ਆਮ ਤੌਰ 'ਤੇ ਗਾਈ ਨਹੀਂ ਜਾਂਦੀ, ਲੇਕਿਨ ਜਿਹੜੀ ਮਰਵਜ ਟਿਊਨ ਹੈ ਇਹ ਸਾਡੇ ਵਾਸਤੇ ਓਰੀਜਨਲ ਹੈ। ਅਸੀਂ ਇਹਨੂੰ ਹੀ ਗਾਉਂਦੇ ਹਾਂ ਔਰ ਸਾਨੂੰ ਇਹਨੂੰ ਗਾ ਕੇ ਹੀ ਬਰਕਤ ਮਿਲਦੀ ਏ। ਸੋ ਤੁਸੀਂ ਗਾਇਆ ਕਰੋ। ਲੇਕਿਨ ਜਿਹੜਾ ਪਿੱਛੇ ਮੈਂ ਗੱਲ ਕਰਨੀ ਚਾਹ ਰਿਹਾ ਪੁਆਇੰਟ ਹੈ ਵੇ, ਕ੍ਰੀਏਟੀਵਿਟੀ ਇਜ਼ ਗॉड्स ਗਿਫਟ। ਸੋ ਅਗਰ ਖੁਦਾ ਦਾ ਰੂਹ ਤੁਹਾਨੂੰ ਤਹਿਰੀਕ ਦਿੰਦਾ ਵੇ, ਤੁਹਾਨੂੰ ਗਿਫਟ ਹੈ ਨਵੀਂ ਕੰਪੋਜੀਸ਼ਨ ਕਰਨ ਦਾ, ਔਰ ਤੁਸੀਂ ਜ਼ਬੂਰ ਦੀ ਕੋਈ ਨਵੀਂ ਕੰਪੋਜੀਸ਼ਨ ਕਰਨਾ ਚਾਹੁੰਦੇ ਹੋ, ਗੋ ਅਹੈਡ, ਡੂ ਇਟ। ਹੂ ਨੋਜ਼ ਕਿ ਖੁਦਾ ਉਹਨੂੰ ਕਿਵੇਂ ਔਰ ਕਿੱਥੇ ਇਸਤੇਮਾਲ ਕਰੇ, ਕਿਹੜੇ ਤਰੀਕੇ ਦੇ ਨਾਲ। ਸੋ ਦੈਟਸ ਵਾਟ ਮਾਈ ਪੁਆਇੰਟ ਇਜ਼। ਓਕੇ ਜੀ, ਸੋ ਜੀ ਜ਼ਬੂਰ 40 ਦਾ ਸਰਨਾਮਾ ਜਿਹੜਾ ਵੇ ਉਹ ਅਸਾਂ ਵੇਖਿਆ ਵੇ ਜੀ ਕਿ ਮੀਰ ਮੁਗੰਨੀ ਕੇ ਲਈ ਦਾਊਦ ਕਾ ਮਜ਼ਮੂਰ। ਸੋ ਅਗੇਨ ਮੀਰ ਮੁਗੰਨੀ, ਵੀ ਆਲ ਟੋਲਡ ਯੂ, ਮੇਰੀ ਕਿਤਾਬ ਵੀ ਮੌਜੂਦ ਹੈ ਫॉर द ਮਾਸਟਰ ਮਿਊਜ਼ੀਸ਼ੀਅਨ, ਤੁਸੀਂ ਉਹਨੂੰ ਤਫਸੀਲ ਦੇ ਨਾਲ ਵੇਖ ਸਕਦੇ ਹੋ ਉਹਦੇ ਵਿੱਚ। ਔਰ ਮੀਰ ਮੁਗੰਨੀ ਜਿਹੜੇ ਦਾਊਦ ਨੇ ਆਪਣੀ ਹੈਕਲ ਸੁਲੇਮਾਨ ਨੂੰ ਹੈਕਲ ਦਾ ਸਾਰਾ ਪ੍ਰੋਜੈਕਟ ਟ੍ਰਾਂਸਫਰ ਕਰਨ ਤੋਂ ਪਹਿਲਾਂ ਜਿਹੜਾ ਖੈਮਾ ਸੀ ਟੈਬਰਨੈਕਲ ਦਾਊਦ ਦਾ, ਜਿੱਥੇ ਐਦ ਦਾ ਸੰਦੂਕ ਹੁੰਦਾ ਸੀ, ਉੱਥੇ ਜਿਹੜੇ ਲਾਵੀਆਂ ਦੇ ਘਰਾਣੇ ਦੇ ਵਿੱਚੋਂ ਉਹਨੇ ਮੁਕਰਰ ਕੀਤੇ ਹਨ ਲੋਕ, ਉਹਨਾਂ ਨੂੰ ਉਹਨੇ ਮੀਰ ਮੁਗੰਨੀ ਦਾ ਨਾਂ ਦਿੱਤਾ। ਐਂਡ ਦੈਟ ਵਾਜ਼ ਅ ਹੋਲ ਗਿਲਡ, ਹੋਲ ਸਿਸਟਮ, ਮਿਊਜ਼ਿਕ ਸਿਸਟਮ ਸੀ ਪੂਰਾ, ਵਰਸ਼ਿਪ ਐਂਡ ਪ੍ਰੇਜ਼ ਦਾ ਪੂਰੀ ਦੀ ਪੂਰੀ ਜਿਹੜੀ ਇਹ ਐਸੋਸੀਏਸ਼ਨ ਸੀ ਜਿਹੜੀ ਕਿ ਹੈਕਲ ਦੇ ਵਿੱਚ ਹਮਦੋ ਸਤਾਇਸ਼ ਨੂੰ ਡੀਲ ਕਰਦੀ ਸੀ। ਪ੍ਰੋਪਰ ਸਕੂਲ ਸੀ ਮਿਊਜ਼ਿਕ ਦਾ, ਪ੍ਰੋਪਰ ਵਰਸ਼ਿਪ ਸਟੱਡੀ ਸੀ, ਪ੍ਰੋਪਰ ਲਿਟਰਜੀਕਲ ਸਟੱਡੀ ਸੀ। ਸੋ ਦੈਟ ਵਾਜ਼ ਅ ਹੋਲ ਡਿਸਿਪਲਿਨ, ਅਕੈਡੈਮਿਕ ਐਂਡ ਪਰਫਾਰਮਿੰਗ ਡਿਸਿਪਲਿਨ ਬਿਹਾਈਂਡ ਦਿਸ ਮਿਊਜ਼ਿਕੋਲੋਜੀ ਐਂਡ ਡੌਕਸੋਲੋਜੀ। ਮੈਂ ਯੂਜ਼ ਕਰਨ ਰਿਹਾ ਡੌਕਸੋਲੋਜੀ ਦਾ ਮਤਲਬ ਹੈ ਪ੍ਰੇਜ਼ਿੰਗ ਗॉड, ਪ੍ਰੇਜ਼ ਕਰਨਾ। ਇਟਸ ਅ ਗ੍ਰੀਕ ਵਰਡ ਡੌਕਸੋ ਐਂਡ ਲੌਜੀ, ਖੁਦਾ ਦੀ ਹਮਦੋ ਸਤਾਇਸ਼ ਦਾ ਇਲਮ ਹੋਣਾ ਜਿਹੜਾ ਵੇ, ਦੈਟਸ ਵੈਰੀ ਇੰਪੋਰਟੈਂਟ। ਸੋ ਜ਼ਬੂਰ ਨੰਬਰ 40 ਮੀਰ ਮੁਗੰਨੀ ਨੂੰ ਪੇਸ਼ ਕੀਤਾ ਗਿਆ ਔਰ ਦਾਊਦ ਨੇ ਇਹਨੂੰ ਲਿਖਿਆ। ਸੋ ਜੀ ਆਊਟਲਾਈਨ ਜਦੋਂ ਅਸੀਂ ਦੀ ਜਾਂਦੇ ਹਾਂ, ਸੋ ਆਊਟਲਾਈਨ ਵੈਰੀ ਇੰਪੋਰਟੈਂਟ। ਔਰ ਇਹਦੇ ਵਿੱਚ ਜਿਹੜੀਆਂ ਪਹਿਲੀਆਂ 3 ਆਇਤਾਂ ਨੇ ਤੁਸੀਂ ਵੇਖੋਗੇ ਕਿ ਜਿਵੇਂ ਸਾਨੂੰ ਸਿਸਟਰ ਜਯੋਤੀ ਨੇ ਯਾਦ ਕਰਾਇਆ ਵੇ ਕਿ ਜਿਹੜਾ ਸਾਡੇ ਕੋਲ ਉਰਦੂ ਤਰਜਮਾ ਵੇ ਉਹਦੇ ਵਿੱਚ ਜ਼ਬੂਰ ਨੰਬਰ 40 ਦੀ 12 ਆਇਤ ਦੀ ਬਾਅਦ ਉਹ ਜਾਂ ਉਹਦੇ ਉੱਤੇ ਉਹਦਾ ਟਾਈਟਲ ਮੌਜੂਦ ਨਹੀਂ ਹੈ, ਠੀਕ ਹੈ। ਜਦ ਕਿ ਪੰਜਾਬੀ ਦੇ ਵਿੱਚ ਉਹਦਾ ਟਾਈਟਲ ਮੌਜੂਦ ਹੈ, ਪ੍ਰਾਰਥਨਾ ਕੀਤੀ ਗਈ ਹੈ ਖੁਦਾਵੰਦ ਦੀ ਮਦਦ ਲਈ, ਖੁਦਾਵੰਦ ਦੀ ਹੈਲਪ ਲਈ ਦੁਆ ਕੀਤੀ ਗਈ ਹੈ। ਇਸ ਲਈ ਤੁਸੀਂ ਵੇਖੋਗੇ ਮੈਂ ਜਦੋਂ ਜ਼ਬੂਰ 12ਵੀਂ ਆਇਤ ਤੋਂ ਅੱਗੇ ਜਾਵਾਂਗਾ, ਯੂ ਵਿਲ ਫਾਈਂਡ ਆਊਟ ਦ ਪ੍ਰੇਅਰ ਪੈਟਰਨਸ ਜਿਹੜੇ ਨੇ ਉਹ ਕਿਹੜੇ ਨੇ ਔਰ ਅਸੀਂ ਕਿਹੜੇ ਪੈਟਰਨ ਅਡਾਪਟ ਕਰ ਸਕਦੇ ਹਾਂ ਅੱਜ ਅਸੀਂ ਜਦੋਂ ਪੜ੍ਹਨੇ ਆ ਜ਼ਬੂਰ ਨੂੰ। ਓਕੇ ਜੀ, ਸੋ ਨੰਬਰ 1 ਜਿਹੜਾ ਅਸੀਂ ਪੜ੍ਹਨਾ ਜੀ ਪਹਿਲੀਆਂ 3 ਆਇਤਾਂ ਵੈਰੀ ਇੰਪੋਰਟੈਂਟ
ਕਿਉਂਕਿ ਪਹਿਲੀਆਂ 3 ਆਇਤਾਂ ਜਿਹੜੀਆਂ ਨੇ ਉਹ ਰਿਜ਼ਲਟ ਨੇ ਦਾਊਦ ਦੀ ਉਹ ਸਾਰੀ ਪਲੀ, ਦਾਊਦ ਦੀ ਉਹ ਸਾਰੀ ਮੁਸੀਬਤ, ਦਾਊਦ ਦੀ ਉਹ ਸਾਰੀ ਪਰੇਸ਼ਾਨੀ ਜਿਹਨੂੰ ਉਹ ਪਿਛਲੇ 3-4 ਜ਼ਬੂਰਾਂ ਦੇ ਵਿੱਚ ਵਾਵਲਾ ਪਾਣ ਡਿਆ ਸੀ। ਮੇਰਾ ਲੱਕ ਸੜ ਗਿਆ ਤੇ ਮੇਰੇ ਨਾਲ ਇਹ ਹੋ ਗਿਆ ਤੇ ਮੇਰੀ ਹੱਡੀਆਂ ਗਲ ਗਈਆਂ ਤੇ ਮੈਂ ਰੋਣਾ ਵਾਂ ਤੇ ਮੇਰੇ ਜਿਸਮ ਵਿੱਚ ਆਰਾਮ ਨਹੀਂ ਹੈ। ਸੋ ਇਸ ਲਈ ਉਹ ਸਾਰਾ ਜਿੰਨਾ ਵਾਵਲਾ ਸੀ, ਜਿੰਨੀਆਂ ਖੁਦਾ ਅੱਗੇ ਦੁਆਵਾਂ ਸਨ, 39 ਜ਼ਬੂਰ ਦੇ ਵਿੱਚ ਵੀ, ਜ਼ਬੂਰ 38 ਦੇ ਵਿੱਚ ਅਸਾਂ ਵੇਖਿਆ ਵੇ ਕਿ ਦੇ ਵਾਰ ਹੋਲ ਕਨਸੈਪਟ ਕਿ ਦਾਊਦ ਬੜੀ ਮੁਸੀਬਤ, ਬੜੀ ਫਿਜ਼ੀਕਲ ਪੇਨ ਔਰ ਬਹੁਤ ਜ਼ਿਆਦਾ ਆਪਣੇ ਹਾਲਾਤ ਦੇ ਵਿੱਚੋਂ ਗੁਜ਼ਰਨ ਡਿਆ ਵੇ ਜਿਹੜੀਆਂ ਕਿ ਅਨਬੇਅਰੇਬਲ ਨੇ, ਔਰ ਉਹ ਖੁਦਾ ਕੋਲੋਂ ਦੁਆ ਕਰਦਾ ਵੇ, ਖੁਦਾ ਮੈਨੂੰ ਕੱਢ ਦੇ ਵਿੱਚੋਂ, ਮੈਨੂੰ ਰਿਹਾਈ ਦੇ, ਤੇਰਾ ਹੱਥ ਮੇਰੇ ਤੇ ਭਾਰਾ ਹੋ ਗਿਆ ਵੇ ਤੇ ਮੈਨੂੰ ਕੱਢ ਦੇ ਵਿੱਚੋਂ ਹੁਣ। ਸੋ ਪਹਿਲੀਆਂ 3 ਆਇਤਾਂ ਜਿਹੜੀਆਂ ਨਾ ਉਹ ਉਹਦਾ ਸਮਝੋ ਕਿ ਉਹਦੀ ਗਵਾਹੀ ਹੈ ਕਿ ਹੁਣ ਖੁਦਾ ਨੇ ਕੀ ਕੰਮ ਕੀਤਾ ਵੇ, ਉਹਦਾ ਰਿਜ਼ਲਟ ਕੀ ਆਇਆ ਵੇ। ਸੋ ਕੀ ਰਿਜ਼ਲਟ ਆਇਆ ਵੇ ਜੀ? मैंने सब्र से खुदावंद पर आस रखी, उर्दू में पढ़न डया, उसने मेरी तरफ माइल होकर मेरी फरियाद सुनी। ए पहली आयत दी दूजी लाइन जरा पंजाबी च पढ़ो की है। दूसरी उसने लाइन है क्या? ਟੋਏ ਵਿੱਚੋਂ ਸਗੋਂ ਚਿੱਕੜ ਦੀ ਖੁੱਬਣ ਵਿੱਚੋਂ ਕੱਢ ਲਿਆ। अंकल जी ਅਤੇ पहली आयत। ਮੇਰਾ ਜਿਗਰਾ ਕਰਕੇ ਯਹੋਵਾ, ਮੈਂ ਜਿਗਰਾ ਕਰਕੇ ਯਹੋਵਾ ਨੂੰ ਉਡੀਕਿਆ ਅਤੇ ਉਸਨੇ ਮੇਰੀ ਵੱਲ ਝੁੱਕ ਕੇ ਮੇਰੀ ਦੁਹਾਈ ਸੁਣ ਲਈ। ਓਕੇ ਜੀ, ਉਹਨੇ ਮੇਰੇ ਵੱਲ ਝੁੱਕ ਕੇ ਮਾਇਲ ਹੋ ਕੇ ਮੇਰੀ ਦੁਹਾਈ ਜਾਂ ਫਰਿਆਦ ਸੁਣੀ। ਤੁਹਾਡੇ ਕੋਲ ਕੀ ਹੈ ਜੀ ਪੰਜਾਬੀ ਚ? ਮੈਂ ਧੀਰਜ ਨਾਲ ਪ੍ਰਭੂ ਦੀ ਉਡੀਕ ਕੀਤੀ ਹੈ, ਉਸਨੇ ਕੰਨ ਲਾ ਕੇ ਮੇਰੀ ਪੁਕਾਰ ਨੂੰ ਸੁਣ ਲਿਆ। Here you go, ਕੰਨ ਰੱਖ ਕੇ। ਓਕੇ ਜੀ, ਸੋ ਆਈਡੀਆ ਇਜ਼ ਸੇਮ, ਕਨਸੈਪਟ ਇਜ਼ ਸੇਮ। ਮੈਂ ਕਿਉਂ ਕਹਿ ਰਿਹਾ ਵਾਂ? ਕਿਉਂਕਿ ਜਦੋਂ ਮੈਂ ਆਵਾਂਗਾ ਨਾ 6ਵੀਂ ਆਇਤ ਦੇ ਵਿੱਚ, ਕੰਨ ਰੱਖ ਕੇ ਸੁਣਨ ਦਾ ਔਰ ਕੰਨ ਖੋਲਣ ਦਾ ਜਿਹੜਾ ਕਨਸੈਪਟ ਹੈ, what is that concept ਜਿਹੜਾ ਦਾਊਦ ਨੇ ਇਹਦੇ ਵਿੱਚ ਉਹਨੂੰ ਪਲੇ ਕੀਤਾ ਵੇ ਵਰਡ ਨੂੰ, ਕਿ ਪਹਿਲਾਂ ਕਹਿ ਰਿਹਾ ਕਿ ਖੁਦਾ ਨੇ ਕੰਨ ਲਾ ਕੇ ਧਿਆਨ ਦੇ ਨਾਲ ਝੁਕ ਕੇ ਮੇਰੀ ਦੁਹਾਈ ਕੀ ਕੀਤੀ ਹੈ, ਖੁਦਾ ਨੇ ਸੁਣੀ ਹੈ। ਸੋ ਦੈਟ ਇਜ਼ ਦ ਕਨਸੈਪਟ, ਠੀਕ ਹੈ ਜੀ। ਓਕੇ, ਔਰ ਦੁਹਾਈ ਜਿਹੜੀ ਸੁਣੀ ਹੈ ਉਹ ਆਪਣੀ ਬਿਮਾਰੀ ਨੂੰ, ਆਪਣੀ ਪਰੇਸ਼ਾਨੀ, ਆਪਣੀ ਮੁਸੀਬਤ, ਜਿਹੜੇ ਵੀ ਸਰਕਮਸਟਾਂਸਿਸ ਦੇ ਵਿੱਚੋਂ ਗੁਜ਼ਰਨ ਡਿਆ ਵੇ, ਉਹਨੂੰ ਉਹ ਕੀ ਕਹਿ ਰਿਹਾ ਵੇ? ਉਸਨੇ ਮੁਝੇ ਹੌਲਨਾਕ ਗੜ੍ਹੇ ਔਰ ਦਲਦਲ ਕੀ ਕੀਚੜ ਮੇ ਸੇ, ਮਤਲਬ ਖੁੱਬੇ ਟੋਏ ਦੇ ਵਿੱਚੋਂ, ਨੇਰੇ ਦੇ ਵਿੱਚੋਂ ਉਹਨੇ ਮੈਨੂੰ ਕੀ ਕੀਤਾ ਵੇ? ਕੱਢ ਕੇ ਬਾਹਰ ਲੈ ਆਇਆ ਵੇ। ਅੱਛਾ, ਸਾਡੇ ਨਾ ਪਾਕਿਸਤਾਨ ਇੱਕ ਪਾਦਰੀ ਸਾਹਿਬ ਸਨ, ਮੈਨੂੰ ਗੱਲ ਯਾਦ ਆ ਗਈ ਹੈ। ਉਹ ਕਹਿੰਦੇ ਹੁੰਦੇ, ਹਾਂਜੀ ਇਹ ਮੈਨੂੰ ਲੋਕਾਂ ਦੀ ਸਮਝ ਨਹੀਂ ਆਉਂਦੀ, ਇਹ ਆਉਂਦੇ ਨੇ ਜੀ ਕਿ ਖੁਦਾਵੰਦਾ ਬਿਮਾਰ ਲਈ ਦੁਆ ਕਰਦੇ ਨੇ, ਖੁਦਾਵੰਦਾ ਤੂੰ ਇਹਨੂੰ ਬਿਮਾਰੀ ਦੇ ਬਿਸਤਰੇ ਤੋਂ ਕੱਢ ਕੇ ਤੇ ਤੰਦਰੁਸਤੀ ਦਾ ਬਿਸਤਰਾ ਦੇ ਖੜਾ। ਉਹ ਆਉਂਦੇ ਨੇ ਭਾਈ ਇਹਨੂੰ ਕਿਸੇ ਕੰਮ ਕਾਜ ਲਓ, ਇੱਕ ਬਿਸਤਰੇ ਤੋਂ ਕੱਢ ਕੇ ਦੂਜੇ ਬਿਸਤਰੇ 'ਚ ਵਾੜ ਛੱਡਦੇ ਉਹਨੂੰ, ਤੇ ਉਹਨੂੰ ਕਿਸੇ ਕੰਮ ਲੱਗਣ ਦਿਓ। ਖੁਦਾ ਨੂੰ ਕੋਲੋਂ ਦੁਆ ਲੋਕੀ ਕਰਦੇ ਨੇ, ਇਹ ਰਹਿ ਬਿਸਤਰੇ ਤੇ ਭਾਵੇਂ ਠੀਕ ਰਹਿ, ਭਾਵੇਂ ਜੋ ਮਰਜ਼ੀ ਰਹਿ, ਠੀਕ ਹੈ ਨਾ। ਸੋ ਉਹਦਾ ਆਲਟਰਨੇਟਿਵ ਉਹ ਦੇ ਰਿਹਾ ਵੇ कि उसने मुझे गड़े और दलदल की कीचड़ में से निकाला। एंड अल्टरनेटिव होने की किताब है, उसने मेरे पाँव चट्टान पर रखे। चट्टान जिहड़ी है बाइबल मुकद्दस दे विच, दैट रिफर टू गॉड, कि जिहड़ी दलदल और कीचड़ है ਇਹ ਜਿਹੜਾ ਸਾਨੂੰ ਪੇਸ਼ ਕਰਦਾ ਵੇ ਸਾਡੇ ਹਿਊਮਨ ਮੇਡ, ਮੈਨ ਮੇਡ ਆਈਡੀਆਜ਼, ਕਨਸੈਪਟ, ਐਫਰਟਸ, ਔਰ ਅਸੀਂ ਜਿਹੜੀਆਂ ਆਪਣੀਆਂ ਸਟਰਗਲ ਕਰਦੇ ਰਹਿੰਦੇ ਹਾਂ, ਆਪਣੀ ਅਕਲ ਦੇ ਘੋੜੇ ਦੌੜਾਉਂਦੇ ਰਹਿੰਦੇ ਹਾਂ ਨਾ, ਉਹਦੀ ਬਜਾਏ ਕੀ ਕਹਿ ਰਿਹਾ ਕਿ ਮੇਰੇ ਪੈਰ ਉਹਨੇ ਕਿੱਥੇ ਰੱਖੇ ਨੇ? ਚਟਾਨ ਦੇ ਉੱਤੇ ਰੱਖੇ ਨੇ। ਐਂਡ ਯੂ ਮਾਈਟ ਸੀ ਦ ਕਨੈਕਸ਼ਨ ਆਲਸੋ। ਯਿਸੂ ਮਸੀਹ ਨੇ ਜਦੋਂ ਤਮਸੀਲ ਪੇਸ਼ ਕੀਤੀ ਹੈ ਨਾ ਅਕਲਮੰਦ ਔਰ ਨਾਦਾਨ ਦੀ, ਠੀਕ ਹੈ ਨਾ, ਕਿ ਅਕਲਮੰਦ ਨੇ ਘਰ ਕਿੱਥੇ ਬਣਾਇਆ? ਚਟਾਨ। ਜਦ ਕਿ ਬੇਵਕੂਫ ਨੇ ਕਿੱਥੇ ਬਣਾਇਆ? ਰੇਤ, ਯਾਨੀ ਦਲਦਲ, ਪਾਣੀ, ਹਵਾ ਤੇ ਹਨੇਰੀ ਆਈ ਤੇ ਉਹ ਗਿਆ, ਠੀਕ ਹੈ ਨਾ। ਸੋ ਤੁਸੀਂ ਵਹਿੰਦੇ ਹੋ ਪਏ ਕਿ ਜਿਹੜਾ ਕੰਟਰਾਸਟ ਹੈ, ਉਹ ਕਨੈਕਸ਼ਨ ਜਿਹੜਾ ਸਾਨੂੰ ਇੱਥੇ ਨਜ਼ਰ ਆਉਣ ਡਿਆ ਵੇ ਕਿ ਅਕਲਮੰਦ ਜਿਹੜਾ ਸ਼ਖਸ ਹੈ ਖੁਦਾਵੰਦ ਦਾ ਜਿਹੜਾ ਇੰਤਜ਼ਾਰ ਕਰਦਾ, ਖੁਦਾਵੰਦ ਤੇ ਭਰੋਸਾ ਰੱਖਦਾ। ਚਟਾਨ ਜਿਹੜੀ ਉਹ ਖੁਦਾ ਦਾ ਕਲਾਮ ਹੈ, ਖੁਦਾ ਦਾ ਫੇਥ ਹੈ ਜਿਹੜਾ ਅਸੀਂ ਖੁਦਾ ਦੇ ਉੱਤੇ ਰੱਖਦੇ ਹਾਂ, ਖੁਦਾਵੰਦ ਦੀ ਪਰਸਨੈਲਿਟੀ, ਖੁਦਾਵੰਦ ਦੀ ਜ਼ਾਤ ਹੈ ਜਿਹਦੇ ਤੇ ਲੋਕ ਭਰੋਸਾ ਰੱਖਦੇ ਨੇ ਔਰ ਆਪਣੇ ਐਫਰਟ ਤੇ ਨਹੀਂ ਜਾਂਦੇ। ਉਹਦੇ ਬਾਅਦ ਰਿਜ਼ਲਟ ਕੀ ਨਿਕਲਿਆ? ਤੀਸਰੀ ਆ ਜਿਹੜੀ ਦੈਟਸ ਵੈਰੀ ਇੰਪੋਰਟੈਂਟ, ਖਾਸ ਤੌਰ ਤੇ ਜਿਹੜੇ ਮਿਊਜ਼ੀਸ਼ੀਅਨ ਨੇ, ਸਿੰਗਰ ਨੇ, ਆਰਟਿਸਟ ਨੇ, ਠੀਕ ਹੈ ਨਾ, ਕਿ ਦਾਊਦ ਵਾਜ਼ ਐਨ ਆਰਟਿਸਟ। ਅੱਛਾ, ਬੇਸਿਕਲੀ ਵੈਸੇ ਦਿਲਚਸਪ ਗੱਲ ਹੈ ਵੇ ਕਿ ਅਗਰ ਵੇਖਿਆ ਜੇ ਕਿ ਪ੍ਰਾਇਮਰੀ ਗਿਫਟ ਦਾਊਦ ਦਾ ਕੀ ਸੀ ਵਾਲਾ? He was not a warrior at an early stage. What he was actually, he was a musician and an artist. ਠੀਕ ਹੈ ਨਾ। ਉਹ ਜਨਾਬ ਭੇਡਾਂ ਬੱਕਰੀਆਂ ਚਰਾਉਂਦਾ ਹੋਇਆ, ਬਟ ਬਿਕੋਜ਼ ਹੀ ਵਾਜ਼ ਕਰੇਜੀਅਸ, ਸੋ ਇਸ ਲਈ ਉੱਥੇ ਉਹਨੇ ਸਿੱਖਿਆ ਕਿ ਮੈਂ ਰਿਛ ਦੇ ਮੂੰਹ ਚੋਂ ਵੀ ਬਛੜਾ ਕਿਵੇਂ ਬਚਾਉਣਾ ਵੇ, ਬਰਰਾ ਸ਼ੇਰ ਕੋਲੋਂ ਕਿਵੇਂ ਬਚਾਉਣਾ ਵੇ, ਤੇ ਅਗਰ ਜਾਨਵਰ ਕੋਈ ਹਮਲਾ ਕਰਦੇ ਭੇੜੀਆ ਤੇ ਮੈਂ ਉਹਦੇ ਤੋਂ ਵੀ ਕਿਵੇਂ ਹਿਫਾਜ਼ਤ ਕਰਨੀ। ਸੋ ਦੈਟਸ ਹਾਊ ਹੀ ਡਨ, ਬਟ ਪ੍ਰਾਇਮਰਲੀ ਹੀ ਵਾਜ਼ ਅ ਕ੍ਰੀਏਟਿਵ ਆਰਟਿਸਟ। ਔਰ ਤੁਸੀਂ ਹੈਰਾਨ ਹੋਵੋਗੇ, ਵੈਸੇ ਮੈਨੂੰ ਤੋਂ ਯਾਦ ਆ ਗਿਆ ਵੇ,
ਬਾਈਬਲ ਮੁਕੱਦਸ ਦੇ ਵਿੱਚ ਤੁਹਾਨੂੰ ਜਿੰਨੇ ਹੀਰੋਜ਼ ਮਿਲਣਗੇ ਖੁਦਾ ਦੇ, ਜਿਹੜੇ ਸੂਰਮਾਸ ਜਿਹੜੇ ਨੇ, ਮੈਜੋਰਿਟੀ ਉਹਨਾਂ ਦੇ ਜਿਹੜੇ ਸੀ ਦੇ ਵਰ ਪ੍ਰਾਇਮਰੀਲੀ ਆਰਟਿਸਟ, ਦੇ ਵਰ ਇਮੈਜਿਨ ਕ੍ਰੀਏਟਿਵ ਲੋਕ ਸਨ। ਔਰ ਇਸ ਤੋਂ ਕਦੀ ਗੌਰ ਕਰੋਗੇ ਕਰੈਕਟਰ ਸਟੱਡੀ ਤੇ ਯੂ ਵਿਲ ਫਾਈਂਡ ਆਊਟ ਦੈਟ। ਐਨੀਵੇ, ਉਹ ਕਹਿੰਦਾ ਜੀ ਜਦੋਂ ਖੁਦਾ ਨੇ ਮੈਨੂੰ ਕੱਢਿਆ ਤਾਂ ਫਿਰ ਉਹਨੇ ਕੀ ਕੀਤਾ? फिर कह रहा है उसने हमारे खुदा की सिताइश का नया गीत मेरे मुंह में डाला। ਤੁਸੀਂ ਇੱਥੇ ਨੋਟ ਕਰਨ ਦਾ ਉਹ ਜਿਹੜਾ ਵਰਬ ਉਹ ਚੇਂਜ ਹੋਣ ਡਿਆ ਵੇ, ਮੇਰੀ ਤੋਂ ਉਹ ਹਮਾਰੀ ਤੇ ਆ ਗਿਆ ਵੇ। ਫਰੋਮ ਪਰਸਨਲ ਟੂ ਹੀ ਕਮ ਟੂ ਦਾ ਕਮਿਊਨਿਟੀ, ਇੰਡੀਵਿਜੂਅਲਿਜ਼ਮ ਤੋਂ ਕਮਿਊਨਿਟੀ ਤੇ ਸ਼ਿਫਟ ਹੋਇਆ ਹੁਣ, ਠੀਕ ਹੈ। ਔਰ ਕੀ ਕਹਿ ਰਿਹਾ ਵੇ, ਉਸਨੇ ਹਮਾਰੇ ਖੁਦਾ, ਕਿਉਂਕਿ ਇਸ ਲਿਟਰਚੀਕਲ ਸੌਂਗ ਨਾ ਮੀਰ ਮਗਨੀ ਨੂੰ ਗਿਆ ਵੇ, ਹੈਕਲ ਦੇ ਵਿੱਚ ਗਾਇਆ ਜਾਏਗਾ, ਪਬਲਿਕ ਕੰਗਰੀਗੇਸ਼ਨ ਦੇ ਵਿੱਚ ਗਾਇਆ ਜਾਏਗਾ। ਸੋ ਇਸ ਲਈ ਇਹਨੂੰ ਗਾਣਾ ਬੜਾ ਜ਼ਰੂਰੀ ਹੈ। ਪਿਛਲੇ ਦਿਨਾਂ ਮੇਰੀ ਜਿਹੜੀ ਵੱਡੀ ਸਾਲੀ ਇੱਕ ਹਾਲੈਂਡ ਦੇ ਵਿੱਚ, ਉਹਨੇ ਮੈਨੂੰ ਨਾ ਗੀਤ ਕੱਲਿਆ। ਉਹ ਕਹਿੰਦੇ ਜੀ ਸਾਡੇ ਉਹਨਾਂ ਦਾ ਰਿਫਾਰਮ ਡੱਚ ਚਰਚ ਹੈ ਨੈਦਰਲੈਂਡ ਦੇ ਵਿੱਚ। ਉਹ ਕਹਿੰਦੀ ਜੀ ਆਪਣਾ ਕਿ ਜੀ ਪਾਰੀ ਸਾਹਿਬ, ਮੈਂ ਗੀਤ ਨਾ ਸਾਡੇ ਚਰਚ 'ਚ ਅੱਜ ਕੱਲ੍ਹ ਬੜੀ ਬਹਿਸ ਚੱਲਣ ਰਹੀ ਹੈ। ਇੱਕ ਉਹ ਗੀਤ ਇੰਗਲਿਸ਼ ਦੇ ਵਿੱਚ ਕਿਸੇ ਨੇ ਗਾਇਆ ਵੇ ਕਿ ਡਾਰਕਨੈਸ ਦੇ ਉੱਤੇ, ਕਿ ਮੇਰੇ ਅੰਦਰ ਡਾਰਕਨੈਸ ਹੈ ਔਰ ਮੇਰੇ ਅੰਦਰ ਇਹ ਵੇ ਤੇ ਮੇਰੇ ਅੰਦਰ ਉਹ ਹੋਵੇ ਤੇ ਇਹ ਤੇ ਉਹ, ਔਰ ਬੜਾ ਨਾ ਉਹਦੀ ਗਲੂਮੀ ਜਿਹੀ ਟਿਊਨ ਉਹਨਾਂ ਬਣਾਈ ਸੀ। ਜਿਹੜਾ ਬੰਦਾ ਗਾ ਰਿਹਾ ਸੀ ਨਾ, ਉਹਨੂੰ ਮਾਊਥ ਆਰਗਨ ਦੇ ਵਿੱਚ, ਹੀ ਵਾਸ ਡੱਚ, ਗੋਰਾ ਸੀ, ਮਾਊਥ ਆਰਗਨ ਵਜਾ ਕੇ ਔਰ ਗਿਟਾਰ ਦੇ ਨਾਲ, ਲੇਕਿਨ ਜਿਹੜੀ ਉਹਦਾ ਸਟਾਈਲ ਸੀ ਗਾਣ ਦਾ, ਦੈਟ ਵਾਜ਼ ਮੈਟੈਲਿਕ ਰੌਕ ਸਟਾਈਲ ਨਹੀਂ ਹੁੰਦਾ ਜਿਹਦੇ ਵਿੱਚ ਆਵਾਜ਼ ਨੂੰ ਭਾਰਾ ਕਰਕੇ ਔਰ ਵਿੱਚ ਬੜਾ ਕਰਕੇ ਗਾਇਆ ਜਾਂਦਾ ਵੇ, ਕਾਈਂਡ ਆਫ। ਤੇ ਮੈਂ ਉਹਨੂੰ ਕਿਹਾ ਜੀ ਵੇਖੋ ਇਹ ਬੰਦੇ ਦਾ ਪੋਇਟਰੀ ਜਿਹੜੀ ਹੈ, ਔਰ ਉਹਨੇ ਮੇਰਾ ਓਪੀਨੀਅਨ ਮੰਗਿਆ ਕਿ ਚਰਚ ਦੇ ਵਿੱਚ ਬਹਿਸ ਹੋਣ ਰਹੀ ਹੈ ਕਿ ਇਹ ਬੰਦੇ ਨੇ ਇਹਨੂੰ ਕੌਂਗਰੀਗੇਸ਼ਨ ਦੇ ਵਿੱਚ ਕਿਉਂ ਗਾਇਆ, ਗਾਣਾ ਚਾਹੀਦਾ ਸੀ ਕਿ ਨਹੀਂ ਗਾਣਾ ਚਾਹੀਦਾ, ਵਾਈ ਇਟ ਵਾਜ਼ ਨਾਟ ਬ੍ਰਿੰਗਿੰਗ ਹੋਪ, ਵਾਈ ਇਟ ਵਾਜ਼ ਨਾਟ ਬ੍ਰਿੰਗਿੰਗ ਮੈਸੇਜ, ਵਾਈ ਇਟ ਵਾਜ਼ ਨਾਟ ਬ੍ਰਿੰਗਿੰਗ ਅਬਾਊਟ Christ, but it is telling about my darkness, my evils and my hell। ਮੈਂ ਕਿਹਾ ਜੀ ਵੇਖੋ, ਸੋ ਮੈਂ ਗੀਤ ਨੂੰ ਸੁਣਿਆ, ਜੋ ਵੀ ਸੀ ਮੈਂ ਆਪਣਾ ਓਪੀਨੀਅਨ ਦਿੱਤਾ, ਲੇਕਿਨ ਤੁਸੀਂ ਇੱਥੇ ਵੇਖੋਗੇ ਕਿ ਜਿਹੜੇ ਜਮਾਤ ਦੇ ਵਿੱਚ ਉਹਨਾਂ ਵਾਸਤੇ ਲੋਕ ਜਿਹੜੇ ਵਰਸ਼ਿਪ ਡਿਜ਼ਾਈਨ ਕਰਦੇ ਨੇ, ਜਦੋਂ ਇੱਕ ਬੜਾ ਅੱਛਾ ਐਗਜ਼ਾਮਪਲ ਹੈ ਸਾਡੇ ਕੋਲ ਕਿ ਉਸਨੇ ਹਮਾਰੇ ਦਾ ਮਤਲਬ ਹੈ ਨਾਓ ਯੂ ਆਰ ਫਰੋਮ ਪਰਸਨਲ ਟੂ ਕਮਿਊਨਲ ਗੈਦਰਿੰਗ, ਹਮਾਰੇ ਖੁਦਾ ਕੀ ਸਤਾਇਸ਼ ਕਾ। ਸੋ ਵਾਟ ਇਜ਼ ਦ ਸਬਜੈਕਟ ਆਫ ਦ ਸੌਂਗ? ਪ੍ਰੇਜ਼ ਆਫ ਦ ਗॉड, ਗॉड्स ਪ੍ਰੇਜ਼, ਖੁਦਾਵੰਦ ਦੀ ਹਮਦੋ ਸਤਾਇਸ਼, ਖੁਦਾ ਦੇ ਵੱਡੇ ਕੰਮਾਂ ਦਾ ਬਿਆਨ ਕਰਨਾ, ਅਜੀਬ ਗਰੀਬ ਕੰਮਾਂ ਦਾ ਬਿਆਨ ਕਰਨਾ ਜਿਹੜੇ ਖੁਦਾ ਨੇ ਕੀਤੇ ਨੇ। ਸੋ ਪ੍ਰਸਤਿਸ਼ ਪਬਲਿਕ ਦੇ ਵਿੱਚ ਜਿਹੜੀ ਹੈ, ਦੈਟ ਇਜ਼ ਟੋਟਲੀ ਫੋਕਸ ਔਨ ਗॉड। ਖੁਦਾ ਹੀ ਆਬਜੈਕਟ ਹੈ, ਖੁਦਾ ਹੀ ਸਬਜੈਕਟ ਹੋਣਾ ਚਾਹੀਦਾ ਵੇ। ਸੋ ਇਸ ਲਈ ਐ ਜ਼ਬੂਰ 40 ਸਾਨੂੰ ਇਹ ਵੀ ਬਿਆਨ ਕਰਦਾ ਵੇ ਕਿ ਉਸਨੇ ਹਮਾਰੇ ਖੁਦਾ ਕੀ ਸਤਾਇਸ਼ ਕਾ। ਉਹਦੇ ਬਾਅਦ ਨया ਗੀਤ, ਜੇ ਮੈਂ ਅੱਗੇ ਗੱਲ ਕਰਨ ਡਿਆ ਸਾਂ ਕਿ ਨਵੇਂ ਗੀਤ ਲਿਖਣਾ, ਜਿਵੇਂ ਅੰਕਲ ਜੋਸ਼ਵਾ ਸਾਡੇ ਨਾਲ ਮੌਜੂਦ ਨੇ। ਅੰਕਲ ਜੋਸ਼ਵਾ ਇਜ਼ ਅ ਵੈਰੀ ਗੁੱਡ ਪੋਇਟ ਔਰ ਬੜੇ ਅੱਛੇ ਕੰਪੋਜ਼ਰ ਵੀ ਨੇ, ਔਰ ਜਿਹੜੀ ਉਹਨਾਂ ਦੀ ਮਿਨਿਸਟਰੀ ਹੈ ਪਾਕਿਸਤਾਨ ਦੇ ਵਿੱਚ ਗੀਤਾਂ ਦੀ, ਉਹਨੂੰ ਸਪੋਰਟ ਕਰਦੇ ਔਰ ਉਹਨੂੰ ਮਦਦ ਕਰਦੇ ਨੇ। ਦੈਟਸ ਹਾਊ ਦੇ ਆਰ ਪ੍ਰੋਡਿਊਸਿੰਗ ਲੋਟਸ ਆਫ ਨਿਊ ਸੌਂਗਸ। और उसने हमारे खुदा की सताइश का नया गीत मेरे मुंह में डाला। सो नवे गीत लिखने चाहिए ने, गाने चाहिए ने, बनाने चाहिए ने, ज़बूरां दी नवीं धुनां बनाने चाहिए ने, ताकि साढ़े कोल नवीं क्रिएटिविटी आए। हू नोज वेयर गॉड यूज दैट वन। सो वो अपने उस जिहड़ा एक्सप्रैशन है, जिहड़ा उदों खुदा ने डिलीवर किया वे, जिहड़ा ओदा ओ पब्लिक दुनिया के अगे ओदा रिस्पॉन्ड किवें दे रहा वे? हमदो सताइश के वसीले, गीत गान के वसीले, खुदावंद दी हमदो सना करन दे वसीले। ठीक है जी। ਉਹਦਾ ਰਿਜ਼ਲਟ ਕੀ ਨਿਕਲਿਆ? ਆਂਦਾ ਬਥੇਰੇ ਦੇਖेंगे और डरेंगे और खुदावंद पर तवक्कल करेंगे। लो जी, दिस इज द मेजर पर्पस ऑफ एनी मिनिस्ट्री। इट्स नॉट अ सेल्फ ग्रेटिफिकेशन कि जी मेरे लाइक किन्ने हो गए, कि जी मेरे वेखण वाले किन्ने हो गए, जी मेरे फॉलोअर किन्ने हो गए, जी मेरा यूट्यूब चैनल किड्डा हिट हो गया। नो, द मेजर ऑब्जेक्ट या मेजर एंड रिजल्ट की होना चाहिए कि लोकी वेखण ते डरन ते की करन? खुदावंद पर तवक्कल करन। So reward and credit and glory and everything goes to the Lord. That's major important. ਜਿਹੜੀ ਇਹ ਉਹ ਖੁਦਾਵੰਦ ਦੇ ਨਾਲ ਤਵੱਕਲ ਕਰਨ। ਅੱਗੇ ਫਿਰ ਹੁਣ ਅੱਗੇ ਮਸ਼ਵਰਾ ਦੇ ਰਿਹਾ ਇੱਕ ਦੂਜੀ ਆਇਤ ਦੇ ਵਿੱਚ, ਚੌਥੀ ਆਇਤ ਦੇ ਵਿੱਚ, ਮੁਬਾਰਕ ਹੈ ਉਹ ਆਦਮੀ ਜੋ ਖੁਦਾਵੰਦ ਪਰ ਤਵੱਕਲ ਕਰਤਾ ਹੈ। ठीक है जी। अगेन ट्रस्ट इन द लॉर्ड, और मगरूरों और द्रोह दोस्तों की तरफ मायल नहीं होता। लो जी, दोस्त ही बड़े बड़े भैड़े होंगे ने, ठीक है ना। ਤੇ ਕਈ ਜਿਹਨਾਂ ਦੇ ਨਾ ਹਮ ਪਿਆਲਾ ਹਮ ਨਵਾਲਾ, ਉਹ ਹੀ ਤੁਹਾਡੀਆਂ ਜੜ੍ਹਾਂ ਵੱਢਣ 'ਚ ਪਏ ਹੁੰਦੇ ਨੇ, ਠੀਕ ਹੈ। ਉਹ ਹੀ ਤੁਹਾਡੇ ਕਰੈਕਟਰ ਅਸੈਸੀਨੇਸ਼ਨ ਕਰਦੇ ਹੋਣਗੇ। ਕਿਸੇ ਨੂੰ ਮੈਂ ਇੱਕ ਜਗ੍ਹਾ ਪੜ੍ਹਨ ਡਿਆ ਹਾਂ, ਉਹ ਕਹਿੰਦਾ ਜੀ ਕਿ ਤੁਸੀਂ ਅਗਰ ਕਿਸੇ ਐਸੀ ਗੈਦਰਿੰਗ ਵਿੱਚ ਬੈਠੇ ਹੋ ਕਿ ਜਿੱਥੇ ਉਸ ਬੰਦੇ ਦੀ ਗੱਲ ਹੋਣ ਦੀ ਜਿਹੜਾ ਉੱਥੇ ਮੌਜੂਦ ਨਹੀਂ ਹੈ, ਤੇ ਫਿਰ ਤੁਸੀਂ ਇਹ ਖਿਆਲ ਕਰੋ ਕਿ ਤੁਹਾਡੇ ਉੱਠਣ ਤੋਂ ਬਾਅਦ ਯੂ ਵਿਲ ਬੀ ਦ ਸਬਜੈਕਟ। ਸੋ ਅਵੋਇਡ these kind of gatherings and conversations। so कहता जी मगरूरों और द्रोग दोस्तों की तरफ मायल
नहीं होता। ਜਿਹੜੇ ਲੋਕਾਂ ਨੂੰ ਐਵੇਂ ਭੰਡੀ ਹੁੰਦੇ ਨੇ, ਲੋਕਾਂ ਨੇ ਐਵੇਂ ਗੱਲਾਂ ਕਰੀਆਂ ਹੋਣ, ਜਿਹੜਾ ਬੰਦਾ ਮੌਜੂਦ ਨਹੀਂ ਉਹਦੇ ਕੱਪੜੇ ਲਾਈ ਜਾਣਗੇ। ਸੋ ਦਿਸ ਇਜ਼ ਨਾਟ ਫੇਵਰੇਬਲ, ਖੁਦਾ ਇਹਨੂੰ ਕਦੀ ਪਸੰਦ ਨਹੀਂ ਕਰਦਾ ਜੀ। ਓਕੇ ਜੀ, ਹੁਣ ਉਹ ਡਾਇਰੈਕਟ ਖੁਦਾ ਨਾਲ ਗੱਲ ਕਰਨ ਡਿਆ। ਪਹਿਲਾਂ ਉਹਨੇ ਆਪਣਾ ਐਕਸਪੀਰੀਅੰਸ ਦੱਸਿਆ ਵੀ, ਫਿਰ ਉਹਨੇ ਲੋਕਾਂ ਨੂੰ ਦਾਵਤ ਦਿੱਤੀ ਹੈ, ਫਿਰ ਉਹਨਾਂ ਦਾ ਰਿਜ਼ਲਟ ਦੱਸਿਆ ਵੀ, ਐਂਡ ਨਾਓ ਹੀ ਇਜ਼ ਗੋਇੰਗ ਟੂ ਅਗੇਨ ਖੁਦਾ ਦੀ ਤਰਫ ਰਜੂ ਹੁੰਦਾ ਵੀ, ਉਹ ਲਾਰਡ ਯਹਵੇ ਐ ਖੁਦਾਵੰਦ ਮੇਰੇ ਖੁਦਾ। ਪਰਸਨਲ ਰਿਲੇਸ਼ਨਸ਼ਿਪ ਉਹਦਾ ਕੀ ਹੈ ਖੁਦਾ ਦੇ ਨਾਲ। ਜਦੋਂ ਵੇਖਿਆ ਵੇ ਕਿ ਬਿਮਾਰ ਵੀ ਸੀ, ਪਰੇਸ਼ਾਨ ਵੀ ਸੀ, ਹੱਡੀਆਂ ਵੀ ਨਹੀਂ ਹਨ ਟਿਕਣ ਡਈਆਂ, ਤੇ ਜਿਸਮ ਵੀ ਬਿਮਾਰ ਸੀ, ਤੇ ਜਨਾਬ ਦਿਮਾਗ ਵੀ, ਸਾਈਕੋਲੋਜੀਕਲੀ, ਫਿਜ਼ੀਕਲੀ, ਇਮੋਸ਼ਨਲੀ, ਐਵਰੀ ਵੇ ਹੀ ਵਾਜ਼ ਇਨ ਅ ਡਾਰਕਨੈਸ, ਹੀ ਵਾਜ਼ ਡੈਵਸਟੇਟਡ, ਬਟ ਹੀ ਨੈਵਰ ਐਵਰ ਅਬੈਂਡਨ ਰਿਲੇਸ਼ਨਸ਼ਿਪ ਵਿਦ ਗਾਡ। ਖੁਦਾ ਦੇ ਨਾਲ ਰਿਸ਼ਤਾ, ਖੁਦਾ ਦੇ ਨਾਲ ਰਾਬਤਾ ਉਹਨੇ ਕਦੀ ਨਹੀਂ ਛੱਡਿਆ। ਇੱਥੇ ਲੋਕਾਂ ਨੂੰ ਮੈਂ ਵੇਖਿਆ, ਮੈਨੂੰ 15-20 ਸਾਲ ਹੋ ਗਏ ਨਾ ਮੈਨੂੰ ਵੀ ਖਿਦਮਤ ਕਰਦਿਆਂ। ਅੱਛਾ, ਜਿਹੜੇ ਬੰਦੇ ਦਾ ਨਾ ਕੋਈ ਕੰਮ ਨਾ ਹੋਏ, ਜਾਂ ਉਹਦੀ ਕਿਸੇ ਦੇ ਵਿਗੜ ਜਾਏ, ਘਰ ਦੇ ਵਿੱਚ ਬੁੱਢੀ ਨਾ ਵਿਗੜ ਜਾਏ, ਬੁੱਢੀ ਦੀ ਬੰਦੇ ਨਾਲ ਵਿਗੜ ਜਾਏ, ਤੇ ਗਿਰਜੇ ਉਹਨਾਂ ਲੋਕਾਂ ਦੀ ਦੂਜਿਆਂ ਨਾਲ ਵਿਗੜ ਜਾਏ, ਉਹ ਅੱਛਾ ਲੜਾਈ ਪਰਸਨਲ ਹੁੰਦੀ ਹੈ, ਭਾਰ ਸਾਰਾ ਮੈਂ ਗਿਰਜੇ ਨਹੀਂ ਜਾਣਾ, ਇਹ ਜੀ ਮੈਂ ਪਾਦਰੀ ਸਾਹਿਬ ਨੇ ਉਹਨੂੰ ਇਜਾਜ਼ਤ ਦਿੱਤੀ ਹੈ ਕਰਨ ਲਈ। ਅੱਛਾ ਉਹ ਭਾਈ ਪਾਦਰੀ ਨੂੰ ਕੀ ਪਤਾ ਤੁਹਾਡੇ ਪਰਸਨਲ ਵੀਕਡੇਜ਼, ਤੁਸੀਂ ਕੀ ਜਾਂਦੇ ਹੋ, ਕਿੱਥੇ ਖਾਂਦੇ ਹੋ, ਕੀ ਬਣਾਉਂਦੇ ਹੋ, ਕੀ ਕਰਦੇ ਹੋ। ਹੂ ਨੋ, ਯੂ ਨੈਵਰ ਆਸਕ ਪਾਦਰੀ ਕਿ ਜੀ ਮੈਂ ਫਲਾਣੀ ਜਗ੍ਹਾ ਜਾ ਰਿਹਾ, ਫਲਾਣੇ ਲੈ ਕੇ ਜਾ ਰਿਹਾ, ਫਲਾਣੇ ਕਰਨ ਡਿਆ। ਦਿਸ ਇਜ਼ ਯੋਰ ਪਰਸਨਲ ਮੈਟਰ। ਉਹਦਾ ਨਜ਼ਲਾ ਕਿੱਥੇ ਡਿੱਗਦਾ? ਚਰਚ ਦੇ ਵਿੱਚ। ਇਹ ਜੀ ਮੈਂ ਚਰਚ ਨਹੀਂ ਜਾਣਾ ਜੀ ਮੈਂ ਜੀ ਇਬਾਦਤ 'ਚ ਨਹੀਂ ਜਾਣਾ ਜੀ, ਉੱਥੇ ਜੀ ਇੰਝ ਹੁੰਦਾ। ਉਹ ਕਹਿਣ ਡਿਆ ਕਿ ਖੁਦਾਵੰਦ ਮੇਰੇ ਖੁਦਾ, ਕਿ ਮੈਂ ਲੋਕਾਂ ਦੀ ਵਜ੍ਹਾ ਨਾਲ ਨਹੀਂ, ਤੇਰਾ ਮੇਰਾ ਰਿਸ਼ਤਾ ਮੇਰੀ ਵਜ੍ਹਾ ਖੁਦਾਵੰਦ ਤੇਰੇ ਨਾਲ ਹੈ। ਦੈਟਸ ਪਰਸਨਲ ਰਿਲੇਸ਼ਨਸ਼ਿਪ। ਜੋ ਅਜੀਬ ਕੰਮ ਤੂਨੇ ਕੀ ਹੈ, ਅਦਭੁਤ ਕੰਮ, ਪੰਜਾਬੀ ਲਫ਼ਜ਼ ਅਦਭੁਤ ਹੈ ਨਾ, ਕੀ ਹੈ ਜੀ 5ਵੀਂ ਆਇਤ। हे ਪ੍ਰਭੂ ਮੇਰੇ ਪਰਮੇਸ਼ਵਰ, ਤੇਰੇ ਸਾਡੇ ਲਈ ਕੀਤੇ ਅਦਭੁਤ ਕੰਮਾਂ ਅਤੇ ਵਿਚਾਰਾਂ ਦੀ ਗਿਣਤੀ ਬੇਅੰਤ ਹੈ। ਅਦਭੁਤ ਕੰਮ ਜਿਹੜਾ ਨਾ ਖੁਦਾਵੰਦ ਆਂਦਾ ਜੀ, ਖੁਦਾਵੰਦ ਜੋ ਤੂੰ ਮੇਰੇ ਵਾਸਤੇ ਕੀਤਾ ਵੇ ਨਾ, ਉਹਦੀ ਤੇ ਅਣਗਿਣਤ, ਉਹਨਾਂ ਦਾ ਮੈਂ ਸ਼ੁਮਾਰ ਨਹੀਂ ਕਰ ਸਕਦਾ। ਤੁਸੀਂ ਵੇਖੋਗੇ ਸੇਮ ਕਨਸੈਪਟ ਜਿਹੜਾ ਵੇ ਤੁਹਾਨੂੰ ਜ਼ਬੂਰ 139 'ਚ ਵੀ ਮਿਲੇਗਾ। ਜ਼ਬੂਰ 139 ਦੇ ਵਿੱਚ ਵੀ ਉਹ ਵੀ ਮੇਰੇ ਖਿਆਲ ਦਾਊਦ ਦਾ ਜ਼ਬੂਰ ਹੈ, ਉਹ ਵੀ ਉਹਦੇ 'ਚ ਸੇਮ ਹੈ ਕਨਸੈਪਟ। ਕਹਿੰਦਾ ਵੇ ਖੁਦਾਵੰਦ ਤੇਰੇ ख्याल जो मेरे लिए हैं कैसे बेशबहा हैं, उनका मजमुआ कैसा बड़ा है, आंदा मैं उनको शुमार नहीं कर सकता। सो ਅਸੀਂ ਅਗਰ ਆਪਣੇ ਆਪ ਨੂੰ 10 ਸਾਲ ਪਿੱਛੇ, 15 ਸਾਲ ਪਿੱਛੇ, 20 ਸਾਲ ਪਿੱਛੇ ਵੇਖੀਏ, ਔਰ ਅੱਜ ਅਸੀਂ ਆਪਣੇ ਆਪ ਨੂੰ ਵੇਖੀਏ ਕਿ ਖੁਦਾ ਨੇ ਯਾਰ ਮੇਰੇ ਨਾਲ, ਮੇਰੇ ਖਾਨਦਾਨ ਦੇ ਨਾਲ, ਮੇਰੇ ਬੱਚਿਆਂ ਦੇ ਨਾਲ, ਮੇਰੇ ਸਟੇਟਸ ਦੇ ਨਾਲ, ਖੁਦਾ ਨੇ ਮੈਨੂੰ, ਜਿਹਨੂੰ ਜਿਵੇਂ ਜ਼ਬੂਰ ਇੱਕ ਹੋਰ ਬਿਆਨ ਕਰਦਾ ਨਾ कि तूने जिस तरह खुदा कंगाल को घूरे में से निकाल लाता है, ठीक है ना, नेरे चो खुदा कंगाल से लिखा वे, और मुफलिसों को खुदा शहजादों के साथ बिठा देता है, ठीक है ना। सो ਅਸੀਂ ਵੇਖੀਏ ਕਿ ਕਿਵੇਂ ਖੁਦਾ ਨੇ ਸਾਡੇ ਸਟੇਟਸ, ਸਾਡਾ ਉੱਠਣਾ ਬਹਿਣਾ, ਸਾਡਾ ਰਹਿਣ ਸਹਿਣ, ਕਿਵੇਂ ਖੁਦਾ ਨੇ ਉਹਨੂੰ ਇੱਕਦਮ ਖੁਦਾ ਨੇ ਟੇਬਲ ਟਰਨ ਕੀਤੀ ਹੈ। ਸੋ ਗੋਡ ਇਜ਼ ਅ ਟੇਬਲ ਟਰਨਰ। ਖੁਦਾ ਹਮੇਸ਼ਾ ਅਪਸਾਈਡ ਡਾਊਨ ਕਰਨ ਵਾਲਾ ਖੁਦਾ ਹੋਵੇ। ਸੋ ਉਹ ਕਹਿੰਦਾ ਜੀ ਖੁਦਾਵੰਦ ਜਿਹੜੇ ਤੇਰੇ ਅਦਭੁਤ ਕੰਮ ਨੇ, ਅਦਭੁਤ ਕੰਮ ਜਦੋਂ ਜ਼ਬੂਰ ਨਵੀਸ ਗੱਲ ਕਰਦਾ ਵੇ, ਤਾਂ ਕਿਹਦੀ ਗੱਲ ਕਰਦਾ ਵੇ? ਉਹ ਗੱਲ ਕਰਦਾ ਵੇ ਖੁਦਾ ਦੀ ਕ੍ਰੀਏਸ਼ਨ ਦੀ, ਠੀਕ ਹੈ। ਉਹ ਗੱਲ ਕਰਦਾ ਵੇ ਬਨੀ ਇਸਰਾਇਲ ਦੀ ਰਿਹਾਈ ਦੀ ਮਿਸਰੀ ਗੁਲਾਮੀ ਦੇ ਵਿੱਚੋਂ। ਉਹ ਗੱਲ ਕਰਦਾ ਵੇ ਖੁਦਾ ਨੇ ਜਿਹੜੀ ਬਰਕਤਾਂ ਆਪਣੀ ਕੌਮ ਨੂੰ ਦਿੱਤੀਆਂ ਨੇ। ਸੋ ਐਕਚੁਅਲੀ ਉਹਦੇ ਪਿੱਛੇ ਇਹ ਕੌਨਟੈਕਸਟ ਹੈ, ਖੁਦਾਵੰਦ ਤੂੰ ਸਾਡੇ ਵਾਸਤੇ ਕੈਸੇ ਵੱਡੇ ਵੱਡੇ ਅਜੀਬ ਕੰਮ ਕੀਤੇ ਨੇ, ਠੀਕ ਹੈ। ਅੱਛਾ, ਅਜੀਬ ਕੰਮ ਕੀਤੇ ਹੁੰਦੇ ਨੇ ਔਰ ਅਸੀਂ ਉਹਦੀ ਗਵਾਹੀ ਨਹੀਂ ਦਿੰਦੇ। ਤੁਹਾਨੂੰ ਵੇਖਿਆ ਹੈਗਾ ਕਈ ਵਾਰੀ ਸਾਡੇ ਆਪਣੇ ਕਲੀਸਿਆ ਦੇ ਵਿੱਚ ਤੇ ਅਸੀਂ ਪ੍ਰੈਕਟਿਸ ਕਰਨੇ ਆ ਕਿ ਜੀ ਥੈਂਕਸਗਿਵਿੰਗ ਪਹਿਲਾਂ ਰੱਖੀਏ ਔਰ ਪਟੀਸ਼ਨ ਬਾਅਦ 'ਚੋਂ ਰੱਖੀਏ, ਠੀਕ ਹੈ। ਆਲਦੋ ਗੋਡ ਹੈਜ਼ ਡਨ ਅ ਲਾਟ, ਲੇਕਿਨ ਬਾਅਦ ਵਕਤ ਸਾਨੂੰ ਲੱਗਦਾ ਵੇ ਕਿ ਉਹ ਯਾਰ ਐਵੇਂ ਇਹ ਗੱਲ ਕਿ ਥੋੜ੍ਹੀ ਦੱਸਣ ਵਾਲੀ ਹੈ, ਇਹ ਗੱਲ ਥੋੜ੍ਹੀ ਦੱਸਣ ਵਾਲੀ ਹੈ, ਇਹ ਪਬਲਿਕ ਦੱਸਣ ਵਾਲੀ ਨਹੀਂ ਹੈ। ਦੈਟਸ ਫਾਈਨ, ਇਫ ਯੂ ਵਾਂਟ ਟੂ ਕੀਪ ਇਟ ਪ੍ਰਾਈਵੇਸੀ, ਦੈਟਸ ਫਾਈਨ। ਲੇਕਿਨ ਅਗਰ ਖੁਦਾ ਨੇ ਵਾਕਈ ਤੁਹਾਡੀ ਜ਼ਿੰਦਗੀ ਦੇ ਵਿੱਚ ਐਸਾ ਕੰਮ ਕੀਤਾ ਵੇ, ਯੂ ਗੋ ਐਂਡ ਪ੍ਰੋਕਲੇਮ ਇਟ। ਜਿਵੇਂ ਅਸੀਂ ਜ਼ਬੂਰ ਗਾਉਂਦੇ ਹਾਂ ਨਾ, ਉਹਦੇ ਵੱਡੇ ਕੰਮ ਤੁਸੀਂ ਲੋਕਾਂ ਨੂੰ ਦੱਸੋ, ਮਤਲਬ ਪ੍ਰੋਕਲੇਮ ਇਟ। ਵਾਈ? ਦਾ ਮੇਨ ਪਰਪਸ ਕੀ ਹੁੰਦਾ ਵੀ? ਮੇਨ ਪਰਪਸ ਇਹ ਨਹੀਂ ਹੁੰਦਾ ਕਿ ਜਨਾਬ ਮੇਰੇ ਨਾਲ ਖੁਦਾ ਨੇ ਕੰਮ ਕੀਤਾ ਜਾਂ ਫਲਾਣੇ ਨਾਲ ਖੁਦਾ ਨਾਲ। ਮੇਨ ਪਰਪਸ ਕੀ ਹੈ ਕਿ ਲੋਕੀ ਖੁਦਾ ਤੇ ਟਰਸਟ ਕਰਨਾ ਸਿੱਖਣ, ਲੋਕੀ ਖੁਦਾ ਤੇ ਤਵੱਕਲ ਕਰਨਾ ਸਿੱਖਣ। ਦੈਟ ਇਜ਼ ਦ ਮੇਨ ਗੋਲ, ठीक है ना। सो लिखा जी मैं उनको तेरे तरतीब नहीं दे सकता, वो शुमार से बाहर हैं, मैं उनका शुमार नहीं कर सकता। अच्छा, गिनती है ना जी, ਤੁਸੀਂ ਵੇਖੋਗੇ ਇਹ ਗਿਣਤੀ ਕਿ ਮੈਂ ਗਿਣਤੀ ਨਹੀਂ ਕਰ ਸਕਦਾ, ਮੈਂ ਸ਼ੁਮਾਰ ਨਹੀਂ ਕਰ ਸਕਦਾ। ਨਾ ਸਿਰਫ ਉਹ ਖੁਦਾ ਦੇ ਕੰਮਾਂ ਨੂੰ ਸ਼ੁਮਾਰ ਨਹੀਂ ਕਰ ਸਕਦਾ, ਬਲਕਿ ਤੁਸੀਂ ਇੱਕ ਚੀਜ਼ ਨੋਟ ਕਰੋਗੇ ਕਿ ਉਹ ਕਹਿੰਦਾ ਵੇ ਜੀ 12ਵੀਂ ਆਇਤ ਦੇ ਵਿੱਚ कि बेशुमार बुराइयों ने मुझे घेर लिया है, मेरी बदी ने मुझे आ पकड़ा है, वो मेरे सर के बालों से भी ज़्यादा है। अनकाउंटेबल। एक तरफ खुदा दी जिहड़ी ब्लैसिंग है, खुदा दा रहम अनकाउंटेबल है,
ਉਸੇ ਪਾਸੇ ਕਹਿੰਦਾ ਵਾ ਕਿ ਜਿਹੜੀਆਂ ਮੇਰੀਆਂ ਬਦੀਆਂ ਨੇ, ਮੇਰੇ ਗੁਨਾਹ ਨੇ ਖੁਦਾਵੰਦ ਦਾ, ਉਹ ਵੀ ਅਨਕਾਊਂਟੇਬਲ ਨੇ। ਠੀਕ ਹੈ ਨਾ। ਤੇ ਇੱਕ ਪਾਸੇ ਵੰਦਾ ਵੇ ਖੁਦਾ ਦਾ ਫਜ਼ਲ, ਖੁਦਾ ਦਾ ਰਹਿਮ, ਤੇ ਇੱਕ ਪਾਸੇ ਕੀ ਵੰਦਾ ਆਪਣੀ ਬਦੀਆਂ। ਐਂਡ ਦੈਨ ਹੀ ਸੇਜ਼ ਦੈਟ ਕਿ ਖੁਦਾਵੰਦ ਗੋ ਮੇਰੀਆਂ ਬਦੀਆਂ, ਮੇਰੇ ਗੁਨਾਹ ਬਹੁਤ ਜ਼ਿਆਦਾ ਨੇ, ਲੇਕਿਨ ਤੇਰੀ ਰਹਿਮਤ, ਤੇਰਾ ਫਜ਼ਲ ਉਹਦੇ ਨਾਲ ਵੱਧ ਕੇ ਵੇ। ਸੋ ਦੈਟ ਇਜ਼ ਹਾਊ ਗॉड ਡੀਲ ਵਿਦ ਅਸ। ਓਕੇ ਜੀ। ਇਹ ਜ਼ਬੂਰ ਦੇ ਵਿੱਚ ਜਿਹੜਾ ਮੈਂ ਕਹਾਂਗਾ ਨਾ ਹਾਰਟ ਬੀਟ ਜਿਹੜੀ ਹੈ, ਇਹ ਜ਼ਬੂਰ ਦੀ ਜਿਹੜੀ ਮੇਨ ਵਾਈਟਲ ਜਿਹੜਾ ਕਨਸੈਪਟ ਹੈ ਨਾ, ਉਹ ਹੁਣ ਆਇਆ ਜੀ 8ਵੀਂ ਤੇ 6ਵੀਂ ਤੇ 7ਵੀਂ ਤੇ 8ਵੀਂ ਆਇਆ। ਦੈਟਸ ਵੈਰੀ ਇੰਪੋਰਟੈਂਟ। ਇਹਦੇ ਵਿੱਚ ਜਿਹੜਾ ਕਨਸੈਪਟ ਹੈ ਨਾ, ਔਰ ਜਿਹੜਾ ਤਾਰੁਫ ਪੇਸ਼ ਕੀਤਾ ਗਿਆ ਵੇ, ਚਾਰਲਸ ਸਪਰਜਨ ਬੜਾ ਮਸ਼ਹੂਰ 17-18 ਸੈਂਚੁਰੀ ਦਾ ਮੁਬੱਲਗ ਗੁਜ਼ਰਿਆ ਵੇ ਵੈਸਟਰਨ ਵਰਲਡ ਦੇ ਵਿੱਚ। ਉਹ ਕੀ ਕਹਿੰਦਾ ਵੇ ਇਸ ਆਇਤ ਦੇ ਬਾਰੇ 'ਚ? ਉਹ ਕਹਿੰਦਾ ਵੇ ਕਿ ਜੀ ਅਸੀਂ ਹੁਣ ਇੱਕ ਐਸੇ ਪੈਸੇਜ ਦੇ ਵਿੱਚ, ਐਸੀਆਂ ਆਇਤਾਂ ਦੇ ਵਿੱਚ ਹੈ ਜਿਹੜਾ ਪੁਰਾਣੇ ਐਹਦਨਾਮੇ ਦਾ ਬਹੁਤ ਹੀ ਜ਼ਿਆਦਾ ਗੰਭੀਰ ਤੇ ਬਹੁਤ ਹੀ ਜ਼ਿਆਦਾ ਕਹਿੰਦਾ ਵੇ ਕਿ ਅਹਿਮ ਹਵਾਲਾ ਵੇ। ਕਿਉਂ ਕਿ ਇਹਦੇ ਵਿੱਚ ਜਿਹੜਾ ਖੁਦਾ ਦਾ ਮੁਜੱਸਮ ਕਲਾਮ, ਖੁਦਾ ਦਾ ਬੇਟਾ ਜਿਹੜਾ ਵੇ, ਉਹ ਤੁਹਾਨੂੰ ਇੱਥੇ ਕਿਸੇ ਸਾਏ ਜਾਂ ਕਿਸੇ ਸ਼ੈਡੋ ਦੇ ਵਿੱਚ ਨਜ਼ਰ ਨਹੀਂ ਆ ਰਿਹਾ, ਬਲਕਿ ਇਹ ਆਇਤਾਂ ਬਰਾਹੇ ਰਾਸਤ ਉਹਨੂੰ ਪੇਸ਼ ਕਰਦੀਆਂ ਨੇ। ਕਿਵੇਂ? ਕਹਿੰਦਾ ਜੀ ਕਿ ਕੁਰਬਾਨੀ ਔਰ ਨਜ਼ਰ ਕੋ ਤੂੰ ਪਸੰਦ ਨਹੀਂ ਕਰਤਾ। ਪੰਜਾਬੀ 'ਚ ਕੀ ਹੈ ਜੀ? ਬਲੀਦਾਨ ਔਰ ਭੇਂਟ ਤੋਂ ਤੂੰ ਪ੍ਰਸੰਨ ਨਹੀਂ ਹੁੰਦਾ। ਕਿ ਬਲੀਦਾਨ ਔਰ ਭੇਂਟ, ਬਲਕਿ ਉਹਦੇ ਬਰਕਸ ਕੀ ਹੈ? ਤੂੰ ਕੀ ਕੀਤਾ ਜੀ? ਤੂੰ ਨੇ ਮੇਰੇ ਤੈਂ ਮੇਰੇ ਕੰਨ ਖੋਲੇ ਹਨ। ਕੰਨ ਖੋਲ ਛੜੇ ਨੇ। ਅਸੀਂ ਬੱਚਿਆਂ ਨੂੰ ਨਾ ਕਈ ਵਾਰੀ ਪੰਜਾਬੀ ਸਾਡੇ ਮਾਹੌਲ ਦੇ ਵਿੱਚ ਤਰਾਣਾ, ਤੇਰੀ ਕੰਨੀ ਮੁੱਢ ਪਾਈ ਨਾ, ਤੇਰੇ ਕੰਨ ਖੁੱਲ ਜਾਣੇ ਨੇ। ਠੀਕ ਹੈ ਨਾ। ਜਾਂ ਉਹਨਾਂ ਨੂੰ ਕਹੀਦਾ ਕਿ ਤੇਰੇ ਕੰਨ ਬੰਦ ਨੇ, ਸੁਣਦਾ ਨਹੀਂ ਪਿਆ। ਠੀਕ ਹੈ ਨਾ। ਮਤਲਬ these are phrases which we use in our ਪੰਜਾਬੀ context। ਠੀਕ ਹੈ ਨਾ। ਇੱਥੇ ਉਹ ਸੇਮ ਉਹ ਫਰੇਜ਼ ਯੂਜ਼ ਕਰਨ ਡਿਆ ਵੇ ਕਿ ਖੁਦਾਵੰਦ ਕੁਰਬਾਨੀ ਔਰ ਨਜ਼ਰ ਨੂੰ, ਤੇ ਤੂੰ ਦੋ ਤਰ੍ਹਾਂ ਦੀ ਕੁਰਬਾਨੀ ਹੈ ਇੱਥੇ। ਇੱਕ ਕਿਹੜੀ ਕੁਰਬਾਨੀ ਆਈ ਹੈ? ਪਲੇਨ ਕੁਰਬਾਨੀ ਹੈ, ਔਰ ਦੂਜੀ ਕਿਹੜੀ ਹੈ? ਨਜ਼ਰ ਹੈ। ਠੀਕ ਹੈ। ਆਂਦਾ ਇਹਦੇ ਬਰਕਸ ਤੂੰ ਕੀ ਕੀਤਾ ਵੇ? ਤੂੰ ਮੇਰੇ ਕੰਨ ਕੀ ਕੀਤੇ ਨੇ? ਖੋਲ ਦਿੱਤੇ ਨੇ। ਉਹਦੇ ਬਾਅਦ ਕੀ ਜੀ? ਅੱਗੇ ਦੋ ਕੁਰਬਾਨੀਆਂ ਹੋਰ ਆ ਰਹੀਆਂ ਨੇ। ਕਿਹੜੀ ਕਿਹੜੀ ਹੈ? ਸੋਖਤਨੀ ਕੁਰਬਾਨੀ ਔਰ ਖਤਾ ਕੀ ਕੁਰਬਾਨੀ ਤੂੰ ਤਲਬ ਹੀ ਨਹੀਂ ਕੀਤੀ। ਕਿੰਨੀਆਂ ਕੁਰਬਾਨੀਆਂ ਆ ਗਈਆਂ? 4 ਕਿਸਮ ਦੀਆਂ ਕੁਰਬਾਨੀਆਂ ਆਈਆਂ ਨੇ ਇੱਥੇ। ਠੀਕ ਹੈ। ਓਕੇ, ਨਾਓ ਵਾਟ ਇਜ਼ ਦ ਡਿਫਰੈਂਸ ਬਿਟਵੀਨ ਦੈਟ? ਲੈਟ ਮੀ ਐਕਸਪਲੇਨ ਟੂ ਯੂ। ਪਹਿਲੀ ਜਿਹੜੀ ਕੁਰਬਾਨੀ, ਜਿਹੜਾ ਸਿੰਪਲ ਕੁਰਬਾਨੀ ਜਿਹਨੂੰ ਕਿਹਾ ਗਿਆ ਵੇ ਸੈਕਰੀਫਾਈਸ ਆਫਰਿੰਗ ਮੇਡ ਵਿਦ ਬਲੱਡ। ਇਹ ਕੁਰਬਾਨੀ ਸੀ ਜਿਹੜੀ ਖੂਨ ਦੇ ਨਾਲ ਕੀ ਕੀਤੀ ਜਾਂਦੀ ਸੀ? ਪੇਸ਼ ਕਰ ਦਿੱਤੀ ਜਾਂਦੀ ਸੀ। ਠੀਕ ਹੈ। ਆਫਰਿੰਗ ਨਜ਼ਰ ਜਿਹੜੀ ਹੈ, ਉਹ ਕੁਰਬਾਨੀ ਹੁੰਦੀ ਸੀ ਮੇਡ ਵਿਦਆਊਟ ਬਲੱਡ। ਇਹ ਸ਼ੁਕਰਗੁਜ਼ਾਰ ਦੀ ਕੁਰਬਾਨੀ ਹੁੰਦੀ ਹੈ ਜਿਹੜੀ ਯਾਦਗਾਰੀ ਤੌਰ ਤੇ ਪੇਸ਼ ਕੀਤੀ ਜਾਂਦੀ ਸੀ। ਠੀਕ ਹੈ। ਇਹ ਬਗੈਰ ਖੂਨ ਦੇ ਹੁੰਦੀ ਸੀ। ਇਹਦੇ ਵਿੱਚ ਤੁਸੀਂ ਕੋਈ ਵੀ ਅਨਾਜ ਵੀ ਹੈ, ਹੋਰ ਬੜੀਆਂ ਚੀਜ਼ਾਂ ਨੇ, ਨਜ਼ਰਾਨਾ ਵਿੱਚ ਪੈਸਾ, ਰੁਪਇਆ, ਪੈਸਾ, ਅਨਾਜ, ਵਾਟ ਐਵਰ, ਇਟਸ ਅ ਥੈਂਕਸਗਿਵਿੰਗ ਯਾਦਗਾਰੀ ਦੀ ਕੁਰਬਾਨੀ ਹੈ। ਬਰਨਟ ਆਫਰਿੰਗ, ਸੋਖਤਨੀ ਕੁਰਬਾਨੀ ਜਿਹੜੀ ਹੈ, ਆਫਰਿੰਗ ਆਫ ਟੋਟਲ ਕਨਸੀਕ੍ਰੇਸ਼ਨ ਆਫ, ਕੁਰਬਾਨੀ ਪੂਰੀ ਦੀ ਪੂਰੀ ਕੀ ਕਰ ਦਿੱਤੀ ਜਾਂਦੀ ਸੀ? ਜਤਾ ਦਿੱਤੀ ਜਾਂਦੀ ਸੀ, ਟੋਟਲੀ ਕਨਸੀਕ੍ਰੇਟ ਕਰਤਾ ਜਾਂਦਾ ਸੀ। ਠੀਕ ਹੈ। ਜਦ ਕਿ ਜਿਹੜੀ ਸਿਨ ਆਫਰਿੰਗ ਹੈ, ਖਤਾ ਦੀ ਕੁਰਬਾਨੀ ਜਿਹੜੀ ਹੈ, ਜਿਹਦਾ ਜ਼ਿਕਰ ਕੀਤਾ ਗਿਆ ਵੇ ਇੱਥੇ, ਉਹ ਹੁੰਦੀ ਸੀ ਜਿਹੜੀ ਗੁਨਾਹ ਨੂੰ ਢੱਕਣ ਵਾਸਤੇ ਹੁੰਦੀ ਸੀ, ਔਰ ਗੁਨਾਹ ਦਾ ਕਫਾਰਾ ਕੀ ਕਰਦੀ ਸੀ? ਪੇਸ਼ ਕਰਦੀ ਸੀ। ਸੋ ਤਾਂ ਵੇਖਿਆ ਨੇ ਕਿ ਓਲਡ ਟੈਸਟਾਮੈਂਟ ਦੀਆਂ ਪੂਰਾ ਸੈਕਰੀਫਿਸ਼ਲ ਸਿਸਟਮ ਜਿਹੜਾ ਵੇ, ਉਹ ਇੱਥੇ ਜ਼ਬੂਰ ਨਵੀਸ ਕਹਿ ਰਿਹਾ ਕਿ ਖੁਦਾਵੰਦ ਤੂੰ ਤੇ ਮੰਗਿਆ ਹੀ ਨਹੀਂ ਹੋ, ਯੂ ਰਿਜੈਕਟਡ, ਬਟ ਯੂ ਆਸ ਡਿਫਰੈਂਟ ਥਿੰਗ। ਅੱਛਾ, ਉਹਦੇ ਮੁਕਾਬਲੇ 'ਚ ਖੁਦਾ ਨੇ ਕਿਹੜੀ ਸ਼ੈ ਮੰਗੀ ਹੈ? 2 ਚੀਜ਼ਾਂ ਨੇ ਕਹੀਆਂ ਨੇ। ਤੂੰ ਨੇ ਮੇਰੇ ਕੰਨ ਖੋਲ ਦਿਏ, ਉਧਰੋਂ ਖੁਦਾ ਨੇ ਕੰਨ ਲਾ ਕੇ ਕੀ ਸੁਣੀ? ਉਹਦੀ ਦੁਆ ਸੁਣੀ ਹੈ। ਠੀਕ ਹੈ। ਉਧਰੋਂ ਰਿਸਪੌਂਸ ਦੇ ਵਿੱਚ ਖੁਦਾ ਨੇ ਆ ਬੰਦੇ ਦੇ ਕੋਲੋਂ ਕੁਰਬਾਨੀਆਂ, ਜਾਨਵਰ, ਛਤਰੇ, ਬੱਕਰੇ ਨਹੀਂ ਮੰਗੇ, ਬਲਕਿ ਖੁਦਾ ਨੇ ਕਿਹਾ ਵੇ ਤੇਰੇ ਕੰਨ ਮੈਂ ਖੋਲੇ ਨੇ। ਨਾਓ ਵਾਟ ਇਜ਼ ਦਿਸ ਮੀਨਿੰਗ? ਠੀਕ ਹੈ ਜੀ। ਕੰਨ ਖੋਲਣ ਦਾ ਕੀ ਮੁਰਾਦ ਹੈ? ਇਹਨੂੰ ਅੱਗੇ ਇੱਕ ਚੀਜ਼ ਹੋਰ ਅਗਲੀ ਆ ਜਿਹੜੀ ਥੋੜਾ ਜਿਹਾ ਹੋਰ ਉਹਨੇ ਡਿਫਾਈਨ ਕਰੇਗੀ। ਉਹ ਕਹਿੰਦਾ ਵੇ ਤਬ ਮੈਨੇ ਕਹਾ ਦੇਖ ਮੈਂ ਆਇਆ ਹੂੰ ਜਾਂ ਮੈਂ ਹਾਜ਼ਰ ਹੂੰ। ठीक है। आई एम हेयर लॉर्ड, किताब के तुमार में मेरी बाबत लिखा है। नाउ हियर यू गो, द प्रोफेसी ਜਿਹੜੀ ਹੈ ਖੁਦਾਵੰਦ, ਉਹ ਮੇਰੇ ਬਾਰੇ 'ਚ ਤੂੰ ਕਰ ਦਿੱਤੀ ਹੋਈ ਹੈ। ਨਬੀਆਂ ਨੇ ਔਰ ਪੂਰੇ ਜਿਹੜਾ ਸਿਸਟਮ ਹੈ, ਤੂੰ ਉਹਦੇ ਬਾਰੇ 'ਚ ਪਹਿਲਾਂ ਤੋਂ ਲੋਕਾਂ ਨੂੰ ਕੀ ਕਰਤਾ ਵੇ? ਆਪਣੇ ਨਬੀਆਂ ਦੇ ਵਸੀਲੇ ਉਹਨੂੰ ਬਿਆਨ ਕਰ ਦਿੱਤਾ। ਮੇਰੀ ਬਾਬਤ ਤੂੰ ਲਿਖ ਦਿੱਤੀਆਂ ਨੇ ਸਾਰੀਆਂ ਗੱਲਾਂ। ਲਿਖਾ ਹੈ ਐ ਮੇਰੇ ਖੁਦਾ, ਮੇਰੀ खुशी तेरी मर्जी पूरी करने में है। ਕੰਨ ਖੋਲ ਦਿੱਤੇ ਔਰ ਤੇਰੀ ਮਰਜ਼ੀ ਪੂਰੀ ਕਰਨੇ में है। ਟੋਟਲ ਰੈਡੀਕਲ ਓਬੀਡੀਐਂਸ ਟੂ ਗॉड। ਠੀਕ ਹੈ। ਇਹਦੇ ਵਿੱਚ ਯਿਸੂ ਮਸੀਹ ਸਾਨੂੰ ਕਿੱਥੇ ਨਜ਼ਰ ਆਉਂਦੇ ਨੇ? ਓਕੇ, ਨਾਓ ਲੈਟ ਮੀ ਸੀ। 2 ਵਾਲਾ ਜਿਹੜਾ ਅਸੀਂ ਪੜਾਂਗੇ, ਕੱਢੋ ਜੀ ਜ਼ਰਾ ਖਰੂਜ 21 ਬਾਬ, ਉਹਦੀ 5ਵੀਂ ਤੋਂ 6ਵੀਂ ਆਇਤ,
ਔਰ ਉਹਦੇ ਬਾਅਦ ਯਸਾਇਆ 50 ਤੇ ਚੌਥੀ ਤੇ ਪੰਜਵੀਂ ਆਇਤ। ਇਹ ਜ਼ਰਾ ਪਹਿਲਾਂ ਖਰੂਜ ਦਾ ਹਵਾਲਾ ਪੜ੍ਹ ਲਈਏ ਤਾਂ ਕਿ ਸਾਨੂੰ ਕੰਨ ਦਾ ਆਈਡੀਆ ਸਮਝ ਆ ਰਿਹਾ ਕਿ ਕੰਨ ਤੋਂ ਇੱਥੇ ਕੀ ਮੁਰਾਦ ਹੈ। मैं पढ़ांगा खूच की किताब ਉਹਦਾ 21 ਬਾਬ 5ਵੀਂ ਤੇ 6ਵੀਂ ਆਇਤ। ਪਰ ਜੇ ਗੋਲਾ ਸਫਾਈ ਨਾਲ ਆਖੇ ਕਿ ਮੈਂ ਆਪਣੇ ਸੁਆਮੀ ਅਤੇ ਆਪਣੀ ਤੀਵੀਂ ਅਤੇ ਆਪਣੇ ਬੱਚਿਆਂ ਨਾਲ ਪ੍ਰੇਮ ਕਰਦਾ ਹਾਂ, ਮੈਂ ਆਜ਼ਾਦ ਹੋ ਕੇ ਚਲਿਆ ਨਹੀਂ ਜਾਵਾਂਗਾ, ਤਾਂ ਉਸ ਦਾ ਸੁਆਮੀ ਉਸ ਨੂੰ ਨਿਆਂਇਆਂ ਦੇ ਕੋਲ ਲਿਆਵੇ ਅਤੇ ਉਹ ਦਰਵਾਜ਼ੇ ਦੇ ਕੋਲ ਅਥਵਾ ਚੁਗਾਠ ਦੇ ਕੋਲ ਲਿਆ ਕੇ ਔਰ ਨਾਲ ਉਸ ਦੇ ਕੰਨ ਨੂੰ ਉਸ ਦਾ ਸੁਆਮੀ ਵਿੰਨੇ, ਸੋ ਉਹ ਉਸ ਦੀ ਸਦਾ ਲਈ ਟਹਿਲ ਕਰੇ। Okay, here you go. So the concept is ਗੁਲਾਮ slave, ਠੀਕ ਹੈ। ਇਹ ਕਿ ਅਗਰ ਤੂੰ ਕੋਈ ਇਬਰਾਨੀ ਯਾਨੀ ਤੂੰ ਅਗਰ ਆਪਣੀ ਕੌਮ ਦੇ ਵਿੱਚੋਂ ਕੋਈ ਗੁਲਾਮ ਹੋ ਕੇ ਗੁਰਬਤ ਦੀ ਵਜ੍ਹਾ ਤੋਂ, ਸਲੇਵਰੀ ਦੀ ਵਜ੍ਹਾ ਤੋਂ, ਕਿਸੇ ਵਜ੍ਹਾ ਤੋਂ ਤੂੰ ਗੁਲਾਮ ਉਹਨੂੰ ਖਰੀਦ ਲੈਣਾ ਮਾਰਕੀਟ ਤੋਂ ਜਾ ਕੇ, ਜਿਵੇਂ ਅਸੀਂ ਮਾਰਕੀਟ ਜਾ ਕੇ ਬਾਕੀ ਚੀਜ਼ਾਂ ਲੈ ਕਰ ਆਉਂਦੇ ਹਾਂ, ਐਂਡ ਜੀ ਉਸ ਦੌਰ ਦੇ ਵਿੱਚ ਗੁਲਾਮ ਵਿਕਦੇ ਹਨ। ਸੋ ਦੈਟ ਵਾਸ ਦਾ ਕੰਟੈਕਸਟ। ਤੋ 6 ਵਰੇ ਤੇ ਕੀ ਕਰੇ? ਤੇਰੀ 6 ਸਾਲ ਤੱਕ ਤੇਰੀ ਖਿਦਮਤ ਕਰੇ, ਲੇਕਿਨ ਚੂੰਕਿ ਉਹ ਤੇਰੀ ਆਪਣੀ ਕੌਮ ਦੇ ਵਿੱਚੋਂ ਹੈ, ਇਬਰਾਨੀ ਹੈ ਔਰ ਯਹੂਦੀ ਹੈ, ਤੂੰ ਉਹਨੂੰ ਕੀ ਕਰ 7ਵੇਂ ਬਰਸ ਉਹ ਮੁਫਤ ਆਜ਼ਾਦ ਹੋ ਕੇ ਜਾਏਗਾ। ਯਾਨੀ 6 ਸਾਲ ਤੱਕ ਸਿਰਫ ਤੇਰਾ ਬੌਂਡ ਸਲੇਵ ਰਹੇਗਾ, 7ਵੇਂ ਸਾਲ ਕੀ ਹੋ ਜਾਏਗਾ? ਆਜ਼ਾਦ। इज फ्री टू गो, तू उन्हें रोक नहीं सकता, ठीक है। अच्छा, अगर वो अकेला आया है तो अकेला ही चला जाए, पर अगर वो ब्याह हो तो उसकी बीवी यानी हर चीज जो ਉਹਦੇ ਨਾਲ जुड़ी हुई ना वो भी की हो जाएगी? आजाद हो जाएगी, ठीक है जी। आंदा है। और अगर उसके आका ने उसका ब्याह कराया हो और उस औरत के उससे बेटे और बेटियां, तो वो औरत उसके बच्चे भी उस आका के होकर रहे और वो अकेला चला जाए। ओके जी, बच्चियां ਨੂੰ ਕਿਹਾ ਜਾ ਰਿਹਾ ਕਿਉਂਕਿ दैट वाज द प्रोडक्ट ऑफ दिस वाज टॉकिंग अबाउट द लॉ शरीयत। ਅੱਜ ਅਸੀਂ ਇਹਨੂੰ ਐਪਲੀਕੇਬਲ ਨਹੀਂ ਕਰ ਸਕਦੇ ਨਾ। ਦਾ ਵਾਟ ਦ ਪ੍ਰਿੰਸੀਪਲ ਕੀ ਹੈ? ਪ੍ਰਿੰਸੀਪਲ ਇੱਥੇ ਆਵੇ ਕਿ ਅਗਰ ਉਹ ਆਖੇ ਜੀ ਕਿ ਨਹੀਂ 6 ਸਾਲਾਂ 'ਚ ਤੇਰਾ ਵਿਹਾਰ ਮੇਰੇ ਨਾਲ ਬੜਾ ਅੱਛਾ ਰਿਹਾ ਵੇ ਔਰ ਮੈਂ ਆਪਣੇ ਘਰ ਦੇ ਵਿੱਚ ਆਪਣੇ ਆਪ ਨੂੰ ਮਹਿਸੂਸ ਕੀਤਾ ਵੇ ਔਰ ਮੈਂ ਆਜ਼ਾਦ ਹੋ ਕੇ ਜਾਣਾ ਨਹੀਂ ਚਾਹੁੰਦਾ, ਬਲਕਿ ਮੈਂ ਸਾਰੀ ਜ਼ਿੰਦਗੀ ਤੇਰਾ ਗੁਲਾਮ, ਤੇਰਾ ਖਾਦਮ ਬਣ ਕੇ ਕੀ ਕਰਨਾ ਚਾਹੁੰਦਾ ਵਾਂ, ਖਿਦਮਤ ਕਰਨਾ ਚਾਹੁੰਦਾ ਵਾਂ, ਤੇ ਫਿਰ ਤੂੰ ਕੀ ਕਰੇ? ਫਿਰ ਨਿਸ਼ਾਨੀ ਕੀ ਹੋਏਗੀ? ਕਿਵੇਂ ਪਤਾ ਲੱਗੇਗਾ ਪਬਲਿਕ ਨੂੰ ਜਾਂ ਲੋਕਾਂ ਨੂੰ ਕਿ ਜੀ ਇਹ ਇਹਦਾ ਗੁਲਾਮ ਔਰ ਇਹਨੇ ਇਹ ਆਪਣੀ ਮਰਜ਼ੀ ਦੇ ਨਾਲ ਚੁਣਾਵ ਕੀਤਾ ਵੇ? ਤੁਹਾਂ ਵੇਖਿਆ ਵੀ ਅਸੀਂ ਕੰਨ ਵਿੰਨਣੇ ਆ, ਠੀਕ ਹੈ। ਅੱਜ ਕੱਲ੍ਹ ਦੇ ਦੌਰ ਦੇ ਵਿੱਚ ਤੇ ਹੋਰ ਬੜੀ ਜਗ੍ਹਾ ਵਿੰਨਿਆ ਹੁੰਦਾ ਨਾ। ਅੱਜ ਅਸੀਂ ਬੱਚਿਆਂ ਨਾਲ ਪਾਰਕ ਗਏ ਹਾਂ, ਉੱਥੇ ਪਤਾ ਨਹੀਂ ਲੋਕਾਂ ਨੇ ਕੀ ਛਾਵਾਂ ਵਿੰਨੀਆਂ ਹਨ। ਕਿਸੇ ਨੇ ਇੱਥੋਂ ਵਿੰਨਿਆ ਸੀ, ਕਿਸੇ ਨੇ ਇੱਥੋਂ ਵਿੰਨਿਆ ਸੀ, ਕਿਸੇ ਨੇ ਢਿੱਡ ਵਿੰਨਿਆ ਸੀ, ਤੇ ਕਿਸੇ ਨੇ ਪਤਾ ਨਹੀਂ ਕੀ ਵਿੰਨਿਆ ਹੁੰਦਾ, ਪਤਾ ਨਹੀਂ ਹੁੰਦਾ ਅੰਦਰ ਖਾਤੇ ਕੀ ਵਿੰਨਿਆ ਹੁੰਦਾ। ਸੋ ਵਾਟ ਇਜ਼ ਦ ਕੌਨਸੈਪਟ ਆਫ ਦਿਸ? ਬਿਬਲੀਕਲ ਕੌਨਸੈਪਟ ਕੀ ਹੈ? ਬਾਈਬਲ 'ਚ ਦੱਸਣ ਲਈ ਸਾਨੂੰ that was a sign of ultimate slave। ਤੁਸੀਂ ਲਾਈਫ ਲੌਂਗ ਸਲੇਵ ਹੋ ਗਏ ਹੋ, ਠੀਕ ਹੈ। ਸਾਡੇ ਪੰਜਾਬੀ 'ਚ ਅੰਕਲ ਜੀ ਇੱਕ ਮਿਸਾਲ ਦਿੰਦੇ ਨੇ, ਨੱਥ ਪਾਣਾ। ਹਾਂਜੀ। what does that mean in our context? ਨੱਥ ਕਿਹਨੂੰ ਪਾਈ ਜਾਂਦੀ ਹੈ? ਨੱਥ ਤੇ ਉਹਨੂੰ ਪਾਈ ਜਿੱਦਾਂ ਹੁਣ ਮਿਸਾਲ ਦੇ ਤੌਰ ਦੇ ਉੱਤੇ ਝੋਟਿਆਂ ਨੂੰ ਪਾਉਂਦੇ ਨੇ, ਡੰਗਰਾਂ ਨੂੰ, ਉਹ ਜਿਹੜਾ ਖਰਾਬ ਕਰਦਾ ਉਹਨੂੰ ਪਾਉਂਦੇ ਨੇ, ਠੀਕ ਤਾਂ ਹੈ, ਕਿ ਉਹਨੂੰ ਉਹ ਬੰਨ ਕੇ ਰੱਖ ਸਕਦੇ, ਫਿਰ ਉਹਦੇ ਤੇ ਕੰਟਰੋਲ ਕਰ ਸਕਦੇ ਆਸਾਨੀ ਦੇ ਨਾਲ। ਠੀਕ ਹੈ ਜੀ। ਸੋ ਨੱਥ ਪਾਉਣ ਦਾ ਸਾਡੇ ਕੌਨਸੈਪਟ ਪੰਜਾਬੀ ਕੰਟੈਕਸਟ ਵਿੱਚ ਕੀ, ਕਿਉਂਕਿ ਇਟਸ ਵੈਰੀ ਸੈਂਸਿਟਿਵ ਸਪੇਸ। ਜਾਨਵਰ ਦਾ ਜਿਹੜਾ ਨੱਥਨਾਂ ਦੇ ਵਿੱਚ ਜਿਹੜਾ ਸਪੇਸ ਹੁੰਦਾ ਵੇ, ਦਿਸ ਇਜ਼ ਵੈਰੀ ਸੈਂਸਿਟਿਵ, ਠੀਕ ਹੈ ਨਾ। ਔਰ ਇਸ ਦੇ ਜਦੋਂ ਉਹਦੇ ਵਿੱਚੋਂ ਕੋਈ ਵੀ ਲੋਹਾ ਜਾਂ ਸੰਗਲ ਜਾਂ ਕੋਈ ਵੀ ਜਿਹੜੀ ਵੀ ਧਾਤ ਜਿਹੜੀ ਹੈ ਮੈਟਲ ਉਹਦੇ 'ਚ ਗੁਜ਼ਾਰਿਆ ਜਾਂਦਾ ਵੇ, ਤੇ ਜ਼ਰਾ ਕੋ ਮਾਲਕ ਜਿਹੜਾ ਹੁੰਦਾ ਵੇ ਜਿਹਦੇ ਹੱਥ ਦੇ ਵਿੱਚ ਉਹਦੀ ਰੱਸੀ ਹੁੰਦੀ, ਉਹ ਜ਼ਰਾ ਕੋ ਉਹਨੂੰ ਖਿੱਚਦਾ ਵੇ, ਤੇ ਮਤਲਬ ਦੈਟਸ ਪੇਨ ਅ ਲੋਟ, ਠੀਕ ਹੈ ਨਾ। ਇਹਦੇ ਜ਼ਰੀਏ ਮਤਲਬ ਕਹਿੰਦੇ ਕਿਸੇ ਜਾਨਵਰ ਨੂੰ ਸੁਧਾਰਨ ਦਾ ਮਤਲਬ ਕੀ ਹੁੰਦਾ ਸੀ? ਆਪਣੇ ਕਾਬੂ 'ਚ ਕੰਟਰੋਲ ਕਰਨ ਦਾ ਮਤਲਬ ਕੀ ਹੈ ਕਿ ਇਹ ਮੇਰੀ ਮਲਕੀਅਤ ਹੈ ਔਰ ਮੈਂ ਇਹਦੇ 'ਤੇ ਕੰਟਰੋਲ ਰੱਖਣਾ ਵਾਂ, ਇਸ ਲਈ ਉਹਨੂੰ ਨੱਥ ਪਾਈ ਜਾਂਦੀ ਸੀ, ਠੀਕ ਹੈ। ਅਸੀਂ ਜਿਹੜੇ ਦੌਰ 'ਚ ਅੱਜ ਕੱਲ੍ਹ ਰਹਿ ਰਹੇ ਹਾਂ 21st ਸੈਂਚੁਰੀ, ਇਹਦੇ ਵਿੱਚ ਦਿਸ ਇਜ਼ ਪਾਰਟ ਆਫ ਅ ਫੈਸ਼ਨ, ਦਿਸ ਇਜ਼ ਨੋ ਮੋਰ ਅ ਪਾਰਟ ਆਫ ਸਲੇਵਰੀ। ਅੱਜ ਉਹਦੇ ਮਾਨੇ ਬਦਲ ਗਏ ਨੇ, ਇਟਸ ਅ ਪਾਰਟ ਆਫ ਦ ਔਰਨਾਮੈਂਟੇਸ਼ਨ। ਸਾਡੇ ਆਪਣੇ ਕੰਟੈਕਸਟ ਦੇ ਵਿੱਚ ਤੁਹਾਨੂੰ ਵੇਖਿਆ ਹੋਏਗਾ ਕਿ ਜਦੋਂ ਸ਼ਾਦੀ ਹੁੰਦੀ ਹੈ ਲੜਕੀਆਂ ਦੀ, ਉਦੋਂ ਪਹਿਲਾਂ ਪਤਾ ਨਹੀਂ ਸ਼ਾਦੀ ਤੋਂ ਪਹਿਲਾਂ ਨੱਕ ਵਿੰਨਦੇ ਨੇ ਕਿ ਨਹੀਂ ਵਿੰਨਦੇ, ਲੇਕਿਨ ਸ਼ਾਦੀ ਦੇ ਦਿਨਾਂ 'ਚ ਕਿਹਾ ਜਾਂਦਾ ਵੇ ਕਿ ਜੀ ਕੁੜੀ ਦਾ ਕੀ ਪੰਜਾਬੀ ਦੇ ਇੱਕ ਹੋਰ ਮਿਸਾਲ ਹੈ, ਬੂਹੇ ਬੈਠੀ ਜੰਝ ਤੇ ਕੀ ਕਰੋ? ਕੋਕਾ ਪਾਉਣਾ। ਕੋਕਾ ਪਾਣਾ ਇੱਕ ਹੋਰ ਹੁੰਦਾ ਨਾ, ਇੱਕ ਹੋਰ ਮਿਸਾਲ ਸਾਡੇ ਪੰਜਾਬੀ ਦੀ ਕੀ ਹੈ? ਬੂਹੇ ਬੈਠੀ ਜੰਝ ਤੇ ਵਿੰਨੋ ਕੁੜੀ ਦੇ ਕੰਨ, ਹਾਂਜੀ, ਹੈ ਨਾ। ਦਿਸ ਇਜ਼ ਕਲਚਰਲ ਈਡੀਅਮ। ਹਾਂਜੀ। ਵਾਟ ਇਜ਼ ਦਿਸ ਮੀਨਸ? ਇਟ ਮੀਨਸ ਨਾਓ ਕਿ ਜਿਹੜੀ ਲੜਕੀ ਹੈ ਜਿਹੜੀ ਆਪਣੇ ਪਹਿਲਾਂ ਮਾਂ ਪਿਓ ਦੇ ਘਰ ਸੀ, ਨਾਓ ਸ਼ੀ ਇਜ਼ ਗੋਇੰਗ ਟੂ ਬੀ ਅ ਵਾਈਫ
or in a bondage or in the supervision or in the control of her husband. ठीक है ना? This is a cultural thing. ਉਹ ਅਲੱਗ ਗੱਲ ਹੈ ਕਿ ਇਟਸ ਅ ਮਿਊਚੁਅਲ ਰਿਸਪੈਕਟ ਔਰ ਮਿਊਚੁਅਲ ਜਿਹੜੀ ਇੱਕ ਦੂਜੇ ਦੇ ਨਾਲ ਲਾਈਫ ਗੁਜ਼ਾਰਨ ਦਾ ਕਨਸੈਪਟ ਹੁੰਦਾ ਵੇ, ਬਟ ਆਈ ਐਮ ਟਾਕਿੰਗ ਅਬਾਊਟ ਕਲਚਰਲ ਕੰਟੈਕਸਟ ਨਾਓ। ਠੀਕ ਹੈ, ਸੋ ਅਸੀਂ ਇੱਥੇ ਪੜ੍ਹਨ ਦੇ ਹਾਂ ਅੱਜ ਤੋਂ ਕੋਈ 4000 ਸਾਲ ਪੁਰਾਣਾ ਕਲਚਰ, ਜਿਹਦੇ ਵਿੱਚ ਜਿਊਇਸ਼ ਜਾਂ ਲਾਅ ਐ ਸੀ ਕਿ ਉਹਦਾ ਕੰਨ ਕੀ ਕਰਤਾ ਜਾਏ, ਛੇੜ ਦਿੱਤਾ ਜਾਏ। ਉਹ ਉਦੋਂ ਇਹ ਨਿਸ਼ਾਨੀ ਹੁੰਦੀ ਸੀ ਕਿ ਕਿਉਂਕਿ ਮਾਲਕ ਜਾਂ ਜਿਹੜਾ ਓਨਰ ਹੁੰਦਾ ਸੀ, ਰਿਸਪੈਕਟੇਬਲ ਬੰਦਾ ਹੁੰਦਾ ਸੀ ਸੋਸਾਇਟੀ ਦੇ ਵਿੱਚ, ਉਹ ਆਪਣੇ ਜਿਸਮ ਜਾਂ ਆਪਣੇ ਕੰਨ ਜਾਂ ਨੱਕ ਨਹੀਂ ਛਦਵਾਉਂਦਾ। ਇਹ ਸਿਰਫ ਗੁਲਾਮਾਂ ਵਾਸਤੇ ਹੁੰਦਾ ਸੀ, ਜਿਹੜੇ ਗੁਲਾਮ ਨੇ ਲੋਅਰ ਸਟੇਟਸ ਚੜਾਵੇ। ਠੀਕ ਹੈ, ਸੋ ਦੈਟ ਵਾਜ਼ ਅ ਸਾਈਨ। ਪਬਲਿਕ ਨੂੰ ਪਤਾ ਲੱਗ ਜਾਂਦਾ ਕਿ ਯਾਰ ਇਹ ਬੰਦਾ ਜਿਹੜਾ ਵੇ, ਇਹ ਫਲਾਣੇ ਸ਼ਖਸ ਦਾ, ਇਹਨੇ ਆਪਣੀ ਜ਼ਿੰਦਗੀ ਆਪਣਾ ਨੱਕ ਜਾਂ ਕੰਨ ਛਦਵਾ ਕੇ ਜੋ ਵੀ ਹੈ ਵੇ, ਇਹ ਬੰਦੇ ਨੇ ਆਪਣੇ ਆਪ ਨੂੰ ਮੁਕੰਮਲ ਤੌਰ ਤੇ ਉਹਦੀ ਸਲੇਵਰੀ ਦੇ ਵਿੱਚ ਕੀ ਕਰ ਦਿੱਤਾ ਵੇ, ਦੇ ਦਿੱਤਾ ਵੇ, ਬੌਂਡ ਸਲੇਵ। ਸੋ ਤੁਸੀਂ ਵੇਖੋਗੇ ਹੁਣ ਇਹ ਬੌਂਡ ਸਲੇਵਰੀ ਜਿਹੜਾ ਕਨਸੈਪਟ ਹੈ, ਇਹਦਾ ਇੱਕ ਹੋਰ ਕਨਸੈਪਟ ਸੁਣੋ ਜਿਹੜਾ ਵੇ ਯਸਾਇਆ 50:5 ਪੜ੍ਹੋ ਜੀ ਜ਼ਰਾ, 4 ਤੇ 5। ਯਸ਼ਾਇਆ ਦੀ ਕਿਤਾਬ ਦਾ 50 ਬਾਬ ਤੇ 4 ਤੇ 5ਵੀਂ ਆਇਤ। ਪ੍ਰਭੂ ਯਹੋਵਾ ਨੇ ਮੈਨੂੰ ਚੇਲਿਆਂ ਦੀ ਜ਼ੁਬਾਨ ਦਿੱਤੀ, ਭਾਈ ਮੈਂ ਜਾਣਾ ਕਿ ਹੁੱਸੇ ਹੋਏ ਨੂੰ ਕਿਵੇਂ ਬਚਨ ਨਾਲ ਸਹਾਇਤਾ ਦੇਵਾਂ। ਉਹ ਮੈਨੂੰ ਸਵੇਰੇ ਸਵੇਰੇ ਜਗਾਉਂਦਾ, ਉਹ ਮੇਰੇ ਕੰਨਾਂ ਨੂੰ ਜਗਾਉਂਦਾ ਹੈ, ਭਾਈ ਮੈਂ ਚੇਲਿਆਂ ਵਾਂਗੂ ਸੁਣਾ। ਪਰ ਪ੍ਰਭੂ ਯਹੋਵਾ ਨੇ ਮੇਰੇ ਕੰਨ ਖੋਲੇ ਤਾਂ ਮੈਂ ਨਾ ਆਕੀ ਹੋਇਆ ਨਾ ਪਿੱਛੇ ਹਟਿਆ। ਠੀਕ ਹੈ ਜੀ, ਸੋ ਇੱਥੇ ਤੁਸੀਂ ਵੇਖਣ ਦਿਓ ਕਿ ਕੰਨ ਖੋਲਣ ਦਾ ਜਿਹੜਾ ਇਮੇਜ ਹੈ, ਜਿਹੜਾ ਸਿੰਬਲ ਹੈ, ਐਨਾਲੋਜੀ ਹੈ, ਨਾਓ ਇਟ ਗੋਜ਼ ਟੂ ਦ ਟੀਚਰ ਐਂਡ ਅ ਸਟੂਡੈਂਟ ਡਿਸਾਈਪਲਸ਼ਿਪ ਦੇ ਉੱਤੇ। ਠੀਕ ਹੈ, ਪਾਸਟਰ ਜੀ ਉਹ ਇਹ ਜਿਹੜਾ ਕੰਨ ਸੀ ਨਾ, ਉਹ ਇੱਥੋਂ ਨਹੀਂ ਸੀ ਵਿੰਨਦੇ, ਉਹ ਆ ਜਿਹੜੀ ਕੌਲੀ ਜਿਹੀ ਹੈ ਨਾ ਅੰਦਰ, ਉਹਨੂੰ ਸੀ ਉਹਨੂੰ, ਤੇ ਉਹਨੂੰ ਕਹਿੰਦੇ ਹੁੰਦੇ ਸੀ ਨੱਤੀ ਪਾਉਣੀ। ਠੀਕ ਹੈ, ਦੈਟ ਇਜ਼ ਦ ਪੰਜਾਬੀ ਵਰਡ ਨੱਤੀ। ਠੀਕ, ਸੋ ਅਸੀਂ ਵੇਖਣਾ ਨਹੀਂ ਯਸਾਇਆ ਨੇ ਹੁਣ ਇੱਥੇ ਉਸ ਕੰਨ ਖੋਲਣ ਦੇ ਕਨਸੈਪਟ ਨੂੰ ਉਸਤਾਦ ਔਰ ਸ਼ਾਗਿਰਦ ਦੇ ਕਨਸੈਪਟ ਵਿੱਚ ਪੇਸ਼ ਕੀਤਾ ਵੇ। ਠੀਕ ਹੈ, ਔਰ ਉਹ ਕੀ ਕਹਿ ਰਿਹਾ ਵੇ ਕਿ ਖੁਦਾਵੰਦ ਖੁਦਾ ਨੇ ਮੁਝੇ, ਉਹ ਸਿਰਫ ਕੰਨ ਨਹੀਂ ਬਲਕਿ ਜ਼ੁਬਾਨ ਦਾ ਵੀ ਇਸਤੇਮਾਲ ਕਰਦਾ ਵੇ, ਖੁਦਾਵੰਦ ਖੁਦਾ ਨੇ मुझे शागिर्द की जुबान बख्शी। ठीक है, ताकि मैं थके मांदे को तसल्ली दे सकूं। फिर आगे कहता वे वो हर सुबह मुझे जगाता और मेरा की करता वे, कान खोलता है ताकि मैं क्या करूं, सुनूं। सो इत्थे ਅਸੀਂ ਵੇਖਾਂਗੇ ਪੁਰਾਣੇ ਵਾਲੇ ਦੇ ਵਿੱਚ ਆ ਵੇਖਿਆ ਵੇ ਖਰੂਜ ਦੀ ਕਿਤਾਬ ਦੇ ਵਿੱਚ ਦੈਟ ਵਾਜ਼ ਅ ਫਿਜ਼ੀਕਲ ਸਲੇਵ ਬੌਂਡ, ਪਰ ਇੱਥੇ ਅਸੀਂ ਵੇਖਣ ਡਏ ਆ ਯਸਾਇਆ ਦੇ ਵਿੱਚ ਇਟਸ ਅ ਸਪਿਰਿਚੁਅਲ ਸਲੇਵ ਬੌਂਡ, ਕਿ ਉਹ ਆਪਣੇ ਆਪ ਨੂੰ ਮੁਕੰਮਲ ਤੌਰ ਤੇ ਸਪਿਰਿਚੁਅਲੀ ਜਿਹੜਾ ਵੇ ਉਹ ਖੁਦਾ ਦੇ ਹੱਥਾਂ ਦੇ ਵਿੱਚ ਕੀ ਕਰ ਰਿਹਾ ਵੇ, ਦੇ ਰਿਹਾ ਵੇ। ਔਰ ਜਿਵੇਂ ਗੁਲਾਮ ਐਵਰੀ ਟਾਈਮ ਅਟੈਂਟਿਵ, ਅਵੇਲੇਬਲ ਐਂਡ ਲਿਸਨਿੰਗ ਵਾਟ ਹਿਜ਼ ਮਾਸਟਰ ਇਜ਼ ਸੇਇੰਗ, ਸੇਮ ਵੇ ਯਸਾਇਆ ਨਬੀ ਕਹਿ ਰਿਹਾ ਵੇ ਕਿ ਜੀ ਖੁਦਾ ਨੇ ਮੇਰੇ ਕੰਨ ਖੋਲ੍ਹ ਦਿੱਤੇ, ਮੈਂ ਬਰਗਸ਼ਤਾ ਨਾ ਹੋਇਆ ਔਰ ਮੈਂ ਧਿਆਨ ਦੇ ਨਾਲ ਸੁਣਿਆ ਖੁਦਾ ਕੀ ਕਹਿ ਰਿਹਾ ਵੇ। ਦੈਟਸ ਦ ਆਈਡੀਆ ਇੱਥੇ ਅਸੀਂ ਵੇਖਣ ਡਏ ਹਾਂ। ਠੀਕ ਹੈ, ਇਹ ਬੌਂਡ ਸਲੇਵ ਵਾਲਾ ਕਨਸੈਪਟ ਮੈਂ ਦੇਣ ਤੋਂ ਬਾਅਦ ਚੌਹਾਨ ਸਾਹਿਬ ਨੂੰ ਮੈਂ ਰਿਕੁਐਸਟ ਕਰਾਂਗਾ, ਦੂਜਾ ਪਾਰਟ ਹੈ ਉਹਨਾਂ ਦਾ ਸਾਡੇ ਵਾਸਤੇ ਗਾਣ। ਸੋ ਅਸੀਂ ਵੇਖਣਾ ਜੀ, ਸੋ ਬੌਂਡ ਸਲੇਵ ਸਮਝ ਆ ਗਿਆ ਨਾ ਕਿ ਬੌਂਡ ਸਲੇਵ ਤੋਂ ਕੀ ਮੁਰਾਦ ਹੈ ਹੁਣ ਇੱਥੇ। ਠੀਕ ਹੈ, ਦੋ ਮਾਣੇ ਸਾਡੇ ਕੋਲ ਨੇ, ਇੱਕ ਫਿਜ਼ੀਕਲ ਸਲੇਵਰੀ ਬੌਂਡ ਸਲੇਵ, ਔਰ ਦੂਜਾ ਕੀ ਹੈ ਸਪਿਰਿਚੁਅਲ ਲਿਸਨਿੰਗ, ਟੋਟਲ ਰੈਡੀਕਲ ਓਬੀਡੀਐਂਸ। ਸੋ ਖੁਦਾ ਕੁਰਬਾਨੀ ਨਹੀਂ ਮੰਗਦਾ, ਖੁਦਾ ਸਾਡੇ ਕੋਲ ਕੀ ਮੰਗਦਾ ਵੇ, ਰੈਡੀਕਲ ਓਬੀਡੀਐਂਸ। ਠੀਕ ਹੈ, ਮਿਸਟਰ ਜੋਤੀ ਰੈਡੀਕਲ ਓਬੀਡੀਐਂਸ ਦਾ ਇੱਕ ਹਵਾਲਾ ਜ਼ਰਾ ਖੋਲੋ, ਪਹਿਲਾ ਸੈਮੂਅਲ 15 ਬਾਬ 22 ਤੋਂ 23 ਆਇਤ। ਔਰ ਅੰਕਲ ਜੀ ਤੁਸੀਂ ਅਗਰ ਖੋਲੋ ਇਬਰਾਨੀਓ 5:5 ਤੋਂ 10। ਹੁਣ ਵੇਖੋ ਇਹਦੀ ਐਪਲੀਕੇਸ਼ਨ ਯਿਸੂ ਮਸੀਹ ਤੇ ਕਿਵੇਂ ਹੁੰਦੀ ਹੈ। ਮੈਂ ਪੜਾਂਗੀ ਪਹਿਲਾ ਸੈਮੂਅਲ ਉਹਦਾ 15 ਬਾਬ ਉਹਦੀ 22 ਤੇ 23 ਆਇਤ। ਸੈਮੂਅਲ ਨੇ ਉਸ ਨੂੰ ਕਿਹਾ ਕਿ ਪ੍ਰਭੂ ਆਪਣੀ ਆਗਿਆ ਮੰਨੇ ਜਾਣ ਦੀ ਥਾਂ ਭੇਡਾਂ ਤੇ ਬਲੀਆਂ ਤੋਂ ਖੁਸ਼ ਹੁੰਦਾ ਹੈ। ਹਾਂ, ਉਸ ਦੀ ਆਗਿਆ ਮੰਨਣਾ ਬਲੀਆਂ ਤੋਂ ਕਿਤੇ ਚੰਗਾ ਹੈ ਅਤੇ ਛਤਰਿਆਂ ਦੀ ਚਰਬੀ ਨਾਲੋਂ ਉਸ ਦਾ ਸੁਣਨਾ ਚੰਗਾ ਹੈ। ਪ੍ਰਭੂ ਦੇ ਆਵਾਗਿਆਕਾਰੀ ਜਾਦੂ ਟੂਣੇ ਦੇ ਬਰਾਬਰ ਹੈ ਅਤੇ ਜਿੱਦੀਪੁਣਾ ਅਤੇ ਵਿਚਾਰ ਮੂਰਤੀ ਪੂਜਾ ਦੇ ਬਰਾਬਰ ਹੈ। ਤੂੰ ਪ੍ਰਭੂ ਦੇ ਬਚਨ ਨੂੰ ਰੱਦਿਆ ਹੈ, ਇਸ ਲਈ ਉਹ ਵੀ ਤੇਰਾ ਰਾਜਾ ਹੋਣਾ ਰੱਦਦਾ ਹੈ। ओके जी, हुक्म मानना कुर्बानी चढ़ाने से बेहतर है। आंदा जी की खुदा बकरियां ते बछड़ियां दी कुर्बानी तो खुश हुंदा है? उन्हें कहा नो। व्हाट इज द कॉन्सेप्ट बिहाइंड? बड़े लोग मैंने सवाल करते हैं, ओ जी आदम ते हवा नूं खुदा नूं पता ही जदों जी उन्हें इंज कर देना ते उन्हें इंज कर देना वे, ते क्यों खुदा ने उन्हें इंज कीता? मैं कहा जी एक्चुअली द कॉन्सेप्ट वाज नॉट कि तू खाना या नहीं खाना। The idea concept behind is obedience. Will they obey or not?
ਉਹ ਖੁਦਾ ਕੁਝ ਵੀ ਕਰ ਸਕਦਾ ਸੀ ਕਿ ਭਾਈ ਤੂੰ ਇੱਥੇ ਨਹੀਂ ਖਲੋਣਾ, ਤੂੰ ਉੱਥੇ ਨਹੀਂ ਜਾਣਾ, ਕਿ ਭਾਈ ਤੂੰ ਇੰਜ ਦੇ ਕੱਪੜੇ ਨਹੀਂ ਪਾਣੇ। ਆਈਡੀਆ ਇਹ ਨਹੀਂ ਹੈ ਕਿ ਤੁਸੀਂ ਕਰਨ ਕੀ ਡਏ ਹੋ, ਆਈਡੀਆ ਕੀ ਹੈ ਕਿ ਹਾਊ ਮਚ ਯੂ ਓਬੇ, ਹਾਊ ਮਚ ਯੂ ਲਿਸਨ। ਇਸ ਲਈ ਬਨੀ ਇਸਰਾਇਲ ਦੇ ਵਿੱਚ ਵੀ ਖੁਦਾ ਨੇ ਜਿਹੜਾ ਅਸੀਂ ਪੜ੍ਹਨੇ ਆਪਣਾ ਇਸਤਸਨਾ 8ਵੇਂ ਬਾਬ ਦੇ ਵਿੱਚ ਖੁਦਾ ਨੇ ਕਿਹਾ ਕਿ ਇਹਨਾਂ 40 ਵਰਿਆਂ ਦੇ ਵਿੱਚ ਖੁਦਾਵੰਦ ਖੁਦਾ ਨੇ ਤੇਰੇ ਦਿਲ ਨੂੰ ਅਜ਼ਮਾਇਆ ਕਿ ਤੂੰ ਖੁਦਾ ਦੀ ਫਰਮਾ ਬਰਦਾਰੀ ਕਰੇਗਾ ਜਾਂ ਨਹੀਂ ਕਰੇਗਾ। ਸੋ ਸਾਊਲ ਜਿਹੜਾ ਬਾਦਸ਼ਾਹ, ਉਹਦਾ ਜ਼ਿਕਰ ਕੀਤਾ ਸੈਮੂਅਲ ਨੇ ਇੱਥੇ ਕਿ ਉਹਨੂੰ ਕਿਹਾ ਗਿਆ ਸੀ ਕਿ ਤੂੰ ਅਮਾਲੀਕ ਦੇ ਬਾਦਸ਼ਾਹ ਔਰ ਉਹਦੇ ਕਿਸੇ ਵੀ ਕੌਮ, ਕਿਸੇ ਵੀ ਤੂੰ ਮੁਕੰਮਲ ਖੁਦਾ ਦੀ ਗੱਲ ਮੰਨੀ, ਐਵਰੀਥਿੰਗ ਸ਼ੁੱਡ ਬੀ ਐਨੀਹਿਲੇਟਡ, ਐਵਰੀਥਿੰਗ ਸ਼ੁੱਡ ਬੀ ਡਿਸਟਰੋਇਡ। ਲੇਕਿਨ ਤੂੰ ਆਉਂਦਾ, ਤੂੰ ਆ ਪਿੱਛੇ ਬੱਕਰਿਆਂ ਦਾ ਮਮਿਆਣਾ ਤੇ ਬੱਕਰਿਆਂ ਦੇ ਤੇ ਕਾਵਾਂ ਮੱਝਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ, ਇਹ ਕੀ ਹੈ? ਤੇ ਉਹਦਾ ਜਨਾਬ ਰੀਜ਼ਨ ਕੀ ਦਿੰਦਾ ਵੇ ਸਾਊਲ ਬਾਦਸ਼ਾਹ, ਓਹ ਸੈਮੂਅਲ ਮੈਂ ਤੈਨੂੰ ਦੱਸਣਾ ਭੁੱਲ ਗਿਆ ਸਾਂ ਕਿ ਉਸ ਵਿੱਚ ਮੈਂ ਨਾ ਤਾਜ਼ੇ ਤੇ ਮੋਟੇ ਤੇ ਚੰਗੇ ਛਤਰੇ ਬੱਕਰੇ ਮੈਂ ਲਾਇਆ ਤਾਂ ਕਿ ਤੇਰੇ ਖੁਦਾ ਦੇ ਹਜ਼ੂਰ ਮੈਂ ਕੁਰਬਾਨੀ ਪੇਸ਼ ਕਰਾਂ। ਐਂਡ देन सैमुअल रिप्लाइड, क्या खुदा बकरों और बछड़ों की कुर्बानी से खुश होता है? उन्होंने कहा नो, बल्कि खुदा इस गलों खुश ਹੁੰਦਾ ਵੇ ਕਿ ਉਹਦੀ ਫਰਮਾ ਬਰਦਾਰੀ ਕੀਤੀ ਜਾਏ। ਚੂੰਕਿ ਤੂੰ ਖੁਦਾ ਦੀ ਨਾਫਰਮਾਨੀ ਕਿਹਦੇ ਬਰਾਬਰ ਉਹਨੇ ਕਰਿਆ ਵੇ? ਬੁੱਤ ਪ੍ਰਸਤੀ ਔਰ ਜਾਦੂ ਟੋਣੇ ਦੇ ਬਰਾਬਰ ਹੈ। ਅਸਾਂ ਪਿਛਲੇ ਸੰਡੇ ਕਲਾਮ ਸੁਣਿਆ ਵਾਲੇ ਪਰਸੋਂ ਕਿ ਜੀ ਵਾਟ ਇਜ਼ ਕ੍ਰਿਸਚਨ ਆਈਡੋਲਟਰੀ, ਕ੍ਰਿਸਚਨ ਜਿਹੜੀ ਅਸੀਂ ਰਿਲੀਜੀਅਸ ਕਲਚਰਲ ਔਰ ਪਰਸਨਲ ਆਈਡਲ ਹੀ ਬਣਾ ਕੇ ਰੱਖਦੇ ਆ। ਉਹ ਦੱਸਣ ਡਿਆ ਵੇ ਕਿ ਇੱਥੇ ਕਿ ਜਿਹੜਾ ਖੁਦਾ ਦੀ ਨਾਫਰਮਾਨੀ ਕਰਦਾ ਵੇ ਉਹ ਕਿਹਦੇ ਵਾਂਗਰੂ ਹੈ? ਜਿਹੜਾ ਕਿ ਬੁੱਤ ਦੇ ਅੱਗੇ ਕੀ ਕਰਦਾ ਵੇ? ਉਹਦੀ ਪੂਜਾ ਕਰਦਾ ਵੇ। ਸੋ ਦੈਟਸ ਦ ਕਨਸੈਪਟ ਕਿ ਖੁਦਾ ਕਿਹੜੇ ਤੋਂ ਖੁਸ਼ ਹੁੰਦਾ ਵੇ? ਓਬੀਡੀਐਂਸ, ਖੁਦਾ ਦੀ ਗੱਲ ਮੰਨਣਾ, ਖੁਦਾ ਦੇ ਕਲਾਮ ਤੇ ਹੁਕਮ ਤੇ ਅਮਲ ਕਰਨਾ। ਓਕੇ ਜੀ, ਸੋ ਅਸੀਂ ਵੇਖਦੇ ਹਾਂ ਕਿ ਜੀ ਆਦਮ ਔਰ ਹਵਾ ਵੀ ਫੇਲ ਹੋ ਗਏ, ਬਨੀ ਇਸਰਾਇਲ ਕੌਮ ਵੀ ਫੇਲ ਹੋ ਗਈ, ਦਾਊਦ ਵੀ ਫੇਲ ਹੋਇਆ, ਔਰ ਹਰ ਬੰਦਾ ਜਿਹੜਾ ਬਾਈਬਲ ਦੇ ਮੁਕੱਦਸ ਦੇ ਵਿੱਚ ਹਰ ਬੰਦਾ ਖੁਦਾ ਦੇ ਉਸ ਸਟੈਂਡਰਡ ਔਰ ਉਸ ਫਰਮਾਂ ਬਰਦਾਰੀ ਦੇ ਲੈਵਲ ਤੇ ਨਹੀਂ ਪਹੁੰਚ ਸਕਿਆ। Then what God did, and now let's go to Jesus Christ and see what he did. ਇਬਰਾਨੀਓ 5ਵਾਂ ਬਾਬ 5 ਤੋਂ 10। ਮੈਂ ਪੜਾਂਗਾ ਇਬਰਾਨੀਆਂ ਨੂੰ 5ਵਾਂ ਬਾਬ 5 ਆਇਤ ਤੋਂ ਲੈ ਕੇ 10 ਆਇਤ ਤੱਕ। ਇਸੇ ਤਰ੍ਹਾਂ ਮਸੀਹ ਨੇ ਵੀ ਆਪਣੇ ਆਪ ਨੂੰ ਨਹੀਂ ਵਡਿਆਇਆ ਜੋ ਪ੍ਰਧਾਨ ਜਾਜਕ ਬਣੇ, ਸਗੋਂ ਉਸ ਨੇ ਉਹਨੂੰ ਆਖਿਆ ਤੂੰ ਮੇਰਾ ਪੁੱਤਰ ਹੈ, ਮੈਂ ਅੱਜ ਤੈਨੂੰ ਜਨਮ ਦਵਾਇਆ ਹੈ। ਜਿਵੇਂ ਉਹ ਇੱਕ ਹੋਰ ਥਾਂ ਵਿੱਚ ਵੀ ਆਖਦਾ ਹੈ, ਤੂੰ ਮਲਕੀਸਿਦਕ ਦੀ ਪਦਵੀ ਦੇ ਅਨੁਸਾਰ ਸਦਾ ਤੀਕ ਦਾ ਜਾਜਕ ਹੈ। ਉਹਨੇ ਉਨੀ ਦਿਨੀ ਜਦੋਂ ਦੇਹਧਾਰੀ ਹੋਈ ਸੀ ਬਹੁਤ ਢਾਹਾਂ ਮਾਰ ਕੇ ਅਤੇ ਅੰਜੂ ਕੇਰ ਕੇ ਉਸਦੇ ਅੱਗੇ ਜਿਹੜਾ ਉਹਨੂੰ ਮੌਤ ਤੋਂ ਬਚਾ ਸਕਦਾ ਸੀ ਬੇਨਤੀਆਂ ਅਤੇ ਮਿੰਨਤਾਂ ਕੀਤੀਆਂ, ਅਤੇ ਪਰਮੇਸ਼ਵਰ ਦਾ ਭੈ ਰੱਖਣ ਦੇ ਕਾਰਨ ਉਹਦੀ ਸੁਣੀ ਗਈ। ਅਤੇ ਉਹ ਭਾਵੇਂ ਪੁੱਤਰ ਸੀ, ਪਰ ਜਿਹੜੇ ਉਹਨੇ ਦੁੱਖ ਭੋਗੇ ਉਹਨਾਂ ਤੋਂ ਆਗਿਆਕਾਰੀ ਸਿੱਖੀ, ਅਤੇ ਉਹ ਸਿੱਧ ਹੋ ਕੇ ਉਹਨਾਂ ਸਭਨਾਂ ਦੀ ਜਿਹੜੇ ਉਹਦੇ ਆਗਿਆਕਾਰ ਹਨ ਸਦਾ ਦੀ ਗਤੀ ਦਾ ਕਾਰਨ ਹੋਇਆ, ਕਿ ਉਹ ਪਰਮੇਸ਼ਵਰ ਦੀ ਵੱਲੋਂ ਮਲਕੀਸਿਦਕ ਦੀ ਪਦਵੀ ਦੇ ਅਨੁਸਾਰ ਪ੍ਰਧਾਨ ਜਾਜਕ ਕਰਕੇ ਆਖਿਆ ਗਿਆ। ਠੀਕ ਹੈ ਜੀ, ਮਤਲਬ ਕੀ ਇੱਥੇ ਕਿ ਉਹਨੇ ਦੁੱਖ ਸਹਿ ਕਰ ਫਰਮਾ ਬਰਦਾਰੀ ਸਿੱਖੀ, ਕਿ ਯਿਸੂ ਮਸੀਹ ਨੇ ਆਪਣੇ ਆਪ ਨੂੰ ਟੋਟਲ ਓਬੀਡੀਐਂਸ ਦੇ ਹੱਥ ਖੁਦਾ ਦੇ ਹੱਥਾਂ ਦੇ ਵਿੱਚ। ਠੀਕ ਹੈ, ਹਾਲਾਂਕਿ ਤੁਸੀਂ ਵੇਖੋਗੇ ਕਿ ਯਿਸੂ ਮਸੀਹ ਨੇ ਬਾਗ ਗਤਸਮਨੀ 'ਚ ਦੁਆ ਵੀ ਕੀਤੀ ਹੈ। ਮੱਤੀ 26 ਬਾਬ ਦੇ ਵਿੱਚ ਅਸਾਂ ਪੜ੍ਹਦੇ ਹਾਂ ਕਿ ਖੁਦਾ ਅਗਰ ਹੋ ਸਕੇ ਤਾਂ ਇਹ ਪਿਆਲਾ ਮੁਝਸੇ ਕੀ ਹੋ ਜਾਏ, ਟਲ ਜਾਏ, ਤਾਂ ਵੀ ਮਰਜ਼ੀ ਮੇਰੀ ਨਹੀਂ ਬਲਕਿ ਕਿਹਦੀ ਪੂਰੀ ਹੋਏ? ਤੇਰੀ ਪੂਰੀ, ਮਰਜ਼ੀ ਤੇਰੀ ਪੂਰੀ ਹੋਏ। ਔਰ ਇਹ ਆਇਤ ਤੁਹਾਨੂੰ ਸੇਮ ਇੱਥੇ ਮਿਲੇਗੀ 8ਵੀਂ ਆਇਤ ਦੇ ਵਿੱਚ। ਇਹ ਸੇਮ ਕਨਸੈਪਟ ਯਿਸੂ ਮਸੀਹ ਨੇ ਬਾਗ ਗਤਸਮਨੀ ਦੇ ਵਿੱਚ ਕਨਸੈਪਟ ਦੁਹਰਾਇਆ ਵੇ ਕਿ ਵੇ ਐ ਮੇਰੇ ਖੁਦਾ ਮੇਰੀ ਖੁਸ਼ੀ ਤੇਰੀ ਮਰਜ਼ੀ ਪੂਰੀ ਕਰਨੇ में है। ਮੇਰੀ ਮਰਜ਼ੀ ਨਹੀਂ ਬਲਕਿ ਕਿਹਦੀ ਮਰਜ਼ੀ ਪੂਰੀ ਹੋਏ? ਤੇਰੀ। ਮੇਰੀ ਖੁਸ਼ੀ ਇਸ ਗੱਲ ਹੋ ਸਕੇ ਤਾਂ ਖੁਦਾਵੰਦ ਮੈਨੂੰ ਸਪੇਅਰ ਕਰ ਦੇ, ਬਟ ਨੋ ਆਈ ਐਮ ਹੇਅਰ ਓਬੇਇੰਗ। ਸੋ ਆਈਡੀਆ ਕੀ ਇੱਥੇ ਕਿ ਖੁਦਾਵੰਦ ਯਿਸੂ ਮਸੀਹ ਇਹ ਜ਼ਬੂਰ ਜਿਹੜਾ ਵੇ ਸਾਨੂੰ ਇਹ ਖੁਦਾਵੰਦ ਯਿਸੂ ਮਸੀਹ ਦੀ ਕੁਰਬਾਨੀ, ਖੁਦਾਵੰਦ ਯਿਸੂ ਮਸੀਹ ਦੀ ਫਰਮਾ ਬਰਦਾਰੀ ਔਰ ਖੁਦਾਵੰਦ ਯਿਸੂ ਮਸੀਹ ਦੀ ਟੋਟਲ ਰੈਡੀਕਲ ਓਬੀਡੀਐਂਸ ਨੂੰ ਸਾਡੇ ਸਾਹਮਣੇ ਪੇਸ਼ ਕਰਦਾ ਵੇ। ਔਰ ਇਸ ਲਈ ਇਸ ਹਵਾਲੇ ਨੂੰ, ਇਸ ਰੈਫਰੈਂਸ ਨੂੰ ਇਬਰਾਨੀਓ ਦੇ ਖਤ ਦਾ ਮੁਸੰਨਫ ਜਿਹੜਾ ਵੇ ਉਹ ਨਵੇਂ ਐਹਦਨਾਮੇ ਦੇ ਵਿੱਚ ਯਿਸੂ ਮਸੀਹ ਦੇ ਨਾਲ ਜੋੜਦਾ ਵੇ ਕਿ ਇਹ ਐਕਚੁਅਲੀ ਯਿਸੂ ਮਸੀਹ ਦਾ ਇਸ਼ਾਰਾ ਵੇ। ਸੋ ਆਈਏ ਚੌਹਾਨ ਸਾਹਿਬ ਕੋਲੋਂ ਦੂਜਾ ਜਿਹੜਾ ਜ਼ਬੂਰ ਦਾ ਪਾਰਟ ਹੈ ਉਹਦੀ ਤੁਹਾਨੂੰ ਸੁਣਨੇ ਆ ਜੀ। ਦੂਜਾ ਹੈ ਜ਼ਬੂਰ ਦਾ ਹਿੱਸਾ, 40 ਜ਼ਬੂਰ ਦਾ ਦੂਸਰਾ ਹਿੱਸਾ ਹੈ ਕਸਰਤ ਨਾਲ ਖੁਦਾਵੰਦਾ ਅਜੂਬਾ ਤੇਰੀ ਕੁਦਰਤ ਦਾ। ਹੈ ਕਸਰਤ ਨਾਲ ਖੁਦਾਵੰਦਾ
ਅਜੂਬਾ ਤੇਰੀ ਕੁਦਰਤ ਦਾ ਹੈ, ਕਸਰਤ ਨਾਲ ਖੁਦਾਵੰਦਾ। ਅਜੂਬਾ ਤੇਰੀ ਕੁਦਰਤ ਦਾ, ਤਦਬੀਰਾਂ ਤੇਰੀਆਂ ਮੇਰੇ ਰੱਬ, ਜੋ ਹਨ ਸਾਡੇ ਵਾਸਤੇ ਸਭ। ਨਾ ਐਸਾ ਕੋਈ ਹੈ ਇਨਸਾਨ ਜੋ ਕਰਕੇ, ਜੋ करे वक्खो वक्ख बयान। न ऐसा कोई है इंसान जो करे वक्खो वक्ख बयान। मैं की करा सब इजहार, के ओ बेहद हैं बेशुमार। मैं की करा सब इजहार, के ओ बेहद हैं बेशुमार। ਕੁਰਬਾਨੀ ਨੂੰ ਤੇ ਹਦੀਏ ਨੂੰ, ਖਤਾਵਤ ਦੇ ਚੜ੍ਹਾਵੇ ਨੂੰ, ਨਾ ਮੰਗਦਾ ਹੈ ਤੂੰ ਐ ਰਹਿਮਾਨ, ਪਰ ਤੂੰ ਹੈ ਖੋਲੇ ਮੇਰੇ ਕਾਨ। ਨਾ ਮੰਗਦਾ ਹੈ ਤੂੰ ਐ ਰਹਿਮਾਨ, ਪਰ ਤੂੰ ਹੈ ਖੋਲੇ ਮੇਰੇ ਕਾਨ। है कसरत नाल खुदावंदा, अजूबा तेरी कुदरत दा। ਆਮੀਨ ਆਮੀਨ। ਆਮੀਨ। ਐਸੇ ਕਨਸੈਪਟ ਨੂੰ ਇਲੈਬੋਰੇਟ ਕੀਤਾ ਵੇ 10ਵੇਂ ਬਾਬ ਦੇ ਵਿੱਚ। ਹੁਣ ਵੇਖੋ ਇਹ ਸੇਮ ਹਵਾਲਾ, ਸੇਮ ਜ਼ਬੂਰ ਇਬਰਾਨੀਓ ਦੇ ਖਾਤ ਦਾ ਮੁਸੰਨਫ ਜਿਹੜਾ ਵੇ ਉਹ ਇੱਥੇ 10ਵੇਂ ਬਾਬ ਦੇ ਵਿੱਚ ਪੇਸ਼ ਕਰਨ ਡਿਆ ਵੇ। ਇਬਰਾਨੀਓ ਦਾ ਖਾਤ 10ਵਾਂ ਬਾਬ, ਔਰ ਉਹਨੂੰ ਕਿਵੇਂ ਵੇਖੋ ਜੋੜਦਾ ਪਿਆ ਖੁਦਾਵੰਦ ਯਿਸੂ ਮਸੀਹ ਦੇ ਨਾਲ। ਇਹ ਬਿਲਕੁਲ ਡਾਇਰੈਕਟ ਕੋਟੇਸ਼ਨ ਹੈ, ਡਾਇਰੈਕਟ ਕੋਟੇਸ਼ਨ ਜ਼ਬੂਰ ਦੀਆਂ ਇਹ 5 ਹੀ ਆਇਤਾਂ ਉਹਨੇ ਇੱਥੇ ਕੋਟ ਕੀਤੀਆਂ ਨੇ। ਇਬਰਾਨੀਓ 10ਵਾਂ ਬਾਬ ਅਸੀਂ ਵੇਖਾਂਗੇ ਇੱਥੇ ਲਿਖਿਆ ਜੀ, ਕਿਉਂਕਿ ਸ਼ਰੀਅਤ ਮਤਲਬ ਜਿਹੜਾ ਆਪਾਂ ਪਹਿਲਾਂ ਪੜ੍ਹੇ ਨਾ 4 ਕੁਰਬਾਨੀਆਂ, ठीक है ना, शरीयत के मुताबिक शरीयत जिसमें आइंदा की अच्छी चीज़ों का अक्स यानी ओदा इमेज है। शरीयत वाज आ शैडो और खुदावंद यीशु मसीह ओदा की है, ओदे रियलिटी है, ठीक है। उन चीज़ों की असली सूरत नहीं, उनमें एक ही तरह की कुर्बानियाँ से जो हर साल बिला नागा गुजरानी जाती हैं, अपने पास आने वाले को हरगिज़ कामिल नहीं कर सकती। लो जी वो कुर्बानियाँ तो उत्थे डी वैल्यू हो गई, साल दे साल जाओ सही पर तुहानू ओहदा फायदा वो कामलियत तुहानू नहीं दे सकदियां, ठीक है। दैट्स नंबर 1। नंबर 2 की है वरना उनका गुजराना मौकूफ ना होता, अदरवाइज खुदा उन्होंने कहना ना खत्म हो गया काम, ऐसा चीज़ हो गया, ठीक है। की कहना है, क्योंकि जब इबादत करने वाले एक बार पाक हो जाते फिर उनका दिल उन्हें गुनहगार ना ठहराता। वो कहना जी घड़ी मुड़ी हर साल हर वारी तुसी जनाब फलानी कुर्बानी ले आओ तो टमकानी कुर्बानी ले आओ तो इंज कर लो तो उंज कर लो, तो कहना कि वो तो सारा सिस्टम खुदा ने सीज कर दिता, खत्म कर दिता, ठीक है। बल्कि वो कुर्बानियां की कर दियां हन साल ब साल गुनाहों को याद दिलाती हैं, उल्टा खत्म करने की बजाय की कर दियां हन याद दिलाती हैं, क्योंकि मुमकिन नहीं हुण अगे देखो कि आयतां कोट करेगा कि बैलों और बकरों का खून गुनाहों को दूर करे, इसलिए सिर्फ शैडो सी, अक्स सी, असली कम आंदा होना आया जे वो की है। इसीलिए वो दुनिया में आते वक्त कहता है, लो जी ज़बूर 40 कोड होने लगा जी 6वीं आयत तो डायरेक्ट कोटेशन, ठीक है। इससे लिखिया दाऊद ने में पढ़ना ही किता ज़बूर डे दाऊद दा, लेकिन कहन कौन दियावे यीशु मसीह थ्रू द होली स्पिरिट इज राइटिंग एंड अटरिंग दीज वर्ड्स कि ये इसलिए वो दुनिया में आते वक्त कहता है कि तूने कुर्बानी और नज़र को पसंद ना किया, बल्कि मेरे लिए एक बदन तैयार किया, पूरी सोख्तनी कुर्बानियों और गुनाह की कुर्बानियों से तो खुश ना हुआ। उस वक्त मैंने कहा देख मैं आया हूँ किताब के वर्कों में तुम्हारों में मेरी बाबत, यानी मैं मुकम्मल अल्टीमेट ओबीडियंस दवांगा ताकि ऐ खुदा मैं की करा तेरी मर्जी पूरी करा। नाउ यू गॉट द आइडिया। इस हवाले में तुसीं बाद च पढ़ सकते हो तफसील दे नाल कि इब्रानियों दे खात दा मुसन्नफ जिहड़ा वे ਉਹ ਐਸੇ ਜ਼ਬੂਰ ਨੂੰ ਇਹਦੀ ਤਕਮੀਲ ਖੁਦਾਵੰਦ ਯਿਸੂ ਮਸੀਹ ਦੀ ਕੁਰਬਾਨੀ, ਯਿਸੂ ਮਸੀਹ ਦੀ ਸਲੀਬ, ਯਿਸੂ ਮਸੀਹ ਦੇ ਲਹੂ ਬਹਾਨ ਔਰ ਯਿਸੂ ਮਸੀਹ ਦੇ ਨਜਾਤ ਬਖਸ਼ ਕਫਾਰੇ ਨੂੰ ਕਿਵੇਂ ਪੇਸ਼ ਕਰਦਾ ਵੇ, ਠੀਕ ਹੈ ਜੀ। ਓਕੇ ਨਾਓ ਦ ਸੈਕੰਡ ਲਾਸਟ ਪੁਆਇੰਟ, ਇਹ ਸਾਨੂੰ ਕਨਸੈਪਟ ਕਲੀਅਰ ਹੋ ਗਿਆ ਨਾ ਕਿ ਇਟਸ ਅ ਬੌਂਡ ਸਲੇਵ, ਟੋਟਲ ਰੈਡੀਕਲ ਓਬੀਡੀਐਂਸ ਔਰ ਖੁਦਾਵੰਦ ਯਿਸੂ ਮਸੀਹ ਨੇ ਉਹਨੂੰ ਕਰਕੇ ਵਿਖਾਇਆ ਵੇ, ਠੀਕ ਹੈ। ਓਕੇ ਜੀ। ਨਾਓ
ਜਿਹੜਾ ਆਪਣਾ ਅਸੀਂ ਵੇਖਦੇ ਆ 12ਵੀਂ ਆਇਤ 9 ਤੋਂ 12 ਜਿਹੜਾ ਹਿੱਸਾ ਵੇ ਉਹ ਅਸੀਂ ਵੇਖਦੇ ਆ ਕਿ ਸਿਸਟਰ ਜੋਤੀ ਸਾਨੂੰ ਦੱਸਿਆ ਸੀ ਕਿ 12ਵੀਂ ਆਇਤ ਦੇ ਉੱਤੇ ਇੱਕ ਸਰਨਾਮਾ ਵੇ ਪ੍ਰਾਰਥਨਾ ਵੀ, ਲੇਕਿਨ ਜਿਹੜੀਆਂ ਇਹ 3 ਆਇਤਾਂ ਨੇ ਇਹਦੇ ਵਿੱਚ 9 ਤੋਂ 12 ਤੱਕ, ਇਹਦੇ ਵਿੱਚ ਵੇਖੋਗੇ ਕਿ ਉਹਨੇ ਜਿਹੜਾ ਕੰਮ ਕੀਤਾ ਵੇ ਉਹਨੂੰ ਪਬਲਿਕ ਪ੍ਰੇਜ਼ ਦੇ ਵਿੱਚ ਲੈ ਕੇ ਆ ਰਿਹਾ। ਇਟਸ ਅ ਪਬਲਿਕ ਪ੍ਰੋਕਲੇਮੇਸ਼ਨ। ਔਰ ਪਬਲਿਕ ਪ੍ਰੋਕਲੇਮੇਸ਼ਨ ਕਿਵੇਂ ਵੇ? अंदर देख 9वीं आयत, मैंने बड़े मजमे में सदाकत की तेरी सच्चाई दी खुदा ने मैं की दी है, मैं गवाही दी है, बशारत दी है, मैं उन्होंने प्रोक्लेम कर दिता वे। मैं अपना मुंह बंद नहीं रखांगा हुण इत्थे ठीक है ना, मैं दसांगा लोकां नूं, आंदा मैं रोक नहीं सकता। खुदावन तू जानता है, यू नो मैंने तेरी सदाकत अपने दिल में छिपा। साडा रहन बहन, साडा खाना पीना, साडा रुपया पैसा, साडा उठना बैठना, एवरीथिंग डेमोनस्ट्रेट दैट हू वी आर। खुदा ने साडा नाल की कीता वे, असीं खुदा दे लोग आ। इट्स नॉट ओनली 1.5 घंटे ਲਈ 2 घंटे ਲਈ ਚਰਚ 'ਚ ਹੀ ਕੀ ਹੁੰਨੇ ਆ। नो, दैट्स अ लाइफस्टाइल, इट्स अ होल लाइफ स्पैन। सो की कह रहे वे कि मैंने तेरी सदाकत दिल में छुपा नहीं रखी, मैंने तेरी वफादारी और निजात दा की कीता वे, इजहार कीता वे। ठीक है, ਉਹ ਮਿਸਾਲ ਦਾ ਮੁਸੰਨਫ ਕਹਿੰਦਾ ਨਾ, ਆਂਦਾ ਛੁਪੀ ਮੁਹੱਬਤ ਸੇ ਖੁੱਲੀ ਮਲਾਮਤ ਬਿਹਤਰ। ਆਂਦਾ ਤੁਸੀਂ ਪਿਆਰ ਕਰਦੇ ਹੋ ਖੁਦਾ ਦੇ ਨਾਲ ਜਾਂ ਖੁਦਾ ਦੇ ਲੋਕਾਂ ਨਾਲ, ਜਾਂ ਚਲੋ ਕਿਸੇ ਇਨਸਾਨ ਨਾਲ ਹੀ ਕਰਦੇ ਹੋ, ਇਨਸਾਨ ਇਜ਼ ਅ ਵੇ ਟੂ ਲਵ ਗॉड। ਕੋਈ ਤੁਹਾਨੂੰ ਕੁੜੀ ਜਾਂ ਮੁੰਡਾ ਜਾਂ ਬੰਦਾ ਕੋਈ ਤੁਹਾਨੂੰ ਪਸੰਦ ਆ ਜਾਂਦਾ ਵੇ, ਉਹ ਕਹਿੰਦਾ ਜੀ ਕਿ ਤੁਸੀਂ ਖੁੱਲੀ ਛੁਪੀ ਮੁਹੱਬਤ ਸੇ ਖੁੱਲੀ ਮਲਾਮਤ, ਆਂਦਾ ਚੰਗਾ ਕਿ ਤੁਸੀਂ ਉਹਨੂੰ ਮਲਾਮਤ ਕਰ ਦਿਓ ਖੁੱਲੇ ਦਿਲ ਦੇ ਨਾਲ, ਛੁਪਾ ਕੇ ਨਾ ਰੱਖੋ। ਡੋਂਟ ਸਟੋਰ ਇਟ, ਡੋਂਟ ਡੂ ਇਟ। ਇੱਥੇ ਕੀ ਕਹਿ ਰਿਹਾ ਖੁਦਾਵੰਦ ਦੀ ਪ੍ਰਸਤਿਸ਼ ਨੂੰ? ਕੀ ਕਹਿ ਰਿਹਾ ਵੇ? ਉਹਨੂੰ ਲੁਕਾ ਕੇ ਨਾ ਰੱਖੋ, ਉਹਨੂੰ ਕੀ ਕਰੋ? ਉਹਨੂੰ ਦੱਸੋ, ਔਰ ਮਜਮਿਆਂ ਦੇ ਵਿੱਚ ਜਾ ਕੇ ਦੱਸੋ, ਲੋਕਾਂ ਦੇ ਵਿੱਚ ਜਾ ਕੇ ਦੱਸੋ ਕਿ ਖੁਦਾ ਨੇ ਮੇਰੇ ਵਾਸਤੇ ਕਿੱਡੇ ਵੱਡੇ ਵੱਡੇ ਕੰਮ ਕੀਤੇ ਨੇ। ਤੇਰੀ ਸ਼ਫਕਤ ਔਰ ਸੱਚਾਈ ਬੜੇ ਮਜਮਾ ਸੇ ਨਹੀਂ ਛੁਪਾਈ। ਵੇਖੋ ਕੈਸੀ ਪੋਇਟਰੀ ਕੀਤੀ ਉਹਨੇ, ਤੇਰੀ ਸ਼ਫਕਤ ਔਰ ਸੱਚਾਈ। ਆਇਆ ਤੇ ਜਨਾਬ ਚੌਹਾਨ ਸਾਹਿਬ ਇਹ ਤਾਂ ਕਾਫੀਆ ਬਣ ਗਿਆ, ਰਦੀਫ ਪੂਰਾ ਆ ਗਿਆ ਹੈ ਕਿ ਮੈਂ ਉਰਦੂ ਪੜ੍ਹਨ ਡਿਆ, ਲੇਕਿਨ ਆਂਦਾ ਮੈंने तेरी शफकत और सच्चाई बड़े मजमे से नहीं छुपाई। ठीक है, ਹੁਣ ਅੱਗੇ ਦੁਆਵਾਂ ਆ ਰਹੀਆਂ ਨੇ। ਦੁਆਵਾਂ ਕੀ ਨੇ? ਅੱਛਾ, ਵੈਸੇ ਜਿਹੜੇ ਲੋਕ ਦੁਆਵਾਂ, ਕਈਆਂ ਲੋਕਾਂ ਨੂੰ ਨਾ ਸਮਝਦੇ ਕਿ ਦੁਆ ਕੀ ਕਰੀਏ, ਉਹ ਤੁਹਾਨੂੰ ਵੈਸੇ ਦੁਆਵਾਂ ਦਾ ਪੈਟਰਨ ਇਸ ਲਈ ਜ਼ਬੂਰ ਦੀ ਕਿਤਾਬ ਫੋਕਸ ਕਰਨਾ ਕਿ ਯੂ ਲਰਨ ਦ ਲੈਂਗੁਏਜ, ਯੂ ਲਰਨ ਕਿ ਖੁਦਾ ਸਾਨੂੰ ਕਿਹੜੀ ਜ਼ਬਾਨ ਦਿੱਤੀ, ਅਸਾਂ ਕਿਵੇਂ ਇਸਤੇਮਾਲ ਕਰਨਾ, ਖੁਦਾ ਦੀ ਪ੍ਰੋਟੋਕੋਲ ਕੀ ਹੈ, ਲੈਂਗੁਏਜ ਸਰਕਾਰੀ ਕੀ ਇਸਤੇਮਾਲ ਹੋਏਗੀ, ਰੂਹਾਨੀ ਲੈਂਗੁਏਜ ਕੀ ਇਸਤੇਮਾਲ ਹੋਏਗੀ। ਤੇ ਜ਼ਬੂਰ ਸਾਡੀ ਮਦਦ ਕਰਦੇ ਨੇ ਸਾਨੂੰ ਦੁਆਵਾਂ ਸਿਖਾਉਣ ਲਈ ਵੀ। ਕੀ ਨੇ ਦੁਆਵਾਂ? ਸੁਣੋ ਜ਼ਰਾ ਕੀ ਕਹਿ ਰਿਹਾ। कहते जी, ए खुदावन तू मुझ पर रहम करने में दरेग ना कर। अंदर रोकना मेरे तो रहम की आ खुदावन दा। ठीक है, दैट्स नंबर 1 प्रे। अगर रीजन दसना, मैं रीजन वाल नहीं जावांगा, मैं सिर्फ दुआवां दसन लगा की दुआ ने की, रीजन तुम पढ़ दे अगे। ठीक है, 13वीं आयत, ए खुदावंद मेहरबानी करके मुझे छुड़ा, ए खुदावंद मेरी मदद के लिए जल्दी कर। काली पा फटाफट है सब खुदावंद कर ले। किनियां दुआवां किनियां हो गई ना जी? 3 हो गई। ठीक है, अच्छा अगे की कहन दिया वे आखिरी आयत जी ना 17वीं आयत का आखिरी पार्ट, आखिरी लाइन की करिए, ऐ मेरे खुदा देर ना कर। खुदावन छेती कर, हुण ते आंदा, हुण ते नहीं रह जाता। ठीक है ना, हुण ते खुदावन तू अपना कम वहा, मेरी दुआ नूं सुन ले। ओके, 16वीं आयत बड़ी इंपॉर्टेंट इहदे विच, ओह की है? कहंदे जी आंदा जी, तेरे सब तालिब तुझ में खुशो खुर्रम हो। किस में खुश खुर्रम हो? What pleases them? God. दुनियादारी, महफिलां, गैदरिंग, ये वो ते इधर उधर दे काम, ये वो आंदा उन्हां दी खुशी किदे विच है? तेरे विच। खुदावंद तुझ में खुश रहे। ठीक है, तेरी निजात के आशिक हम, मेरे को तो लफ्ज़ आशिक तुहाडे कोल की है वैसे 16वीं आयत दे विच? जरा मैं वेखना चाह रहा पंजाबी नूं किवें इस्तेमाल कीता है। मुक्ति दे प्रेमी। वाह जी वाह, मुक्ति यार तो कोई टाइटल हो सकता है गीत का, क्यों नहीं चौहान साहब? मुक्ति दे प्रेमी हैं, निजात के आशिक। ठीक है, ਤੁਹਾਡੇ ਕੋਲ ਕੀ ਹੈ ਜੀ? ਪਰ ਤੇਰੇ ਖੋਜੀ ਹਮੇਸ਼ਾ ਤੇਰੀ ਸੰਗਤ ਵਿੱਚ ਆਨੰਦਿਤ ਅਤੇ ਖੁਸ਼ ਹੋਣ, ਉਹ ਤੇਰੀ ਮੁਕਤੀ ਨੂੰ ਪਿਆਰ ਕਰਦੇ ਹਨ। ਓਕੇ, ਤੇਰੇ ਮੋਹ ਮੁਕਤੀ ਦੇ ਪ੍ਰੇਮੀ, ਨਿਜਾਤ ਕੇ ਆਸ਼ਿਕ ਉਰਦੂ ਦੇ ਵਿੱਚ। ਠੀਕ ਹੈ ਨਾ, ਸੋ ਪ੍ਰੇਮ ਜਿਹੜਾ ਵੇ ਨਾ ਖੁਦਾ ਦੇ ਨਾਲ, ਠੀਕ ਹੈ ਨਾ, ਖੁਦਾ ਦੇ ਨਾਲ ਇਸ਼ਕ ਹੋ ਜਾਣਾ। ਵੇਖੋ ਸੂਫੀਜ਼ਮ ਜਿਹੜਾ ਨਾ ਸਾਨੂੰ ਬੜਾ ਅੱਛਾ, ਜਿਹੜੇ ਮੇਰੇ ਮੁਸਲਮਾਨ ਦੋਸਤ ਨੇ, ਸੂਫੀਜ਼ਮ ਜਿਹੜਾ ਵੇ ਨਾ, ਉਹ ਕਦੀ ਮੈਂ ਸੋਚਦਾ ਵਾ ਜਿਨ੍ਹਾਂ ਲੋਕਾਂ ਨੇ ਤਰਜਮਾ ਕੀਤਾ ਨਾ ਬਾਈਬਲ ਦਾ ਉਰਦੂ ਦੇ ਵਿੱਚ, ਉਹਨਾਂ ਨੇ ਲਫ਼ਜ਼ ਯੂਜ਼ ਕੀਤਾ ਨਾ ਮੁਹੱਬਤ। ਮੁਹੱਬਤ ਥੋੜਾ ਜਿਹਾ ਹਲਕਾ ਲਫ਼ਜ਼ ਹੈ, ਇਟਸ ਸਿੰਪਲ ਲਵ। ਠੀਕ ਹੈ ਨਾ, ਔਰ ਲਵ ਅੱਜ ਕੱਲ੍ਹ ਆਈ ਐਮ ਲਵ ਇਨ ਇਟ, ਲਵ ਤੇ ਮੈਕਡੋਨਲਡ ਵਾਲੇ ਵੀ ਯੂਜ਼ ਕਰ ਛੱਡਦੇ ਨੇ। ਠੀਕ ਹੈ ਨਾ,
ਉਹ ਜਿਹੜੀ ਸ਼ਾਨ ਪਸੰਦ ਹੈ ਆਈ ਲਵ ਦਿਸ, ਜਿਹੜੇ ਸ਼ਾਇਦ ਸਾਨੂੰ ਲਵ ਹੁੰਦਾ ਅਸੀਂ ਖਾ ਜਾਂਦੇ ਆ, ਠੀਕ ਹੈ ਨਾ। ਅੱਛਾ, ਸੋ ਉਹ ਕਹਿੰਦਾ ਜੀ ਜਿਹੜਾ ਅਗਰ ਮੈਨੂੰ ਮੌਕਾ ਮਿਲਦਾ ਤਰਜਮਾ ਕਰਨ ਦਾ ਨਵੇਂ ਅਹਿਦਨਾਮੇ ਦੇ ਵਿੱਚ ਖੁਦਾ ਦੀ ਮੁਹੱਬਤ ਨੂੰ, ਆਈ ਵੁੱਡ ਯੂਜ਼ ਵਰਡ ਇਸ਼ਕ। इश्क that is the appropriate word, ਕਿਉਂਕਿ ਇਸ਼ਕ ਜਿਹੜਾ ਵੇ ਨਾ, that is beyond human reasoning and human calculation analysis. Now this is direct link. ਸੋ ਅਗਰ ਮੈਂ ਤਰਜਮਾ ਕਰਦਾ ਫਿਰ ਕੀ ਹੋਣਾ ਚਾਹੀਦਾ ਸੀ? ਫਿਰ ਪਤਾ ਕੀ ਹੁੰਦਾ? ਯੋਹੰਨਾ 3:16 ਕਹਿੰਦੇ ਯਾਰ, ਯੋਹੰਨਾ 3:16 ਕੀ ਹੈ ਵਾਲਾ? खुदा ਖੁਦਾ ਨੇ ਜਹਾਨ ਨਾਲ ਐਸਾ ਇਸ਼ਕ ਕੀਤਾ। इश्क कीता। अच्छा, ਪੰਜਾਬੀ ਚ ਅਗਰ ਮੈਂ ਯੂਜ਼ ਕਰਦਾ ਮੈਂ ਕੀ ਕਹਿਣਾ ਸੀ ਕਿ ਖੁਦਾ ਨੇ ਜਗਤ ਜਹਾਨ ਨਾਲ ਕੀ ਕੀਤਾ? ऐसा इश्क कीता ਇਸ਼ਕ ਕੀਤਾ ਕਿ ਉਹਨੇ ਆਪਣਾ ਇਕਲੌਤਾ ਪੁੱਤਰ ਦਾਨ ਕਰ ਦਿੱਤਾ। ਖੁਦਾਵੰਦ ਸਾਨੂੰ ਵੀ ਇੰਝ ਦਾ ਦਾਨ ਕਰਨ ਦਾ ਔਰ ਖੁਦਾ ਦੀ ਮੁਹੱਬਤ ਦਾ, ਖੁਦਾ ਦੇ ਇਸ਼ਕ ਦਾ ਆਪਣੀ ਫਰਮਾ ਬਰਦਾਰੀ ਦੇ ਨਾਲ ਰਿਸਪੌਂਸ ਕਰਨ ਦਾ ਫਜ਼ਲ ਦੇਵੇ। ਆਮੀਨ। आमीन। Thank you. ਭਾਈ ਸਾਹਿਬ ਜੀ ਸਾਨੂੰ ਇਸ ਜ਼ਬੂਰ 40 ਤੇ ਸੋਹਣਾ ਵਚਨ ਦੇਣ ਦੇ ਲਈ, ਤੇ ਹੁਣ ਮੈਂ ਰਿਕੁਐਸਟ ਕਰੂੰਗੀ ਜੋਸ਼ੂਆ ਜੀ ਨੂੰ ਕਿ ਉਹ ਇੱਥੇ ਸਾਨੂੰ ਰਿਫਲੈਕਸ਼ਨ ਦੇਣ। इंतजार जेड़ा ना, इंतजार बड़ी औखी चीज है, मगर कई बारी इंतजार करन दे नाल बड़े फायदे हुंदे। जिस तरह कि डेविड नूं इंतजार उन्हें कीता ते उन्हें चार फायदे मिले। Doing God's will sometimes mean waiting patiently. While we wait, we can God serve others and tell others about Him. Waiting for God to help us is not easy, but David received 4 benefits from waiting God. Number 8, lifted him out of his despair. Number 2 is set his feet on rock. Third one, gave him place to stand. Chautha, put a new song of praise in his mouth. Often blessing cannot be received unless we go through the trial of waiting. The prophet Samuel told Saul to obey is better than sacrifice. Make sure that you give God the obedience and lifelong service He desires from you. Sacrifice and offering you did not desire. The religious ritual of David's day involved sacrificing animal in the tabernacle. David says these acts were meaningless unless done for the right reason. Today we often make a ritual of going to church, taking communion, or paying tithes. These activities are also empty if our reason for doing them are selfish. God doesn't want these sacrifices and offering without an attitude of devotion to Him. Dasवीं आयत दे विच, when we think of faithfulness, a friend or a spouse may come to mind. People who are faithful to us accept and love us even when we are unlovable. Faithful people keep their promises, whether promise of support or promises made in our marriage. God's faithfulness is like human faithfulness. Only perfect His love is absolute, and His promises are irrevocable. His love us in spite of our constant bent towards sin, and He kept all the promises He has made to us, even when we break our promises to Him. That's it. ਥੈਂਕ ਯੂ ਜੋਸ਼ੂਆ ਜੀ ਸਾਨੂੰ ਰਿਫਲੈਕਸ਼ਨ ਦੇਣ ਦੇ ਲਈ। ਸੱਚੀ ਇੰਤਜ਼ਾਰ ਕਰਨਾ ਬਹੁਤ ਔਖਾ ਹੁੰਦਾ ਆ, ਤੇ ਡੇਵਿਡ ਨੂੰ ਦਾ ਫਲ ਮਿਲਿਆ ਇੰਤਜ਼ਾਰ ਕਰਕੇ। ਸੋ ਥੈਂਕ ਯੂ ਸਾਨੂੰ ਇਹ ਰਿਫਲੈਕਸ਼ਨ ਦੇਣ ਦੇ ਲਈ। ਇਸ ਤੋਂ ਮੈਨੂੰ ਹੰਨਾ ਦੀ ਪ੍ਰੇਅਰ ਦਾ ਯਾਦ ਆ ਗਿਆ ਕਿ ਹੰਨਾ ਨੇ ਕਿੰਨਾ ਇੰਤਜ਼ਾਰ ਕੀਤਾ ਤੇ ਉਹਨੂੰ ਉਹਦਾ ਵੀ ਫਲ ਮਿਲਿਆ। ਸੋ ਕਈ ਵਾਰੀ ਸਾਡਾ ਪਰਮੇਸ਼ਰ ਸਾਡਾ ਕਮਿਟਮੈਂਟ ਦੇਖਦਾ ਹੈ ਕਿ ਸਾਡਾ ਕਮਿਟਮੈਂਟ ਪਰਮੇਸ਼ਰ ਦੇ ਨਾਲ ਕਿੰਨਾ ਆ।
ਸੋ ਮੈਂ ਹੁਣ ਰਿਕੁਐਸਟ ਕਰੂੰਗੀ ਸਿਸਟਰ ਜੋਤੀ ਜੀ ਨੂੰ ਕਿ ਉਹ ਸਾਨੂੰ ਇਸ ਤੇ ਰਿਫਲੈਕਸ਼ਨ ਦੇਣ। ਥੈਂਕ ਯੂ ਰੀਨਾ। ਮੈਂ ਸੋਚਦੀ ਸੀ ਜਦੋਂ ਅਸੀਂ ਜ਼ਬੂਰ ਪਾਸਟਰ ਜੀ ਕੋਲੋਂ ਸੁਣਦੇ ਸੀਗੇ ਕਿ ਦਾਊਦ ਦੇ ਜਿਹੜੇ ਜ਼ਬੂਰ ਆ, ਜਿੱਦਾਂ ਆਪਾਂ ਜਦੋਂ ਹੁਣ ਪੜ੍ਹਦੇ ਆ ਇਹਨਾਂ ਨੂੰ ਡਿਟੇਲ ਦੇ ਵਿੱਚ, ਕਿੰਨੇ ਹੈਵੀ ਜ਼ਬੂਰ ਨੇ। ਔਰ ਜਿੰਨੇ ਵੀ ਜ਼ਬੂਰ ਆਪਾਂ ਪੜ੍ਹੇ ਆ ਦਾਊਦ ਦੇ, ਉਸਨੇ ਹਰ ਇੱਕ ਚੀਜ਼ ਨੂੰ ਐਕਸਪਲੇਨ ਵਿੱਚ ਕੀਤਾ ਆ ਕਿ ਉਸਦੀ ਮਹਿਮਾ ਦੇ ਗੀਤ, ਉਸਦੀ ਦਇਆ ਦੀ ਗੀਤ, ਉਸਨੇ ਆਪਣੇ ਪਾਪਾਂ ਦੀ ਮਾਫੀ, ਉਸਨੇ ਬਹੁਤ ਸਾਰੀਆਂ ਚੀਜ਼ਾਂ ਐਸੀਆਂ, ਉਸਨੇ ਹਰ ਇੱਕ ਚੀਜ਼ ਨੂੰ, ਖੁਦਾ ਦੀ ਚੀਜ਼ ਨੂੰ ਉਹਨੇ ਜ਼ਾਹਿਰ ਕੀਤਾ ਹੈ, ਜਿਹੜਾ ਕਿ ਬਹੁਤ ਸਾਰੀ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਜ਼ਬੂਰਾਂ ਦੇ ਵਿੱਚ ਕਈ, ਜੈਸੇ ਆਪਾਂ ਪਹਿਲਾਂ ਪੜ੍ਹਦੇ ਸੀ ਕਿ ਆਪਾਂ ਉਦਾਂ ਹੀ ਪੜ੍ਹਦੇ ਹਾਂ, ਜਿਸ ਤਰ੍ਹਾਂ ਗੀਤ ਵੀ ਬਣਾਏ ਹੋਏ ਆ ਜ਼ਬੂਰ, ਆਪਾਂ ਭਜਨ ਗੀਤ ਗਾਉਂਦੇ ਆ। ਲੇਕਿਨ ਜਦੋਂ ਆਪਾਂ ਡਿਟੇਲ ਦੇ ਵਿੱਚ ਜਾਂਦੇ ਹਾਂ, ਹੁਣ ਜਿਸ ਤਰ੍ਹਾਂ ਮੈਂ ਦੇਖ ਰਹੀ ਸੀਗੀ ਤੇ ਮੈਂ ਉਹ ਸੋਚਦੀ ਸੀਗੀ ਕਿ ਜਿੰਨੇ ਵੀ ਦਾਊਦ ਦੇ ਜ਼ਬੂਰ ਨੇ, ਉਸਨੇ ਹਰ ਇੱਕ ਚੀਜ਼ ਦਾ ਉਸਦੇ ਵਿੱਚ ਉਸਨੇ ਨਿਚੋੜ ਦਿੱਤਾ ਹੋਇਆ ਕਿ ਉਸਦੀ ਮਹਿਮਾ ਦਾ, ਖੁਦਾ ਨੇ ਕਿਹੜੇ ਕਿਹੜੇ ਕੰਮ ਕੀਤੇ ਸਾਡੇ ਲਈ, ਔਰ ਖੁਦਾ ਨੇ ਉਸਨੇ ਹਰ ਇੱਕ ਚੀਜ਼ ਦੀ ਜੋ ਜਿਸ ਤਰ੍ਹਾਂ ਦਾਊਦ ਨੇ, ਉਸ ਕੋਲ ਇੰਨਾ ਟਾਈਮ ਮਤਲਬ ਖੁਦਾ ਦੀ ਪ੍ਰਸਤੀ ਚ ਲਈ ਸੀ ਕਿ ਉਹਨੇ ਇੰਨੇ ਸਾਰੇ ਜ਼ਬੂਰ ਲਿਖੇ ਜੋ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਬਹੁਤ ਕੰਮ ਕਰਦੇ ਆ। ਔਰ ਮੈਂ ਜਦੋਂ ਇਸਦੀ 4 ਆਇਤ ਮੈਂ ਦੇਖਦੀ 4 ਤੇ 5 ਆਇਤ, ਵਾਕਈ ਧਨ ਹੈ ਉਹ ਮਨੁੱਖ ਜੋ ਪ੍ਰਭੂ ਤੇ ਭਰੋਸਾ ਰੱਖਦਾ ਹੈ, ਜੋ ਹੰਕਾਰੀਆਂ ਨੂੰ ਦੇ ਪਿੱਛੇ ਨਹੀਂ ਜਾਂਦਾ ਅਤੇ ਜੋ ਝੂਠੇ ਦੇਵਤਿਆਂ ਦੀ ਪੂਜਾ ਨਹੀਂ ਕਰਦਾ। ਉਸਨੇ ਖੁਦਾ ਦੇ ਉੱਤੇ ਵਿਸ਼ਵਾਸ ਰੱਖਿਆ। ਸਾਡੀ ਲਾਈਫ ਵਿੱਚ ਵੀ ਇਸ ਤਰ੍ਹਾਂ ਹੁੰਦਾ ਕਿ ਅਸੀਂ ਕਈ ਵੇਲੇ ਅਸੀਂ ਇਹਦਾ ਸੋਚਦੇ ਹਾਂ ਕਿ ਦੂਸਰਿਆਂ ਦੀ, ਜਦੋਂ ਅਸੀਂ ਇੱਕ ਤਰ੍ਹਾਂ ਦਾ ਦੇਖਦੇ ਹਾਂ ਕਿ ਉਸ ਦੇ ਕੋਲ ਸਾਡੇ ਨਾਲੋਂ ਜ਼ਿਆਦਾ ਕੁਛ ਹੈ, ਜਾਂ ਕਦੀ ਇਹ ਤਾਂ ਆਪਾਂ ਕਈ ਵਾਰ ਸੋਚਦੇ ਹਾਂ ਕਿ ਇਹ ਤਾਂ ਸਾਡੇ ਖੁਦਾ ਨੂੰ ਨਹੀਂ ਮੰਨਦੇ, ਲੇਕਿਨ ਦੂਸਰੇ ਦੇਵਤਿਆਂ ਦੀ ਪੂਜਾ ਕਰਦੇ ਆ। ਲੇਕਿਨ ਜੋ ਵੀ ਹੈ ਉਹਨਾਂ ਨੂੰ ਜੋ ਆਈਡਲ ਪੂਜਾ ਹੈ, ਜਿਸ ਤਰ੍ਹਾਂ ਆਪਾਂ ਸੋਚਦੇ ਹਾਂ ਕਿ ਵਾਕਈ ਉਹ ਖੁਦਾ ਨੇ ਇੱਕ ਇਸ ਦੇ ਵਿੱਚ ਨਿਚੋੜ ਵੀ ਦਿੱਤਾ ਹੈ ਕਿ ਵਾਕਈ ਜੋ ਪ੍ਰਭੂ ਨੂੰ ਮੰਨਦਾ ਹੈ, ਬੇਸ਼ੱਕ ਸਾਨੂੰ ਉਹਨੀਆਂ ਬਰਕਤਾਂ ਜੋ ਉਹਨਾਂ ਦੇ ਕੋਲ ਹੈ ਉਹ ਸਾਡੇ ਕੋਲ ਨਹੀਂ ਹੈ, ਲੇਕਿਨ ਸਾਡੇ ਕੋਲ ਪ੍ਰਭੂ ਦਾ ਵਚਨ ਹੈ, ਜੋ ਸਾਡੇ ਕੋਲ ਸਾਰਿਆਂ ਨਾਲੋਂ ਵੱਡੀ ਬਰਕਤ ਸਾਡੀ ਇਹ ਹੁੰਦੀ ਆ ਕਿ ਜੋ ਅਸੀਂ ਖੁਦਾ ਨੂੰ ਜਦੋਂ ਮੰਨਦੇ ਹਾਂ ਔਰ ਅਸੀਂ ਉਹਦੇ ਵਚਨ ਨੂੰ ਪੜ੍ਹਦੇ ਹਾਂ, ਜੋ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਕਰਦਾ ਹੈ। ਦੁਨਿਆਵੀ ਚੀਜ਼ਾਂ ਵੱਲ ਨਾ ਜਾਂਦੇ ਹੋਏ ਅਗਰ ਅਸੀਂ ਵਚਨਾਂ ਨੂੰ ਦੇਖੀਏ ਤੇ ਇਸ ਦੇ ਵਿੱਚ ਜਿੰਨੇ ਵੀ ਜ਼ਬੂਰ ਆ ਸਾਡੀ ਹਿੰਮਤ ਦੇ, ਸਾਨੂੰ ਹਿੰਮਤ ਦਿੰਦੇ ਆ ਜਦੋਂ ਅਸੀਂ ਬਹੁਤ ਕਈ ਵਕਤ ਕਮਜ਼ੋਰ ਵੀ ਹੁੰਦੇ ਆ ਜਾਂ ਅਸੀਂ ਪਰੇਸ਼ਾਨ ਹੁੰਦੇ ਆ। ਤੇ ਜਦੋਂ ਵੀ ਅਸੀਂ ਕੋਈ ਵੀ ਜ਼ਬੂਰ, ਮੈਂ ਤਾਂ ਇਸ ਤਰ੍ਹਾਂ ਕਰਦੀ ਹਾਂ, ਜਦੋਂ ਵੀ ਮੈਨੂੰ ਕੋਈ ਥੋੜਾ ਬਹੁਤ ਸਟ੍ਰੈਸ ਹੁੰਦਾ ਜਾਂ ਕਿਸ ਤਰ੍ਹਾਂ, ਲੇਕਿਨ ਮੈਂ ਜ਼ਬੂਰ ਅਸੀਂ ਪੜ੍ਹਦੇ ਹਾਂ ਤੇ ਉਸਦੇ ਵਿੱਚੋਂ ਸਾਨੂੰ ਕੁਛ ਨਾ ਕੁਛ ਐਸਾ ਮਿਲ ਜਾਂਦਾ ਸਾਡੀ ਜ਼ਿੰਦਗੀ ਨੂੰ ਹੋਰ ਵੀ ਮਜ਼ਬੂਤ ਕਰ ਦਿੰਦਾ ਸਾਨੂੰ ਅੰਦਰੋਂ। ਇਸ ਦੀ 9 ਔਰ 10 ਆਇਤ ਜਿਹੜੀ ਆ, ਜਦੋਂ ਹੁਣ ਤੁਸੀਂ ਬ੍ਰਦਰ ਜੀ ਵੀ ਦੱਸ ਰਹੇ ਸੀ ਕਿ ਤੇਰੇ ਸ਼ੁਭ ਸਮਾਚਾਰ ਬਾਰੇ ਮੈਂ ਮਹਾਸੰਗਤ ਵਿੱਚ ਪ੍ਰਚਾਰ ਕੀਤਾ, ਦੇਖ ਮੈਂ ਆਪਣਾ ਮੂੰਹ ਬੰਦ ਨਹੀਂ ਰੱਖਿਆ। ਬਾਕੀ ਖੁਦਾਵੰਦ ਜੋ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਕੰਮ ਕਰਦਾ, ਸਾਨੂੰ ਦਾਊਦ ਦੀ ਤਰ੍ਹਾਂ ਸਾਨੂੰ ਵੀ ਆਪਣੀਆਂ ਗਵਾਹੀਆਂ ਦੇਣੀਆਂ ਚਾਹੀਦੀਆਂ ਖੁਦਾ ਦੇ ਚੰਗੇ ਕੰਮਾਂ ਦੀਆਂ। ਜ਼ਰੂਰੀ ਨਹੀਂ ਕਿ ਸਾਨੂੰ ਜੋ ਦੁਨਿਆਵੀ ਚੀਜ਼ਾਂ ਮਿਲਦੀਆਂ ਉਸਦੀ ਗਵਾਹੀ ਨਹੀਂ, ਜੋ ਅਗਰ ਅਸੀਂ ਜਦੋਂ ਵਚਨ ਪੜ੍ਹਦੇ ਹਾਂ, ਅਗਰ ਸਾਨੂੰ ਵਚਨ ਦੇ ਵਿੱਚੋਂ ਕੁਛ ਐਸਾ ਲੱਭ ਜਾਂਦਾ ਜੋ ਦੂਸਰਿਆਂ ਦੀ ਜ਼ਿੰਦਗੀ ਦੇ ਵਿੱਚ ਵੀ ਕੰਮ ਕਰ ਸਕਦਾ, ਹੋ ਸਕਦਾ ਸਾਡਾ ਇੱਕ ਵੀ ਲਫ਼ਜ਼ ਸਾਡਾ ਜੋ ਅਸੀਂ ਗਵਾਹੀ ਦਿੰਦੇ ਹਾਂ ਪ੍ਰਭੂ ਦੇ ਵਿੱਚ ਹੋ ਕੇ, ਖੁਦਾ ਦੇ ਕੰਮਾਂ ਦੀ ਗਵਾਹੀ ਦਿੰਦੇ ਹਾਂ। ਬਾਕੀ ਖੁਦਾ ਦੇ ਕੰਮ ਇੰਨੇ ਅਣਗਿਣਤ ਕੰਮ ਹਨ ਕਿ ਜਿਸ ਤਰ੍ਹਾਂ ਦਾਊਦ ਨੇ ਵੀ ਲਿਖਿਆ ਕਿ ਮੈਂ ਉਹਨਾਂ ਨੂੰ ਬਿਆਨ ਨਹੀਂ ਕਰ ਸਕਦਾ ਲਫ਼ਜ਼ਾਂ ਦੇ ਵਿੱਚ। ਔਰ ਸਾਨੂੰ ਜੋ ਦੁਨੀਆ ਦੀ ਕ੍ਰੀਏਸ਼ਨ ਹੈ ਉਸ ਤੋਂ ਹੀ ਪਤਾ ਲੱਗਦਾ ਕਿ ਖੁਦਾ ਵਾਕਈ ਹੀ ਖੁਦਾ ਦੇ ਬੋਲਣ ਦੇ ਨਾਲ ਇਹ ਸਭ ਕੁਛ ਬਣਿਆ, ਉਹ ਕਿੰਨਾ ਮਹਾਨ ਖੁਦਾਵੰਦ ਹੋਗਾ। ਔਰ ਅਗਰ ਸਾਡੀ ਜ਼ਿੰਦਗੀ ਉਸਦੇ ਵਿੱਚ ਚੱਲੀ ਜਾਂਦੀ ਹੈ, ਅਸੀਂ ਆਪਣਾ ਦਿਲ ਖੁਦਾ ਨੂੰ ਦਿੰਦੇ ਹਾਂ, ਤਾਂ ਸਾਡੀ ਜ਼ਿੰਦਗੀ ਤਾਂ ਆਪਣੇ ਆਪ ਹੀ ਬਦਲ ਜਾਂਦੀ ਹੈ, ਨਾ ਕਿ ਦੁਨਿਆਵੀ ਚੀਜ਼ਾਂ ਚ, ਬਲਕਿ ਸਾਡੀ ਰੂਹ ਜਦੋਂ ਖੁਦਾਵੰਦ ਦੇ ਨਾਲ ਅਟੈਚ ਹੁੰਦੀ ਹੈ ਤੇ ਉਸਦੇ ਵਿੱਚ ਸਾਨੂੰ ਬਹੁਤ ਸਾਰੀ ਬਰਕਤ ਪ੍ਰਭੂ ਦੇ ਵਚਨ ਦੇ ਨਾਲ ਮਿਲਦੀ ਹੈ। ਇਸਦੀ ਖੁਦਾ ਦੇ ਵਿੱਚ ਜਦੋਂ ਵੀ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਗਵਾਹੀ ਹੁੰਦੀ ਹੈ ਸਾਨੂੰ ਦੇਣੀ ਚਾਹੀਦੀ ਹੈ, ਬੇਸ਼ੱਕ ਛੋਟਾ ਕੰਮ ਹੋਵੇ ਜਾਂ ਕੋਈ ਵੱਡਾ ਕੰਮ ਹੋਵੇ। ਇਸ ਦੇ ਨਾਲ ਸਾਨੂੰ ਪਤਾ ਲੱਗਦਾ ਕਿ ਵਾਕਈ ਖੁਦਾਵੰਦ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਹੀ ਸ਼ਾਮਲ ਹੈ। ਇਹ ਜ਼ਬੂਰ ਬਾਕੀ ਬਹੁਤ ਸੋਹਣਾ ਹੈ। ਮੈਂ ਵੀ ਹੁਣ ਇਸ ਨੂੰ ਡਿਟੇਲ ਦੇ ਵਿੱਚ ਜਦੋਂ ਮੈਂ ਪੜ੍ਹਿਆ, ਜਦੋਂ ਅਸੀਂ ਪੜ੍ਹਦੇ ਹਾਂ ਉਦੋਂ ਵੀ ਬੜਾ ਚੰਗਾ ਲੱਗਦਾ ਜਦੋਂ ਅਸੀਂ ਇਸ ਨੂੰ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਹਾਂ ਜਾਂ ਜਿਹੜੇ ਸੁਣਨ ਵਾਲੇ ਉਹਨਾਂ ਨਾਲ ਵੀ ਸ਼ੇਅਰ ਕਰਦੇ ਹਾਂ। ਇੱਕ ਤਾਂ ਸਾਡੀ ਨੌਲੇਜ ਵਿੱਚ ਵੀ ਸਾਰੀਆਂ ਗੱਲਾਂ ਆ ਜਾਂਦੀਆਂ, ਦੂਸਰਾ ਜਦੋਂ ਖੁਦਾ ਸਾਨੂੰ ਇਹ ਵਚਨ ਦਿੰਦਾ ਹੈ, ਜਦੋਂ ਅਸੀਂ ਸਾਰਿਆਂ ਨਾਲ ਸ਼ੇਅਰ ਕਰਦੇ ਹਾਂ, ਸਾਡੀਆਂ ਜ਼ਿੰਦਗੀਆਂ ਵਾਕਈ ਸਾਨੂੰ ਅੰਦਰੋਂ ਬਹੁਤ ਚੰਗਾ ਫੀਲ ਕਰਦਾ ਕਿ ਖੁਦਾ ਨੇ ਇਸ ਗਰੁੱਪ ਦਾ ਮੈਨੂੰ ਪਾਰਟ ਬਣਾਇਆ। ਮੈਂ ਆਪਣੇ ਆਪ ਨੂੰ ਬਹੁਤ ਲੱਕੀ ਸਮਝਦੀ ਹਾਂ ਕਿ ਮੈਂ ਪ੍ਰਭੂ ਦਾ ਵਚਨ ਇਸ ਤਰੀਕੇ ਦੇ ਨਾਲ ਮੈਂ ਪੜ੍ਹ ਸਕਦੀ ਹਾਂ ਕਿ ਸਾਨੂੰ ਡਿਟੇਲ ਦੇ ਵਿੱਚ ਸੁਣਨ ਨੂੰ ਵੀ ਮਿਲਦਾ ਹੈ ਔਰ ਇਸ ਨੂੰ ਸਾਨੂੰ ਸਿੱਖਣ ਨੂੰ ਵੀ ਮਿਲਦਾ ਹੈ। ਆਮੀਨ। ਥੈਂਕ ਯੂ ਜੋਤ ਜੀ। ਮੈਂ ਤੁਹਾਡੇ ਨਾਲ ਪੂਰਾ ਐਗਰੀ ਕਰਦੀ ਹਾਂ ਕਿ ਸਾਨੂੰ ਇਸ ਜ਼ਬੂਰ ਜ਼ੋਨ ਦੇ ਜ਼ਰੀਏ ਜ਼ਬੂਰਾਂ ਦੇ ਬਾਰੇ ਇੱਕ ਨਵੀਂ ਸਾਨੂੰ ਅੰਡਰਸਟੈਂਡਿੰਗ ਮਿਲਦੀ ਆ ਇਸ ਜ਼ਬੂਰ ਜ਼ੋਨ ਦੇ ਜ਼ਰੀਏ। ਤੇ ਮੈਂ ਹੁਣ ਰਿਕੁਐਸਟ ਕਰੂੰਗੀ ਕਾਸ਼ਿਸ਼ ਜੀ ਨੂੰ ਕਿ ਉਹ ਸਾਨੂੰ ਇਸ ਤੇ ਰਿਫਲੈਕਸ਼ਨ ਦੇਣ।
ਬੜੀ ਅੱਛੀ ਰਿਫਲੈਕਸ਼ਨ ਦਿੱਤੀ ਸਾਰਿਆਂ ਨੇ। ਮੈਂ ਸਿਰਫ ਜ਼ਬੂਰ ਦਾ ਆਖਰੀ ਹਿੱਸਾ ਜਿਹੜਾ ਤੀਸਰਾ ਹਿੱਸਾ ਹੈ ਉਹ ਗਾ ਕੇ ਸੁਣਾਵਾਂਗਾ ਤਾਂ ਕਿ ਉਹਦੀ ਟਿਊਨ ਜਿਹੜੀ ਹੈ ਔਰ ਉਹਦੇ ਅਲਫਾਜ਼ ਜਿਹੜੇ ਨੇ ਲੋਕਾਂ ਤੱਕ ਪਹੁੰਚਣ। ਮਜ਼ਮੂਨ ਸੱਚਾਈ ਤੇਰੀ ਦਾ ਨਾ ਦਿਲ ਵਿੱਚ ਰੱਖਦਾ ਹਾਂ ਛੁਪਾ। ਮਜ਼ਮੂਨ ਸੱਚਾਈ ਤੇਰੀ ਦਾ ਨਾ ਦਿਲ ਵਿੱਚ ਰੱਖਦਾ ਹਾਂ ਛੁਪਾ। ਨਜਾਤ ਤੇ ਵਫਾ ਦਾ ਬਿਆਨ ਮੈਂ ਕਰਦਾ ਰਹਿੰਦਾ ਹਾਂ ਹਰ ਆਨ। ਨਜਾਤ ਤੇ ਵਫਾ ਦਾ ਬਿਆਨ ਮੈਂ ਕਰਦਾ ਰਹਿੰਦਾ ਹਾਂ ਹਰ ਆਨ। ਮੈਂ ਗੱਲ ਸੱਚਾਈ ਤੇਰੀ ਦੀ ਬੇਓਰਕ ਰਹਿਮਤ ਤੇਰੀ ਦੀ ਨਾ ਕਦੀ ਰੱਖਦਾ ਹਾਂ ਛੁਪਾ। ਮੈਂ ਲੋਕਾਂ ਕੋਲੋਂ ਐ ਖੁਦਾ ਨਾ ਕਦੀ ਰੱਖਦਾ ਹਾਂ ਛੁਪਾ। ਮੈਂ ਲੋਕਾਂ ਕੋਲੋਂ ਐ ਖੁਦਾ। ਮਜ਼ਮੂਨ ਸੱਚਾਈ ਤੇਰੀ ਦਾ ਨਾ ਦਿਲ ਵਿੱਚ ਰੱਖਦਾ ਹਾਂ ਛੁਪਾ। ਨਜਾਤ ਤੇ ਵਫਾ ਦਾ ਬਿਆਨ ਮੈਂ ਕਰਦਾ ਰਹਿੰਦਾ ਹਾਂ ਹਰ ਆਨ। ਆਮੀਨ। ਆਮੀਨ ਆਮੀਨ। ਥੈਂਕ ਯੂ ਕਾਸ਼ਿਫ ਜੀ ਇਸ ਖੂਬਸੂਰਤ ਧੁਨ ਦੇ ਲਈ। ਤੇ ਅੱਜ ਦੇ ਵਚਨ ਦੇ ਵਿੱਚ ਜੋ ਸਿੱਖਿਆ ਉਹਨੂੰ ਆਪਣੇ ਦਿਲਾਂ ਵਿੱਚ ਯਾਦ ਰੱਖਿਓ। ਅਸੀਂ ਅੱਜ ਜ਼ਬੂਰ 40 ਸੀਗਾ। ਇਹ ਦਾਊਦ ਦੇ ਜ਼ਬੂਰਾਂ ਦੀ ਪਹਿਲੀ ਬੁੱਕ ਦਾ ਸੈਕੰਡ ਲਾਸਟ ਜ਼ਬੂਰ ਸੀਗਾ ਤੇ ਅਸੀਂ ਫਿਰ ਆਵਾਂਗੇ ਵਾਪਸ ਜ਼ਬੂਰ 41 ਲੈ ਕੇ, ਜੋ ਕਿ ਦਾਊਦ ਦੇ ਜ਼ਬੂਰਾਂ ਦੀ ਪਹਿਲੀ ਬੁੱਕ ਦਾ ਆਖਰੀ ਸਾਮ ਜਾਂ ਆਖਰੀ ਭਜਨ ਆ। ਸੋ ਸਾਡੇ ਨਾਲ ਬਨੇ ਰਹੀਏ। ਸਾਰਿਆਂ ਦਾ ਧੰਨਵਾਦ ਹੈ ਸਾਡੇ ਨਾਲ ਜੁੜਨ ਦੇ ਲਈ। ਸਾਰਿਆਂ ਨੂੰ ਜੈ ਮਸੀਹ ਕੀ। ਜੈ ਮਸੀਹ।